हाँ जी दोस्तों, मीडिया प्रवास ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸੰਘਰਸ਼ਾਂ ਦੇ ਦੌਰ ਵਿੱਚ ਸ਼ਾਇਰੀ ਦੇ 5ਵੇਂ ਐਪੀਸੋਡ ਦੇ ਵਿੱਚ ਅੱਜ ਆਪਾਂ ਇਕੱਠੇ ਹੋਏ ਹਾਂ। दुष्यंत जी का एक शेर है कि ये सारा जिस्म झुककर बोझ से दोहरा हुआ होगा, मैं सजदे में नहीं था आपको धोखा हुआ होगा, यहाँ तक आते आते सूख जाती हैं कई नदियां, मुझे मालूम है पानी कहाँ ठहरा हुआ होगा। कोई फाके बिताकर मर गया जो उसके बारे में वो सब कहते हैं अब ऐसा नहीं ऐसा हुआ होगा, यहाँ तो सिर्फ गूंगे और बहरे लोग बसते हैं, खुदा जाने वहां पर किस तरह जलसा हुआ होगा। तो वाह वाह, बहुत बहुत स्वागत करते हैं ਤੁਹਾਡਾ। बहुत अच्छे। ਸਾਡੇ ਨਾਲ ਨੇ ਅੱਜ ਡਾਕਟਰ ਲਖਵਿੰਦਰ ਜੌਲ, ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ, ਪੰਜਾਬੀ ਦੇ ਤੇ ਇਧਰਲੇ ਪੰਜਾਬ ਦੇ ਬਹੁਤ ਵੱਡੇ ਸ਼ਾਇਰ। ਉਸ ਤੋਂ ਬਾਅਦ ਸਾਡੇ ਨਾਲ ਨੇ ਸੁਹੇਲ ਪਰਵਾਜ਼ ਜੀ, ਪਾਕਿਸਤਾਨ ਤੋਂ ਸਾਡੇ ਈਸਟ ਪੰਜਾਬ ਦਾ ਜਿਹੜਾ ਦੂਜਾ ਹਿੱਸਾ ਹੈ, ਇਹਨੂੰ ਅਸੀਂ ਲਹਿੰਦੇ ਪੰਜਾਬ ਦੇ ਤੌਰ ਤੇ ਜਾਣਦੇ ਹਾਂ। ਉਸ ਤੋਂ 3 ਪੋਇਟ ਅੱਜ ਅਸੀਂ ਸ਼ਾਮਲ ਕੀਤੇ ਨੇ, ਜਿਨ੍ਹਾਂ ਦੇ ਵਿੱਚ ਸੁਹੇਲ ਪਰਵਾਜ਼ ਜੀ। ਇਸ ਤੋਂ ਬਾਅਦ ਫਿਰ ਇਧਰਲੇ ਪੰਜਾਬ ਤੋਂ ਡਾਕਟਰ ਗੁਰਮੀਤ ਸਿੰਘ ਕਲਰ ਮਾਜਰੀ ਹੋਰੀ ਸਾਡੇ ਨਾਲ ਨੇ। ਉਧਰਲੇ ਪੰਜਾਬ ਤੋਂ ਗੁਲਫਾਮ ਨਜ਼ੀਰ ਚੀਮਾ ਹੋਰੀ, ਜਿਨ੍ਹਾਂ ਨੇ ਅੱਜ ਸਾਨੂੰ ਜੁਆਇਨ ਕੀਤਾ ਹੈ। ਕੈਨੇਡਾ ਚ ਵਸਦੇ ਪੰਜਾਬ ਤੋਂ ਮੈਡਮ ਪ੍ਰਵਿੰਦਰ ਸਵੈਚ ਹੋਰੀ ਸਾਡੇ ਨਾਲ ਨੇ। ਤੇ ਪੰਜਾਬ ਤੋਂ ਬਾਹਰਲੇ 2 ਸ਼ਾਇਰ ਅੱਜ ਅਸੀਂ ਲਏ ਨੇ, ਜਿਨ੍ਹਾਂ ਦੇ ਵਿੱਚ ਵਿਨੀਤ ਤਿਵਾਰੀ ਜੀ ਨੇ, ਜਿਹੜੇ ਪ੍ਰਗਤੀਸ਼ੀਲ ਲੇਖ ਸੰਘ ਭਾਰਤ ਦੇ ਰਾਸ਼ਟਰੀ ਪੱਧਰ ਦੇ ਜਿਹੜੇ ਜਨਰਲ ਸੈਕਟਰੀ ਨੇ ਤੇ ਬਹੁਤ ਵੱਡੇ ਰਾਈਟਰ ਨੇ, ਲੇਖਕ ਨੇ, ਚਿੰਤਕ ਨੇ ਸਾਡੇ ਨਾਲ ਨੇ ਔਰ ਤੋਂ। ਮੈਡਮ ਨਵਦੀਪ ਕੌਰ ਹੋਰੀ, ਜੋ ਉੱਭਰ ਰਹੀ ਪੰਜਾਬੀ ਪੋਇਟ ਨੇ, ਬਹੁਤ ਸੋਹਣੀ ਕਵਿਤਾ ਲਿਖਦੇ ਨੇ, ਇਹ ਵੀ ਸਾਡੇ ਨਾਲ ਨੇ। ਮੈਡਮ ਸਫੀਆ ਹਯਾਤ, ਜਿਨ੍ਹਾਂ ਦੀਆਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਗੁਰਮੁਖੀ ਦੇ ਵਿੱਚ ਤੇ ਸ਼ਾਹਮੁਖੀ ਦੇ ਵਿੱਚ ਦੋਨੇ ਪੰਜਾਬੀ ਦੀਆਂ ਲਿਪੀਆਂ ਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਪੜ੍ਹੀਆਂ ਹੋਣਗੀਆਂ। ਅੱਜ ਦੇ ਦੌਰ ਦੀ ਬਿਹਤਰੀਨ ਕਵਿਤਾ ਲਿਖਦੇ ਨੇ ਮੈਡਮ ਸਫੀਆ ਹਯਾਤ। ਤੇ ਮੈਡਮ ਗੁਰਮਿੰਦਰ ਸਿੱਧੂ ਜੀ, ਜੋ ਬਹੁਤ ਸੋਹਣੇ ਕਵੀ ਨੇ, ਕਿਤੇ ਵਜੋਂ ਡਾਕਟਰ ਨੇ, ਅੱਜ ਸਾਡੇ ਨਾਲ ਨੇ। ਬਹੁਤ ਸੋਹਣੀ ਵਾਰਤਕ ਲਿਖਦੇ ਨੇ, ਬਹੁਤ ਖੂਬਸੂਰਤ ਸ਼ਾਇਰ ਨੇ। ਸੋ ਇਹਨਾਂ 10 ਸ਼ਾਇਰਾਂ ਦਾ ਅੱਜ ਅਸੀਂ ਸਵਾਗਤ ਕਰਦੇ ਹਾਂ। ਇੱਕ ਕਿਸਮ ਦਾ ਜਿਹੜਾ ਹਿੰਦੁਸਤਾਨੀ ਸੱਭਿਆਚਾਰ ਹੈ, ਜਿਹੜਾ ਸਾਡਾ ਸਾਂਝਾ ਸੱਭਿਆਚਾਰ ਹੈ, ਜਿਹਦੇ ਵਿੱਚ ਪੰਜਾਬ ਤੋਂ ਬਾਹਰਲੇ ਪੋਇਟ ਵੀ ਸ਼ਾਮਲ ਕੀਤੇ ਨੇ, ਇਧਰਲੇ ਪੰਜਾਬ ਦੇ ਪੋਇਟ ਵੀ ਸ਼ਾਮਲ ਨੇ, ਉਧਰਲੇ ਪੰਜਾਬ ਦੇ ਪੋਇਟ ਵੀ ਸ਼ਾਮਲ ਨੇ, ਇਹਨਾਂ ਦੋਨੇ ਪੰਜਾਬਾਂ ਤੋਂ ਬਾਹਰ ਵਸਦੇ ਪੰਜਾਬ ਦੇ ਪੋਇਟ ਵੀ ਸ਼ਾਮਲ ਨੇ। ਪੂਰੇ ਗਲੋਬਲ ਇਸ ਵੇਲੇ ਪੰਜਾਬ ਨੂੰ ਤੇ ਗਲੋਬਲ ਸ਼ਾਇਰੀ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਕੱਠੇ ਕੀਤਾ ਹੈ। ਸੋ ਇੱਕ ਵਾਰੀ ਫੇਰ ਮੈਂ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਸਵਾਗਤ ਕਰਦਾ। ਦੋਸਤੋ, ਜਿਹੋ ਜਿਹਾ ਦੌਰ ਚੱਲ ਰਿਹਾ ਅੱਜ ਦਾ ਦੌਰ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਵੇਲੇ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ, ਉਹ ਦਿੱਲੀ ਦੀਆਂ ਸਰਹੱਦਾਂ ਤੇ ਬੈਠਾ ਹੈ, ਦਿੱਲੀ ਦੇ ਬਾਰਡਰਾਂ ਤੇ ਬੈਠਾ ਹੈ। ਇੱਕ ਪਾਸੇ 26 ਜਨਵਰੀ ਰਵਾਇਤੀ ਰੂਪ ਦੇ ਵਿੱਚ ਅਸੀਂ ਮਨਾਉਂਦੇ ਆ ਰਹੇ ਹਾਂ 1947 ਤੋਂ ਲੈ ਕੇ ਹੁਣ ਤੱਕ, ਤੇ ਦੂਜੇ ਪਾਸੇ ਨਵੀਂ ਕਿਸਮ ਦੀ 26 ਜਨਵਰੀ ਕਿਸਾਨ ਪਰੇਡ ਦੇ ਰੂਪ ਦੇ ਵਿੱਚ ਦੁਨੀਆ ਦੇਖਣ ਨੂੰ ਤਿਆਰ ਬੈਠੀ ਹੈ। ਪੰਜਾਬ ਦੇ ਵਿੱਚੋਂ ਸੰਘਰਸ਼ ਦੀ ਨਵੀਂ ਇਬਾਰਤ ਲਿਖੀ ਗਈ, ਉਸ ਤੋਂ ਬਾਅਦ ਉਹਦੇ ਵਿੱਚ ਹਰਿਆਣਾ ਸ਼ਾਮਲ ਹੋਇਆ ਤੇ ਫਿਰ ਪੂਰਾ ਹਿੰਦੁਸਤਾਨ ਦਾ ਆਵਾਮ ਤੇ ਕਿਸਾਨ ਸ਼ਾਮਲ ਹੋਇਆ। ਤੇ ਅਸੀਂ ਬਹੁਤ ਮਾਣ ਨਾਲ ਕਹਿ ਸਕਦੇ ਹਾਂ ਕਿ ਅੱਜ ਅਸੀਂ ਉਸ ਪੰਜਾਬ ਦੇ ਤੇ ਉਸ ਹਿੰਦੁਸਤਾਨ ਦੇ ਵਾਰਸ ਹਾਂ, ਜਿਹਦੇ ਵਿੱਚ ਜਿਹੜਾ ਆਵਾਮ ਹੈ ਉਹਨੇ ਆਪਣੇ ਹੱਕਾਂ ਲਈ ਇੱਕ ਵਾਰ ਫਿਰ ਆਵਾਜ਼ ਬੁਲੰਦ ਕੀਤੀ ਹੈ। ਇਹ ਇੱਕ ਕਿਸਮ ਦੀ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਦਾ ਅਗਲਾ ਫੇਜ਼ ਹੈ, ਜਿਹਦੇ ਵਿੱਚ ਹਿੰਦੁਸਤਾਨ ਜਾਗਿਆ, ਜਿਹਦੇ ਵਿੱਚ ਪੰਜਾਬ ਜਾਗਿਆ। ਤੇ ਸ਼ਾਇਰਾਂ ਨੇ ਆਪਣਾ ਰੰਗ ਭਰਿਆ ਇਸ ਅੰਦੋਲਨ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ। ਇਸ ਲੜੀ ਦੇ ਵਿੱਚ ਅਸੀਂ 4 ਪ੍ਰੋਗਰਾਮ ਪਹਿਲਾਂ ਕਰ ਚੁੱਕੇ ਹਾਂ। ਲਗਭਗ 40 ਦੇ ਕਰੀਬ ਪੋਇਟ ਇਸ ਪ੍ਰੋਗਰਾਮ ਰਾਹੀਂ ਅਸੀਂ ਰੂਬਰੂ ਕਰ ਚੁੱਕੇ ਹਾਂ ਤੇ ਅੱਜ 10 ਪ੍ਰੋਮੀਨੈਂਟ ਫਿਗਰ ਸਾਡੇ ਨਾਲ ਨੇ। ਸੋ ਤੁਹਾਡਾ ਬਹੁਤ-ਬਹੁਤ ਵੈਲਕਮ। ਤੇ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਕਿ ਤੁਹਾਨੂੰ ਰੂਬਰੂ ਕਰਾਂ, ਇੱਕ ਤਾਂ ਇਹ ਹੈ ਕਿ ਮੈਂ ਤੁਹਾਡੀ ਤਰਤੀਬ ਜਿਹੜੀ ਦੱਸਣਾ ਤਾਂ ਕਿ ਸਾਰਿਆਂ ਨੂੰ ਪਤਾ ਹੋਵੇ ਕਿ ਇਸ ਤੋਂ ਬਾਅਦ ਕਿਹਨਾਂ ਨੇ ਬੋਲਣਾ ਹੈ। ਡਾਕਟਰ ਗੁਰਮਿੰਦਰ ਸਿੱਧੂ ਹੋਰਾਂ ਤੋਂ ਆਪਾਂ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਸੁਹੇਲ ਪਰਵਾਜ਼ ਜੀ ਬੋਲਣਗੇ, ਫਿਰ ਡਾਕਟਰ ਗੁਰਮੀਤ ਕਲਰ ਮਾਜਰੀ ਜੀ, ਉਸ ਤੋਂ ਬਾਅਦ ਗੁਲਫਾਮ ਨਜ਼ੀਰ ਚੀਮਾ ਜੀ, ਮੈਡਮ ਪ੍ਰਵਿੰਦਰ ਸਵੈਚ, ਉਸ ਤੋਂ ਬਾਅਦ ਫਿਰ ਕੁਮਾਰ ਅੰਬੁਜ, ਸ਼ਾਇਦ ਉਹਨਾਂ ਦੀ ਕੋਈ ਪ੍ਰੋਬਲਮ ਹੈ, ਜੇ ਉਹਨਾਂ ਨੇ ਜੁਆਇਨ ਕਰ ਲਿਆ ਤਾਂ ਫਿਰ ਉਹ ਬੋਲਣਗੇ। ਉਸ ਤੋਂ ਬਾਅਦ ਮੈਡਮ ਨਵਦੀਪ ਕੌਰ, ਫਿਰ ਡਾਕਟਰ ਵਿਨੀਤ ਤਿਵਾਰੀ ਜੀ, ਉਸ ਤੋਂ ਬਾਅਦ ਮੈਡਮ ਸਾਫੀਆ ਹਯਾਤ ਤੇ ਉਸ ਤੋਂ ਬਾਅਦ ਡਾਕਟਰ ਲਖਵਿੰਦਰ ਜੌਲ।
ਬੇਨਤੀ ਇਹ ਹੈ ਕਿ 5 ਤੋਂ ਲੈ ਕੇ 7 ਮਿੰਟ ਦੇ ਵਿਚਕਾਰ ਤੁਸੀਂ ਆਪਣੀ ਜਿਹੜੀ ਸ਼ਾਇਰੀ ਹੈ ਉਹ ਸਾਡੇ ਨਾਲ ਸਾਂਝੀ ਕਰੋਗੇ ਤੇ 1 ਮਿੰਟ ਦੇ ਵਿੱਚ ਤੁਸੀਂ ਆਪਣਾ ਸੰਖੇਪ ਜਾਣਕਾਰੀ ਸਾਨੂੰ ਜੇ ਕੋਈ ਦੱਸਣੀ ਚਾਹੁੰਦੇ ਹੋ ਆਪਣੇ ਬਾਰੇ, ਕਿਉਂਕਿ ਅਸੀਂ ਅਲੱਗ-ਅਲੱਗ ਏਰੀਆਜ਼ ਤੋਂ ਕਵੀ ਲਏ ਨੇ। ਸ਼ਾਇਦ ਅਸੀਂ ਉਵੇਂ ਸਾਰੇ ਇੱਕ ਦੂਜੇ ਨੂੰ ਨਾ ਜਾਣਦੇ ਹੋਈਏ। ਜੇ ਤੁਸੀਂ 1-1.5 ਮਿੰਟ ਦੇ ਵਿੱਚ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੇ ਹੋ ਤਾਂ ਪਲੀਜ਼ ਉਹ ਵੀ ਵੈਲਕਮ ਹੈ, ਤਾਂ ਕਿ ਅਸੀਂ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਇੱਕ ਦੂਜੇ ਦੇ ਰੂਬਰੂ ਹੋ ਸਕੀਏ ਤੇ ਅੱਜ ਤੋਂ ਬਾਅਦ ਅਸੀਂ ਅਜਨਬੀ ਨਾ ਹੋਈਏ, ਇੱਕ ਦੂਜੇ ਦੇ ਬਹੁਤ ਗੂੜੇ ਦੋਸਤ ਹੋਈਏ। ਸ਼ਾਇਰੀ ਦੀ ਆਪਣੀ ਇੱਕ ਦੋਸਤੀ ਹੁੰਦੀ ਹੈ, ਸ਼ਾਇਰੀ ਦਾ ਆਪਣਾ ਇੱਕ ਰਿਸ਼ਤਾ ਹੁੰਦਾ ਹੈ ਤੇ ਆਓ ਆਪਾਂ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੀਏ। ਰੂਬਰੂ ਹੋਈਏ ਅੱਜ ਦੀ ਸ਼ਾਇਰੀ ਦੇ ਸੰਗ। ਡਾਕਟਰ ਗੁਰਮਿੰਦਰ ਸਿੱਧੂ ਹੋਰਾਂ ਤੋਂ ਮੈਂ ਗੱਲ ਦੀ ਸ਼ੁਰੂਆਤ ਕਰੂੰਗਾ। ਡਾਕਟਰ ਗੁਰਮਿੰਦਰ ਸਿੱਧੂ ਕਿੱਤੇ ਵਜੋਂ ਡਾਕਟਰ ਨੇ, ਬਹੁਤ ਅੱਛੀ ਵਾਰਤਕ ਲਿਖਦੇ ਨੇ, ਬਹੁਤ ਅੱਛੀ ਕਵਿਤਾ ਲਿਖਦੇ ਨੇ। ਕੈਨੇਡਾ ਦੇ ਵਿੱਚ ਤੇ ਇੱਧਰਲੇ ਪੰਜਾਬ ਦੇ ਵਿੱਚ ਇੱਕੋ ਵੇਲੇ ਰਹਿੰਦੇ ਨੇ, ਕਦੇ ਇੱਧਰ ਹੁੰਦੇ ਨੇ ਕਦੇ ਉੱਧਰ ਹੁੰਦੇ ਨੇ। ਮੈਨੂੰ ਅੱਜ ਵੀ ਨਹੀਂ ਪਤਾ ਕਿ ਇੱਧਰ ਨੇ ਕਿ ਉੱਧਰ ਨੇ, ਸ਼ਾਇਦ ਕੈਨੇਡਾ ਤੋਂ ਬੋਲ ਰਹੇ ਨੇ ਅੱਜ। ਗੁਰਮਿੰਦਰ ਸਿੱਧੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਦਾ ਕੋਈ ਰੰਗ ਤੁਸੀਂ ਸਾਡੇ ਰੂਬਰੂ ਕਰੋਗੇ। ਡਾਕਟਰ ਗੁਰਮਿੰਦਰ ਸਿੱਧੂ ਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੇਰੀ ਆਵਾਜ਼ ਆ ਰਹੀ ਜੀ? ਜੀ 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 ਬਿਲਕੁਲ ਜੀ ਆ ਰਹੀ ਜੀ। ਸਤਿ ਸ਼੍ਰੀ ਅਕਾਲ। ਮੇਰੇ ਬਾਰੇ ਦੀਪ ਸਾਹਿਬ ਨੇ ਬਹੁਤ ਵਿਸਥਾਰ ਨਾਲ ਦੱਸਤਾ। ਸਿਰਫ ਥੋੜੀ ਜੀ ਗੱਲ ਮੈਂ ਇਹ ਦੱਸਣ ਲੱਗੀ ਹਾਂ ਕਿ ਹਿੰਦੁਸਤਾਨ ਵਿੱਚ ਜਾਂ ਦੁਨੀਆ ਵਿੱਚ ਬਹੁਤ ਕੁਝ ਔਖੀਆਂ ਜਿਹੜੀਆਂ ਘਟਨਾਵਾਂ ਨੇ, ਜਿਹੜੀਆਂ ਆਪਾਂ ਸਹਿ ਨਹੀਂ ਸਕਦੇ, ਉਹ ਵਾਪਰਦੀਆਂ ਨੇ। ਤੇ ਇਹਨਾਂ ਵਿੱਚੋਂ ਇੱਕ ਜਿਹੜੀ ਪਿੱਛੇ ਵਾਪਰਦੀ ਰਹੀ ਤੇ ਹੁਣ ਵੀ ਹੈ, ਜਿਹੜੀ ਮੈਂ ਆਪਣੀ ਇੰਟਰੋਡਕਸ਼ਨ ਥੋੜਾ ਦੱਸਣਾ ਚਾਹੁੰਦੀ ਕਿ ਕੰਨਿਆ ਭਰੂਣ ਹੱਤਿਆ ਜਿਹੜੀ ਹੈ, ਉਹਦੇ ਉੱਤੇ ਮੈਂ ਬੜਾ ਨਿੱਠ ਕੇ ਕੰਮ ਕੀਤਾ ਕਿ ਉਹਦੇ ਬਾਰੇ ਮੇਰੀਆਂ ਕਵਿਤਾਵਾਂ, ਗੀਤ, ਗਜ਼ਲਾਂ, ਕਿਤਾਬਾਂ, ਸਾਰਾ ਕੁਝ ਲਿਖਿਆ ਗਿਆ। ਸੋ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਨੇ ਮੇਰੀਆਂ ਲਿਖਤਾਂ ਨਾਲ ਇਸ ਦੁਨੀਆ ਵਿੱਚ ਆਈਆਂ ਨੇ। ਤੇ ਹੋਰ ਮੈਂ ਤੁਹਾਡੇ ਸਾਰਿਆਂ ਵਰਗੀਆਂ ਕੋਈ ਖਾਸ ਗੱਲ ਨਹੀਂ ਹੈ, ਮੈਂ ਸਿੱਧੀ ਨਜ਼ਮ ਤੇ ਆਉਣੀ ਆ ਜੀ। ਮੈਮ 1 ਮਿੰਟ ਲਈ, ਬਸ ਕੁਝ ਸੈਕਿੰਡ ਲਈ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਨੀ ਹੈ ਸਾਰਿਆਂ ਨੂੰ। ਮੈਂ ਚੈਟ ਬਾਕਸ ਦੇ ਵਿੱਚ ਇਹਦਾ ਲਿੰਕ ਸ਼ੇਅਰ ਕੀਤਾ ਅੱਜ ਦੇ ਇਸ ਪ੍ਰੋਗਰਾਮ ਦਾ। ਜੇ ਤੁਸੀਂ ਕਿਸੇ ਨਾਲ ਵੀ ਅੱਗੇ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ੇਅਰ ਕਰ ਸਕਦੇ ਹੋ। ਜੀ ਜੀ, ਨਜ਼ਮ ਸਭ ਤੋਂ ਪਹਿਲਾਂ ਕਹਿ ਰਹੀ ਹਾਂ, ਜ਼ਿੰਦਗੀ ਦੇ ਬਨੇਰੇ ਤੋਂ। ਤੁਸੀਂ ਜਦੋਂ ਵੀ ਸਾਡੇ ਅੱਗੇ ਹਨੇਰਿਆਂ ਦੀ ਬਾਤ ਪਾਈ ਹੈ, ਅਸੀਂ ਆਪਣੀਆਂ ਵਲੂੰਦਰੀਆਂ ਪਲਕਾਂ ਉੱਤੇ ਸਿਦਕਾਂ ਦਾ ਦੀਵਾ ਧਰ ਲਿਆ ਹੈ ਤੇ ਉਸ ਦੀ ਲਾਟ ਉੱਤੇ ਹਥੇਲੀ ਧਰ ਕੇ ਹਰ ਹਨੇਰੇ ਨੂੰ ਚੀਰ ਜਾਣ ਦੀ ਸਹੁੰ ਖਾ ਲਈ ਹੈ। ਕਿਆ ਬਾਤ, ਵਾਹ ਵਾਹ, ਬਹੁਤ ਖੂਬ, ਬਹੁਤ ਖੂਬ, ਬਹੁਤ ਅੱਛੇ, ਬਹੁਤ ਅੱਛੇ। ਤੁਸੀਂ ਜਦੋਂ ਵੀ ਸਾਡੇ ਅੱਗੇ ਹਨੇਰਿਆਂ ਦੀ ਬਾਤ ਪਾਈ ਹੈ, ਅਸੀਂ ਆਪਣੀਆਂ ਵਲੂੰਦਰੀਆਂ ਪਲਕਾਂ ਉੱਤੇ ਸਿਦਕਾਂ ਦਾ ਦੀਵਾ ਟਿਕਾ ਲਿਆ ਹੈ ਤੇ ਉਹਦੀ ਲਾਟ ਉੱਤੇ ਹਥੇਲੀ ਧਰ ਕੇ ਹਰ ਹਨੇਰੇ ਨੂੰ ਚੀਰ ਜਾਣ ਦੀ ਸਹੁੰ ਖਾ ਲਈ ਹੈ। ਤੁਸੀਂ ਜਦੋਂ ਵੀ ਸਾਡੇ ਉੱਬੜ ਖਾਬੜ ਪੈਂਡਿਆਂ ਵਿੱਚ ਮੁਸ਼ਕਿਲਾਂ ਦੇ ਅੰਨੇ ਬੋਲੇ ਖੂਹ ਪੁੱਟੇ ਨੇ, ਅਸੀਂ ਆਪਣੇ ਸਿਰੜੀ ਪੈਰਾਂ ਵਿੱਚ ਦਲੇਰੀਆਂ ਦਾ ਜਾਦੂ ਭਰ ਲਿਆ ਹੈ ਤੇ ਤੁਹਾਡੇ ਵੇਂਦਿਆਂ ਵੇਂਦਿਆਂ ਹਰ ਖੂਹ ਨੂੰ ਛਲਾਂਗ ਮਾਰ ਕੇ ਟੱਪ ਗਏ। ਵਾਹ ਵਾਹ, ਤੁਸੀਂ ਜਦੋਂ ਵੀ ਸਾਨੂੰ, ਜੀ ਮਿਹਰਬਾਨੀ ਮਿਹਰਬਾਨੀ, ਤੁਸੀਂ ਜਦੋਂ ਵੀ ਸਾਨੂੰ ਅਪਾਹਜ ਕਰਨ ਲਈ 2 ਧਾਰੀ ਤਲਵਾਰ ਉਠਾਈ ਹੈ। ਤੁਸੀਂ ਜਦੋਂ ਵੀ ਸਾਨੂੰ ਅਪਾਹਜ ਕਰਨ ਲਈ 2 ਧਾਰੀ ਤਲਵਾਰ ਉਠਾਈ ਹੈ, ਅਸੀਂ ਆਪਣੇ ਜਿਸਮ ਉੱਪਰ ਅਟੁੱਟ ਪਾਰਦਰਸ਼ੀ ਸ਼ੀਸ਼ਾ ਉਗਾ ਲਿਆ ਹੈ ਤੇ ਉੱਪਰੋਂ ਜ਼ਖਮੋਂ ਜ਼ਖਮੀ ਹੋ ਕੇ ਵੀ ਅੰਦਰੋਂ ਸਾਬਤ ਸਬੂਤੇ ਰਹਿ ਗਏ। ਕਿਆ ਬਾਤ, ਬਹੁਤ ਅੱਛੇ, ਬਹੁਤ ਵਧੀਆ, ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ। ਤੁਸੀਂ ਜਦੋਂ ਵੀ ਸਾਡਾ ਖੁਰਾ ਖੋਜ ਮਿਟਾਉਣ ਲਈ ਹਵਾਵਾਂ ਵਿੱਚ ਜ਼ਹਿਰ ਘੋਲਿਆ ਹੈ, ਤੁਸੀਂ ਜਦੋਂ ਵੀ ਸਾਡਾ ਖੁਰਾ ਖੋਜ ਮਿਟਾਉਣ ਲਈ ਹਵਾਵਾਂ ਵਿੱਚ ਜ਼ਹਿਰ ਘੋਲਿਆ ਹੈ, ਅਸੀਂ ਆਪਣੀ ਸਾਹ ਲੈਣ ਵਾਲੀ ਨਾਲੀ ਉੱਤੇ ਇੱਕ ਸ਼ਬਦ ਜ਼ਿੰਦਗੀ ਲਿਖ ਦਿੱਤਾ ਹੈ ਤੇ ਜ਼ਹਿਰੀਲੀ ਹਵਾ, ਤੇ ਜ਼ਹਿਰੀਲੀ ਹਵਾ ਸ਼ਰਮ ਨਾਲ ਪਾਣੀ ਪਾਣੀ ਹੋ ਕੇ ਵਾਪਸ ਪਰਤ ਗਈ ਹੈ। ਕਿਆ ਬਾਤ, ਜਦੋਂ ਵੀ ਸਾਡਾ ਖੁਰਾ ਖੋਜ ਮਿਟਾਉਣ ਲਈ ਹਵਾ ਵਿੱਚ ਜ਼ਹਿਰ ਘੋਲਿਆ ਹੈ, ਅਸੀਂ ਆਪਣੀ ਸਾਹ ਲੈਣ ਵਾਲੀ ਨਾਲੀ ਉੱਤੇ ਇੱਕ ਸ਼ਬਦ ਜ਼ਿੰਦਗੀ ਲਿਖ ਦਿੱਤਾ ਹੈ ਤੇ ਜ਼ਹਿਰੀਲੀ ਹਵਾ ਸ਼ਰਮ ਨਾਲ ਪਾਣੀ ਪਾਣੀ ਹੋ ਕੇ ਵਾਪਸ ਪਰਤ ਗਈ ਹੈ ਤੇ ਅਸੀਂ ਅੱਜ ਵੀ ਜ਼ਿੰਦਗੀ ਦੇ ਬਨੇਰੇ ਤੋਂ ਬੋਲ ਰਹੇ ਹਾਂ। ਅਸੀਂ ਅੱਜ ਵੀ ਜ਼ਿੰਦਗੀ ਦੇ ਬਨੇਰੇ ਤੋਂ ਗੱਜ ਵੱਜ ਕੇ ਬੋਲ ਰਹੇ ਹਾਂ। ਗੱਜ ਵੱਜ ਕੇ। ਬਹੁਤ ਵਧੀਆ, ਬਹੁਤ ਵਧੀਆ ਜੀ, ਮਿਹਰਬਾਨੀ। ਇੱਕ ਗਜ਼ਲ, ਇੱਕ ਸੁਨੇਹੇ ਦੇ ਰੂਪ ਵਿੱਚ
ਜੀ ਸਾਰਿਆਂ ਨੂੰ ਹੀ ਜਿਹੜੇ ਇਸ ਸੰਘਰਸ਼ ਵਿੱਚ ਲੱਗੇ ਹੋਏ ਨੇ, ਆਪਣੇ ਆਪਣੇ ਮੁਹਾਜ਼ ਤੇ ਲੜ ਰਹੇ ਨੇ, ਕਿ ਲਹੂ ਨੂੰ ਬਾਲ ਲੈਣਾ, ਅਣਖ ਦੀ ਧੂਣੀ ਮਗਾ ਲੈਣਾ। ਲਹੂ ਨੂੰ ਬਾਲ ਲੈਣਾ, ਅਣਖ ਦੀ ਧੂਣੀ ਮਗਾ ਲੈਣਾ, ਤੇ ਠੰਡੀ ਰਾਤ ਵਿੱਚ ਕੋਈ ਯੋਧਿਆਂ ਦੀ ਵਾਰ ਗਾ ਲੈਣਾ। ਦੁੱਖਾਂ ਦੇ ਦਾਗ ਧੋ ਲੈਣਾ, ਜ਼ਖਮਾਂ ਨੂੰ ਸਿਉਂ ਲੈਣਾ, ਤੇ ਹੰਬੜਾ ਮਾਰ ਕੇ ਸੱਚ ਨੂੰ ਬਨੇਰੇ ਤੇ ਬਿਠਾ ਦੇਣਾ। क्या बात, बहुत अच्छा। हाय हाय हाय, ਦੁੱਖਾਂ ਦੇ ਦਾਗ ਧੋ ਲੈਣਾ, ਜ਼ਖਮਾਂ ਨੂੰ ਸਿਉਂ ਲੈਣਾ, ਤੇ ਹੰਬੜਾ ਮਾਰ ਕੇ ਸੱਚ ਨੂੰ ਬਨੇਰੇ ਤੇ ਬਿਠਾ ਦੇਣਾ। ਉਲਾਂਭੇ ਦੇਣ ਨਾ ਨਸਲਾਂ, ਰੋਂਦੀਆਂ ਰਹਿਣ ਨਾ ਫਸਲਾਂ, ਅਨਾੜੀ ਹੱਥਾਂ ਦੇ ਵਿੱਚ ਹੱਕ ਆਪਣੇ ਨਾ ਫੜਾ ਦੇਣਾ। ਉਲਾਂਭੇ ਦੇਣ ਨਾ ਨਸਲਾਂ, ਰੋਂਦੀਆਂ ਰਹਿਣ ਨਾ ਫਸਲਾਂ, ਅਨਾੜੀ ਹੱਥਾਂ ਦੇ ਵਿੱਚ ਹੱਕ ਆਪਣੇ ਨਾ ਫੜਾ ਦੇਣਾ। ਕੱਢਣਾ ਚੀਕ ਬੁਲਬੁਲੀ, ਘੁੱਟੇ ਜਾ ਰਹੇ ਗਲ ਚੋਂ, ਤੇ ਬਿਜਲੀ ਵਰਗੀ ਕੋਈ ਗਰਜ ਹਾਕਮ ਨੂੰ ਸੁਣਾ ਦੇਣਾ। वाह वाह, क्या बात, ਕੱਢਣਾ ਚੀਕ खूबसूरत ਬੁਲਬੁਲੀ, ਜੀ ਮਿਹਰਬਾਨੀ ਮਿਹਰਬਾਨੀ। ਕੱਢਣਾ ਚੀਕ ਬੁਲਬੁਲੀ, ਘੁੱਟੇ ਜਾ ਰਹੇ ਗਲ ਚੋਂ, ਤੇ ਸ਼ੇਰਾਂ ਵਰਗੀ ਕੋਈ ਗਰਜ ਹਾਕਮ ਨੂੰ ਸੁਣਾ ਦੇਣਾ। ਤੁਸੀਂ ਗੋਬਿੰਦ ਦੇ ਸਿੰਘ ਹੋ, ਜਿਹੜਾ ਨਾ ਡੋਲਿਆ ਮੂਲੋਂ। ਇਹ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੇ ਮਨਾਂ 'ਚ ਖੁਦਕਸ਼ੀ ਦਾ ਵਿਚਾਰ ਆਉਂਦਾ, ਉਹਨਾਂ ਲਈ ਹੈ ਕਿ ਤੁਸੀਂ ਗੋਬਿੰਦ ਦੇ ਸਿੰਘ ਹੋ, ਜਿਹੜਾ ਨਾ ਡੋਲਿਆ ਮੂਲੋਂ, ਨਾ ਏਦਾਂ ਮੌਤ ਦੀ ਡੱਬੀ 'ਚ ਆਪਣੇ ਸਾਹ ਟਿਕਾ ਦੇਣਾ। ਅਸੀਂ ਆਪਣੀ ਹੀ ਡੁੱਲੀ ਰੱਤ 'ਚੋਂ ਹਰ ਵਾਰ ਉੱਗਦੇ ਹਾਂ। ਅਸੀਂ ਆਪਣੀ ਹੀ ਡੁੱਲੀ ਰੱਤ 'ਚੋਂ ਹਰ ਵਾਰ ਉੱਗਦੇ ਹਾਂ। ਇਹ ਤਲਵਾਰ ਨੂੰ ਕਹਿਣਾ, ਤੇ ਥੋੜਾ ਮੁਸਕਰਾ ਦੇਣਾ। क्या बात, हाय हाय बहुत हाय हाय, बहुत अच्छे, बहुत सल्यूट बढ़िया, सल्यूट। बहुत बढ़िया। ਮਿਹਰਬਾਨੀ बहुत बढ़िया। ਜੀ ਮਿਹਰਬਾਨੀ। ਅਸੀਂ ਆਪਣੀ ਹੀ ਡੁੱਲੀ ਰੱਤ 'ਚੋਂ ਹਰ ਵਾਰ ਉੱਗਦੇ ਹਾਂ। ਇਹ ਤਲਵਾਰ ਨੂੰ ਕਹਿਣਾ, ਤੇ ਥੋੜਾ ਮੁਸਕਰਾ ਦੇਣਾ। वाह वाह, ਝੁਕੇਗਾ ਜ਼ੁਲਮ ਵੀ, ਜ਼ਿੱਦ ਵੀ, ਝੁਕੂ ਹੰਕਾਰ ਹਉਮੈ ਵੀ। ਝੁਕੇਗਾ ਜ਼ੁਲਮ ਵੀ, ਜ਼ਿੱਦ ਵੀ, ਝੁਕੂ ਹੰਕਾਰ ਹਉਮੈ ਵੀ। ਤੁਸੀਂ ਜਾਬਰ ਨੂੰ ਮਗਦੇ ਸਬਰ ਦਾ ਜਲਵਾ ਦਿਖਾ ਦੇਣਾ। क्या बात, क्या बात है, क्या बात है। बहुत खूब, बहुत ਹੈ खूब। ਜੀ। बहुत ਝੁਕੇਗਾ ਜ਼ੁਲਮ ਵੀ, ਜ਼ਿੱਦ ਵੀ, ਝੁਕੂ ਹੰਕਾਰ ਹਉਮੈ ਵੀ। ਤੁਸੀਂ ਜ਼ਾਲਮ ਨੂੰ ਮਗਦੇ ਸਬਰ ਦਾ ਜਲਵਾ ਦਿਖਾ ਦੇਣਾ। ਤੁਹਾਡੇ ਵੱਲ ਲੱਗੀਆਂ ਨੇ ਕੁੱਲ ਦੁਨੀਆ ਦੀਆਂ ਅੱਖਾਂ, ਏਦਾਂ ਜਿੱਤੀ ਦਾ ਹੁੰਦਾ ਹੈ, ਜ਼ਮਾਨੇ ਨੂੰ ਦਿਖਾ ਦੇਣਾ। ਵਾਹ क्या बात, ਤੇ बहुत ਵੱਲ ਲੱਗੀਆਂ ਨੇ ਕੁੱਲ ਦੁਨੀਆ ਦੀਆਂ ਅੱਖਾਂ, ਏਦਾਂ ਜਿੱਤੀ ਦਾ ਹੁੰਦਾ ਹੈ, ਜ਼ਮਾਨੇ ਨੂੰ ਦਿਖਾ ਦੇਣਾ। ਜ਼ਮਾਨੇ ਨੂੰ ਦਿਖਾ। जमाने में दिखा, बहुत बढ़िया जी। ਜਿਵੇਂ ਤੁਹਾਡੇ ਤੋਂ ਇੱਕ ਲਾਸਟ ਛੋਟੀ ਜਿਹੀ ਹੋਰ ਪੇਸ਼ ਕਰਦੀ ਹਾਂ ਹੂੰ ਕਿ ਤੂੰ ਜ਼ੋਰ ਲਿਆ ਅਜ਼ਮਾ ਦਿਲੀਏ। ਹੂੰ ਤੂੰ ਜ਼ੋਰ ਲਿਆ ਅਜ਼ਮਾ ਦਿਲੀਏ, ਤੂੰ ਰੋਕੇ ਸਾਡੇ ਰਾਹ ਦਿਲੀਏ। ਅਸੀਂ ਪਰਬਤ ਟੱਪਣ ਵਾਲੇ ਹਾਂ, ਕਦ ਪਿੱਛੇ ਤੱਕਣ ਵਾਲੇ ਹਾਂ। क्या बात, ਤੂੰ ਜ਼ੋਰ ਲਿਆ ਅਜ਼ਮਾ ਦਿਲੀਏ, ਤੂੰ ਰੋਕੇ ਸਾਡੇ ਰਾਹ ਦਿਲੀਏ। ਅਸੀਂ ਪਰਬਤ ਟੱਪਣ ਵਾਲੇ ਹਾਂ, ਕਦ ਪਿੱਛੇ ਤੱਕਣ ਵਾਲੇ ਹਾਂ। ਤੇਰਾ ਜ਼ੁਲਮ ਜੜ੍ਹਾਂ ਤੋਂ ਪੁੱਟ ਦੇਣਾ, ਤੇਰਾ ਝੂਠ ਪਤਾਲੀ ਸੁੱਟ ਦੇਣਾ। ਅਸੀਂ ਸਿਦਕਾਂ ਦੇ ਰਖਵਾਲੇ ਹਾਂ, ਕਦ ਏਦਾਂ ਟੁੱਟਣ ਵਾਲੇ ਹਾਂ। बहुत क्या क्या बात है, क्या बात है जी। ਜੀ ਮਿਹਰਬਾਨੀ। ਤੇਰਾ ਜ਼ੁਲਮ ਜੜ੍ਹਾਂ ਤੋਂ ਪੁੱਟ ਦੇਣਾ, ਤੇਰਾ ਝੂਠ ਪਤਾਲੀ ਸੁੱਟ ਦੇਣਾ। ਅਸੀਂ ਸਿਦਕਾਂ ਦੇ ਰਖਵਾਲੇ ਹਾਂ, ਕਦ ਏਦਾਂ ਟੁੱਟਣ ਵਾਲੇ ਹਾਂ। ਸਾਡੇ ਪਿੱਛੇ ਗੁਰਦਸ਼ਮੇਸ਼ ਖੜਾ, ਹਰ ਭਗਤ ਖੜਾ, ਦਰਵੇਸ਼ ਖੜਾ। वाह वाह, सच्चो ਸਾਡੇ सच, ਪਿੱਛੇ, ਜੀ ਸ਼ੁਕਰੀਆ सच्चो सच। ਜੀ ਮਿਹਰਬਾਨੀ। ਸਾਡੇ ਪਿੱਛੇ ਗੁਰਦਸ਼ਮੇਸ਼ ਖੜਾ, ਹਰ ਭਗਤ ਖੜਾ, ਦਰਵੇਸ਼ ਖੜਾ। ਅਸੀਂ ਨਾਨਕ ਦੇ ਮਤਵਾਲੇ ਹਾਂ, ਕਦ ਜਬਰ ਸਹਾਰਨ ਵਾਲੇ ਹਾਂ। वाह वाह, वाह वाह, वाह वाह, ਹੁਣ ਬਣ ਗਏ ਹਾਂ ਵੰਗਾਰ ਅਸੀਂ, ਕਰਨੇ ਕਾਨੂੰਨ ਲੰਗਾਰ ਅਸੀਂ। ਹੁਣ ਬਣ ਗਏ ਹਾਂ ਵੰਗਾਰ ਅਸੀਂ, ਕਰਨੇ ਕਾਨੂੰਨ ਲੰਗਾਰ ਅਸੀਂ। ਸਿਰ ਤਲੀ ਤੇ ਰੱਖਣ ਵਾਲੇ ਹਾਂ, ਕਦ ਏਦਾਂ ਥੱਕਣ ਵਾਲੇ ਹਾਂ। वाह वाह, ਸਿਰ ਤਲੀ ਤੇ क्या ਰੱਖਣ बात है, ਵਾਲੇ ਹਾਂ, ਕਦ क्या ਏਦਾਂ बात है। ਥੱਕਣ ਵਾਲੇ ਹਾਂ। ਜੀ ਮਿਹਰਬਾਨੀ ਮਿਹਰਬਾਨੀ। ਨਾ ਕਿਸੇ ਤੇ ਕਰਦੇ ਜ਼ੁਲਮ ਅਸੀਂ, ਨਾ ਕਿਸੇ ਦਾ ਸਹਿੰਦੇ ਜ਼ੁਲਮ ਅਸੀਂ। ਨਾ ਕਿਸੇ ਤੇ ਕਰਦੇ ਜ਼ੁਲਮ ਅਸੀਂ,
ਨਾ ਕਿਸੇ ਦਾ ਸਹਿੰਦੇ ਜ਼ੁਲਮ ਅਸੀਂ, ਤੇਗਾਂ ਤੀਰਾਂ ਦੇ ਪਾਰੇ ਹਾਂ, ਕਦ ਏਦਾਂ ਹਾਰਨ ਵਾਲੇ ਹਾਂ। ਨਾ ਕਿਸੇ ਤੇ ਕਰਦੇ ਜ਼ੁਲਮ ਅਸੀਂ, ਨਾ ਕਿਸੇ ਦਾ ਸਹਿੰਦੇ ਜ਼ੁਲਮ ਅਸੀਂ, ਤੇਗਾਂ ਤੀਰਾਂ ਦੇ ਪਾਲੇ ਹਾਂ, ਕਦ ਏਦਾਂ ਹਾਰਨ ਵਾਲੇ ਹਾਂ। ਤੂੰ ਜ਼ੁਲਮ ਲਵੀਂ ਅਜਮਾ ਦਿਲੀਏ, ਭਾਵੇਂ ਰੋਕੀ ਸਾਡੇ ਰਾਹ ਦਿਲੀਏ, ਅਸੀਂ ਪਰਬਤ ਟੱਪਣ ਵਾਲੇ ਹਾਂ, ਕਦ ਏਦਾਂ ਟੱਪਣ ਵਾਲੇ ਹਾਂ, ਕਦ ਏਦਾਂ ਹਾਰਨ ਵਾਲੇ ਹਾਂ, ਕਦ ਜਬਰ ਸਹਾਰਨ ਵਾਲੇ ਹਾਂ, ਅਸੀਂ ਕਦ ਮੁੱਕਣ ਵਾਲੇ ਹਾਂ, ਅਸੀਂ ਕਦ ਟੁੱਟਣ ਜੀ। ਬਹੁਤ ਖੂਬਸੂਰਤ, ਬਹੁਤ ਵਧੀਆ। ਜਿਸ ਤਰ੍ਹਾਂ ਦੀ ਤੁਹਾਡੇ ਤੋਂ ਉਮੀਦ ਸੀ ਉਸੇ ਤਰ੍ਹਾਂ ਦੇ ਰੰਗ ਤੁਸੀਂ ਸਾਡੇ ਸਾਹਮਣੇ ਪੇਸ਼ ਕੀਤੇ ਨੇ। ਅਗਲੇ ਸ਼ਹਿਰਾਂ ਨੂੰ ਬੇਨਤੀ ਹੈ ਕਿ ਸਮੇਂ ਦਾ ਥੋੜਾ ਜਿਹਾ ਖਿਆਲ ਰੱਖਿਓ ਤਾਂ ਕਿ ਬਾਅਦ ਦੇ ਵਿੱਚ ਸਮਾਂ ਸੁੰਗੜ ਨਾ ਜਾਵੇ। ਇਹ ਇਲਤਜਾ ਤੁਹਾਨੂੰ ਸਾਰਿਆਂ ਨੂੰ। ਤੇ ਹੁਣ ਆਪਾਂ ਲਹਿੰਦੇ ਪੰਜਾਬ ਵੱਲ ਚੱਲਦੇ ਹਾਂ, ਜਿਹੜਾ ਸਾਡੇ ਹਯਾਤੀ ਦਾ ਇੱਕ ਹਿੱਸਾ ਹੈ। ਬਾਬੂ ਰਜ਼ਬ ਅਲੀ ਦਾ ਪੰਜਾਬ, ਬਾਬੇ ਨਾਨਕ ਦਾ ਪੰਜਾਬ, ਜਮਲੇ ਜੱਟ ਦਾ ਪੰਜਾਬ, ਆਲਮ ਲੋਹਾਰ ਦਾ ਪੰਜਾਬ, ਬੁੱਲੇ ਸ਼ਾਹ ਦਾ ਪੰਜਾਬ, ਉਸ ਪੰਜਾਬ ਦਾ ਇੱਕ ਰੰਗ ਸੁਹੇਲ ਪ੍ਰਵਾਜ਼ ਜੀ ਹੋਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪੇਸ਼ ਕਰਨਗੇ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਮੈਂ ਬਹੁਤ ਜ਼ਿਆਦਾ ਧੰਨਵਾਦੀ ਜੀ ਤੁਹਾਡਾ, ਜਿਨ੍ਹਾਂ ਨੇ ਮੇਰੇ ਵਰਗੇ ਨਿਮਾਣੇ ਤੇ ਨਿਕੰਮੇ ਨੂੰ ਇਹ ਮੌਕਾ ਬਖਸ਼ਿਆ ਕਿ ਮੈਂ ਤੁਹਾਡੇ ਮੰਚ ਤੇ ਆ ਕੇ ਕੁਝ ਮੈਂ ਪੜ੍ਹ ਸਕਾਂ, ਵਰਨਾ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਹੈਗਾ। ਜੀ ਜੀ, ਵੈਲਕਮ ਹੈ ਸਰ। ਤੇ ਇਹ ਤੁਹਾਡਾ ਵੱਡਾਪਨ, ਮੈਂ ਸਲੂਟ ਕਰਦਾ ਜੀ ਤੁਹਾਡੇ ਵੱਡੇਪਨ ਨੂੰ। ਤੇ ਜਿਸ ਤਰ੍ਹਾਂ ਕਿ ਬਹੁਤ ਵੱਡੇ ਵੱਡੇ ਨਾਮ, ਬਹੁਤ ਵੱਡੇ ਵੱਡੇ ਸ਼ਾਇਰਾਂ ਦੇ ਨਾਮ ਨੇ ਇਸ ਲਿਸਟ ਦੇ ਵਿੱਚ, ਤੇ ਮੈਨੂੰ ਤੇ ਆਪਣਾ ਬਹੁਤ ਨਿਮਾਣਾ ਲੱਗਦਾ ਪਿਆ ਜੇ। ਤੇ ਫਿਰ ਵੀ ਥੋੜਾ ਹੌਸਲਾ ਜੁਰਤ ਕਰਾਂਗਾ ਚੰਦ ਲਫ਼ਜ਼ ਕਹਿ ਦੇਣ ਦੀ, ਤੁਹਾਨੂੰ ਪਸੰਦ ਆਣਗੇ ਇਨਸ਼ਾਅੱਲਾ। ਨਹੀਂ, ਕੋਈ ਵੱਡਾ ਛੋਟਾ ਨਹੀਂ, ਸਭ ਬੜੇ ਹੀ ਹੈ ਇੱਥੇ। ਜੀ ਬਹੁਤ ਸ਼ੁਕਰੀਆ ਸਫੀ ਹਯਾਤ ਜੀ, ਬਹੁਤ ਸ਼ੁਕਰੀਆ ਨਵਰੀਤ ਕੌਰ ਜੀ, ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ, ਮੇਰਾ ਨਾਮ ਸੁਹੇਲ ਪ੍ਰਵਾਜ਼ ਹੈ ਔਰ ਮੈਂ ਲਾਇਲਪੁਰ ਸਿਟੀ, ਜਿੱਥੇ ਦੇ ਭਗਤ ਸਿੰਘ ਜੀ ਸਨ, ਮੈਂ ਉਸ ਸ਼ਹਿਰ ਦਾ ਵਾਸੀ, ਲਾਇਲਪੁਰ ਤੋਂ, ਲਹਿੰਦਾ ਪੰਜਾਬ, ਪਾਕਿਸਤਾਨ। ਤੇ ਪਿਛਲੇ ਕੋਈ 5 ਸਾਲ ਤੋਂ ਮੈਂ KSA ਸਾਊਦੀ ਅਰੇਬੀਆ ਵਿੱਚ ਮੁਕੀਮ ਹਾਂ ਜੀ। ਤੇ ਮਤਲਬ ਮੈਂ ਇਸ ਜਗ੍ਹਾ ਤੋਂ ਫਿਰ ਤੁਹਾਡੇ ਨਾਲ ਇਸ ਟਾਈਮ ਰੂਬਰੂ ਹਾਂ। ਤੇ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ, ਆਨਲਾਈਨ ਮੈਂ ਕਹਿ ਰਿਹਾ, ਰਿਕਾਰਡਿੰਗ 'ਚ ਹੀ ਕਹਿ ਰਿਹਾ, ਕਿ ਅਜਮਲ ਵੀਰ ਜੀ ਦਾ ਬਹੁਤ ਸ਼ੁਕਰਗੁਜ਼ਾਰ ਮੈਂ ਹੁੰਨਾ ਜੀ, ਉਹਨਾਂ ਦਾ, ਜਿਨ੍ਹਾਂ ਨੇ ਮੇਰਾ ਨਾਮ, ਮੇਰੇ ਵਰਗੇ ਦਾ ਨਾਮ ਦਿੱਤਾ ਔਰ ਡਾਕਟਰ ਸਾਹਿਬ ਨੇ ਮੈਨੂੰ ਕਬੂਲ ਕੀਤਾ। ਤੇ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਜੀ ਤੁਹਾਡਾ, ਮੈਂ ਹੱਥ ਜੋੜੀ ਖੜਾ ਜੀ। ਜੀ ਜੀ ਪਲੀਜ਼। ਤੇ ਹੁਣ ਆਪਾਂ ਆਉਂਦੇ ਹਾਂ ਜੀ ਆਪਣੇ ਕਲਾਮ ਵੱਲ। ਇੱਕ ਛੋਟਾ ਜਿਹਾ ਕਲਾਮ, ਬਹੁਤ ਜ਼ਿਆਦਾ ਮੈਂ ਟਾਈਮ ਵੇਸਟ ਨਹੀਂ ਕਰਾਂਗਾ ਤਾਂ ਕਿ ਦੂਸਰੇ ਲੋਕਾਂ ਨੂੰ ਪ੍ਰੋਪਰ ਟਾਈਮ ਮਿਲ ਸਕੇ ਆਪਣੀ ਗੱਲ ਔਰ ਕਲਾਮ ਸੁਣਾने ਦਾ। ਤੇ ਮੇਰੇ ਕਲਾਮ ਦੇ ਅੰਦਰ ਜਿਤਨੇ ਲੋਕ ਸਾਡੇ ਸੰਘਰਸ਼, ਜਿਤਨੇ ਲੋਕ ਸਾਡੇ ਦਿੱਲੀ ਦੇ ਵਿੱਚ ਬੈਠੇ ਹੈ, ਜਿਨ੍ਹਾਂ ਨੇ ਦਿੱਲੀ ਘੇਰੀ ਹੋਈ ਹੈ, ਉਹਨਾਂ ਨੂੰ, ਉਹਨਾਂ ਦੇ ਜਜ਼ਬੇ, ਉਹਨਾਂ ਦੇ ਹੌਸਲੇ ਨੂੰ ਸਲੂਟ ਵੀ ਹੈ ਔਰ ਉਹਨਾਂ ਦਾ ਜਜ਼ਬਾ ਵੀ ਵਧਾ ਦੇਗਾ ਇਨਸ਼ਾਅੱਲਾ, ਰੱਬ ਖੈਰ ਰੱਖੇ। ਜੀ ਜੀ। ਲਿਖਿਆ ਸੀ ਜੀ ਕਿ ਤੁਹਾਡੀ ਇਜਾਜ਼ਤ ਨਾਲ ਡਾਕਟਰ ਸਾਹਿਬ? ਜੀ ਜੀ ਜੀ, ਬਿਲਕੁਲ ਬਿਲਕੁਲ। ਘਬਰਾਉਂਦੇ ਨਹੀਂ ਔਕੜ ਪੈ ਜੇ ਜਦ ਜਵਾਨਾਂ ਤੇ, ਘਬਰਾਉਂਦੇ ਨਹੀਂ ਔਕੜ ਪੈ ਜੇ ਜਦ ਜਵਾਨਾਂ ਤੇ, ਖੇਤੀ ਨੂੰ ਬਚਾਉਣ ਲਈ ਖੇਡ ਜਾਂਦੇ ਜਾਨਾਂ ਤੇ। ਘਬਰਾਉਂਦੇ ਨਹੀਂ ਔਕੜ ਪੈ ਜੇ ਜਦ ਜਵਾਨਾਂ ਤੇ, ਖੇਤੀ ਨੂੰ ਬਚਾਉਣ ਲਈ ਖੇਡ ਜਾਂਦੇ ਜਾਨਾਂ ਤੇ। ਹਾਕਮਾਂ ਚੌੜ ਤੇਰੀ ਬੰਦੂਕਾਂ ਟੈਂਕਾਂ ਹੰਝੂ ਗੈਸਾਂ ਨੇ, ਹਾਕਮਾਂ ਚੌੜ ਤੇਰੀ ਬੰਦੂਕਾਂ ਟੈਂਕਾਂ ਹੰਝੂ ਗੈਸਾਂ ਨੇ, ਸਾਨੂੰ ਮਾਂ ਨੇ ਦਿੱਤੀਆਂ ਨਾਨਕ ਦੀਆਂ ਕਿਰਪਾਨਾਂ ਤੇ, ਸਾਨੂੰ ਮਾਂ ਨੇ ਦਿੱਤੀਆਂ ਨਾਨਕ ਦੀਆਂ ਕਿਰਪਾਨਾਂ ਤੇ। ਕੀ ਬਾਤ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਜੋ ਵੜਿਆ ਪੈਲੀ ਸਾਡੀ ਧੜ ਤੇ ਧੌਣ ਨਹੀਂ ਰਹਿਣੀ, ਜੋ ਵੜਿਆ ਪੈਲੀ ਸਾਡੀ ਧੜ ਤੇ ਧੌਣ ਨਹੀਂ ਰਹਿਣੀ, ਆਂਚ ਕਦੇ ਆਉਣ ਨਹੀਂ ਦਿੱਤੀ ਦਸਤਾਰ ਦੀਆਂ ਸ਼ਾਨਾਂ ਤੇ, ਆਂਚ ਕਦੇ ਆਉਣ ਨਹੀਂ ਦਿੱਤੀ ਦਸਤਾਰ ਦੀਆਂ ਸ਼ਾਨਾਂ ਤੇ। ਨਾ ਹੱਕ ਕਿਸੇ ਨੂੰ ਖਾਵਣ ਦੇਣਾ, ਨਾ ਹੱਕ ਖਾਦਾ ਏ, ਨਾ ਹੱਕ ਕਿਸੇ ਨੂੰ ਖਾਵਣ ਦੇਣਾ, ਨਾ ਹੱਕ ਖਾਦਾ ਏ। ਇਹ ਲਿਖਿਆ ਸਾਡੇ ਗ੍ਰੰਥ ਤੇ ਗੁਰਬਾਣਾ ਤੇ, ਇਹ ਲਿਖਿਆ ਸਾਡੇ ਗ੍ਰੰਥ ਤੇ ਗੁਰਬਾਣਾ ਤੇ। ਕੀ ਬਾਤ। ਬਹੁਤ ਸ਼ੁਕਰੀਆ, ਬਹੁਤ ਵਧੀਆ ਜੀ, ਬਹੁਤ ਅੱਛਾ, ਬਹੁਤ ਸ਼ੁਕਰੀਆ ਸਰਕਾਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਹ ਸਿੰਘ ਸੂਰਮਿਆਂ ਘੇਰ ਲਈ ਤੇਰੀ ਸਰਕਾਰੀ ਦਿੱਲੀ, ਇਹ ਸਿੰਘ ਸੂਰਮਿਆਂ ਘੇਰ ਲਈ ਤੇਰੀ ਸਰਕਾਰੀ ਦਿੱਲੀ, ਜ਼ਿਮੀਦਾਰਾਂ ਤੇਰਾ ਤਖਤ ਹਲਾਇਆ ਹਿੱਕ ਦੀਆਂ ਸ਼ਾਨਾਂ ਤੇ,
ਜ਼ਿਮੀਦਾਰਾਂ ਤੇਰਾ ਤਖਤ ਹਲਾਇਆ, ਹਿੱਕ ਦੀਆਂ ਸ਼ਾਨਾਂ ਤੇ ਦੁਨੀਆ ਭਰ ਦੇ ਅੱਜ ਪੰਜਾਬੀ ਇੱਕ ਮੁੱਠ ਹੋਏ ਨੇ। ਵਾਹ ਵਾਹ। ਦੁਨੀਆ ਭਰ ਦੇ ਅੱਜ ਪੰਜਾਬੀ ਇੱਕ ਮੁੱਠ ਹੋਏ ਨੇ, ਇਹ ਜੱਥੇ ਨੇ ਭਾਰਾ ਪੈਣਾ ਤੇਰੀ ਕਾਰਸਤਾਨਾਂ ਤੇ। ਕਿਆ ਬਾਤ। ਇਹ ਜੱਥੇ ਨੇ ਭਾਰਾ ਪੈਣਾ ਤੇਰੀ ਕਾਰਸਤਾਨਾਂ ਤੇ, ਪਿਆਰ ਨਾਲ ਸਮਝਾਇਆ ਸਾਡੇ ਨਾਲ ਸਿੰਘ ਫਸਾਵੀਂ ਨਾ। ਪਿਆਰ ਨਾਲ ਸਮਝਾਇਆ ਸਾਡੇ ਨਾਲ ਸਿੰਘ ਫਸਾਵੀਂ ਨਾ, ਹੁਣ ਗੱਜਿਆ ਪੁੱਤ ਪੰਜਾਬੀ ਦਾ ਧਮਕ ਪੈਣੀ ਅਸਮਾਨਾਂ ਤੇ। ਪਿਆਰ ਨਾਲ ਸਮਝਾਇਆ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਪਿਆਰ ਨਾਲ ਸਮਝਾਇਆ ਸਾਡੇ ਨਾਲ ਸਿੰਘ ਫਸਾਵੀਂ ਨਾ, ਹੁਣ ਗੱਜਿਆ ਪੁੱਤ ਪੰਜਾਬੀ ਦਾ ਧਮਕ ਪੈਣੀ ਅਸਮਾਨਾਂ ਤੇ। ਤੇਰੇ ਸਾਰੇ ਕੀਤੇ ਵਾਅਦੇ ਲਾਰੇ ਹੋ ਗਏ ਨੇ। ਤੇਰੇ ਸਾਰੇ ਕੀਤੇ ਵਾਅਦੇ ਲਾਰੇ ਹੋ ਗਏ ਨੇ, ਹੱਕ ਕਿਸਾਨ ਲੈਣਾ ਵਿਸ਼ਵਾਸ ਨਹੀਂ ਤੇਰੀ ਜ਼ੁਬਾਨਾਂ ਤੇ। ਹੱਕ ਕਿਸਾਨ ਲੈਣਾ ਵਿਸ਼ਵਾਸ ਨਹੀਂ ਤੇਰੀ ਜ਼ੁਬਾਨਾਂ ਤੇ, ਭਗਤ ਸਰਾਬੇ ਜਿਹੇ ਸ਼ਹੀਦਾਂ ਇਤਿਹਾਸ ਲਿਖਿਆ ਏ। ਭਗਤ ਸਰਾਬੇ ਜਿਹੇ ਸ਼ਹੀਦਾਂ ਇਤਿਹਾਸ ਲਿਖਿਆ ਏ, ਕਿਸਾਨ ਏਕਤਾ ਜ਼ਿੰਦਾਬਾਦ, ਮਰਦ ਇੱਕ ਦਿਨ ਜਾਣਾ ਤੇ। ਕਿਸਾਨ ਏਕਤਾ ਜ਼ਿੰਦਾਬਾਦ, ਮਰਜ ਇੱਕ ਦਿਨ ਜਾਣਾ ਤੇ। ਅਮਨ ਸ਼ਾਂਤੀ ਚਾਹੁੰਦੇ ਗੱਭਰੂ ਤੂੰ ਲਏ ਅੱਜ ਰੁਸਾ। ਅਮਨ ਸ਼ਾਂਤੀ ਚਾਹੁੰਦੇ ਗੱਭਰੂ ਤੂੰ ਲਏ ਅੱਜ ਰੁਸਾ, ਕਾਬੂ ਤੇਥੋਂ ਪੈਣਾ ਨਹੀਂ ਉੱਠੇ ਹੋਏ ਤੂਫਾਨਾਂ ਤੇ। ਕਿਆ ਬਾਤ ਹੈ, ਕਿਆ ਬਾਤ ਹੈ। ਅਮਨ ਸ਼ਾਂਤੀ ਚਾਹੁੰਦੇ ਗੱਭਰੂ ਤੂੰ ਲਏ ਅੱਜ ਰੁਸਾ। ਅਮਨ ਸ਼ਾਂਤੀ ਚਾਹੁੰਦੇ ਗੱਭਰੂ ਤੂੰ ਲਏ ਅੱਜ ਰੁਸਾ, ਕਾਬੂ ਤੇਥੋਂ ਪੈਣਾ ਨਹੀਂ ਉੱਠੇ ਹੋਏ ਤੂਫਾਨਾਂ ਤੇ। ਸ਼ੇਰ ਜਵਾਨੋ ਅਸਾਂ ਆਪਣਾ ਹੱਕ ਲੈਣ ਤੋਂ ਨਹੀਂ ਹਟਣਾ। ਸ਼ੇਰ ਜਵਾਨੋ ਅਸਾਂ ਆਪਣਾ ਹੱਕ ਲੈਣ ਤੋਂ ਨਹੀਂ ਹਟਣਾ, ਗਰਵ ਹੈ ਅੱਜ ਪਰਵਾਜ਼ ਨੂੰ ਪੰਜਾਬੀ ਵੀਰ ਕਿਸਾਨਾਂ ਤੇ। ਸ਼ੇਰ ਜਵਾਨੋ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦੀ ਜੀ। ਸ਼ੇਰ ਜਵਾਨੋ ਅਸਾਂ ਆਪਣਾ ਹੱਕ ਲੈਣ ਤੋਂ ਨਹੀਂ ਹਟਣਾ, ਗਰਵ ਹੈ ਅੱਜ ਪਰਵਾਜ਼ ਨੂੰ ਪੰਜਾਬੀ ਵੀਰ ਕਿਸਾਨਾਂ ਤੇ। ਘਬਰਾਉਂਦੇ ਨਹੀਂ ਔਕੜ ਪੈ ਜੇ ਜਦ ਜਵਾਨਾਂ ਤੇ, ਖੇਤੀ ਨੂੰ ਬਚਾਉਣ ਲਈ ਖੇਡ ਜਾਂਦੇ ਜਾਨਾਂ ਤੇ। ਬਹੁਤ ਵਧੀਆ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਇਹ ਸਨ ਸੁਹੇਲ ਪ੍ਰਵਾਜ਼ ਜੀ। ਤੇ ਇਸ ਤੋਂ ਬਾਅਦ ਫਿਰ ਆਪਾਂ ਇਧਰਲੇ ਪੰਜਾਬ ਵੱਲ ਪਰਤਦੇ ਹਾਂ। ਸਾਡੇ ਨਾਲ ਨੇ ਇਧਰਲੇ ਪੰਜਾਬ ਦੇ ਸੀਨੀਅਰ ਰਾਈਟਰ, ਸੀਨੀਅਰ ਪੋਇਟ, ਬਹੁਤ ਅੱਛੇ ਸ਼ਾਇਰ ਗੁਰਮੀਤ ਕਲਰ ਮਾਜਰੀ, ਜਿਹੜੇ ਬਹੁਤ ਲੰਮਾ ਸਮਾਂ ਹਾਸ਼ੀਆ ਮੈਗਜ਼ੀਨ ਵੀ ਕੱਢਦੇ ਰਹੇ ਨੇ। ਹੁਣ ਫਿਰ ਇਹਨਾਂ ਨੇ ਦੁਬਾਰਾ ਹਾਸ਼ੀਆ ਸ਼ੁਰੂ ਕੀਤਾ ਹੈ ਤੇ ਅਗਲੇ ਦਿਨਾਂ ਦੇ ਵਿੱਚ ਆਪਾਂ ਹਾਸ਼ੀਏ ਦਾ ਨਵਾਂ ਅੰਕ ਵੀ ਸਾਡੇ ਹੱਥਾਂ ਦੇ ਵਿੱਚ ਦੇਖਾਂਗੇ। ਡਾਕਟਰ ਗੁਰਮੀਤ ਕਲਰ ਮਾਜਰੀ ਜੀ, ਤੁਸੀਂ ਆਪਣਾ ਮਾਈਕ ਔਨ ਕਰ ਲਓ ਪਲੀਜ਼। ਤੁਸੀਂ ਮਿਊਟ ਕੀਤਾ ਹੋਇਆ ਆਪਣਾ ਮਾਈਕ। ਤੁਹਾਡਾ ਮਾਈਕ ਬੰਦ ਹੈ ਸਰ, ਮਾਈਕ ਇੱਕ ਵਾਰੀ। ਬਲਕਾਰ ਸਿੰਘ ਸਰ ਨਾਲ ਨਵੇਂ ਜੁਆਇਨ ਕੀਤੇ ਨੇ, ਪਲੀਜ਼ ਆਪਣਾ ਮਾਈਕ ਬੰਦ ਕਰ ਲਓ ਜੀ। ਕਲਰ ਮਾਜਰੀ ਸਾਹਿਬ ਆਪਣਾ ਮਾਈਕ ਖੋਲ ਲਓ ਤੁਸੀਂ। ਤੁਹਾਡਾ ਇੱਥੇ ਮੋਬਾਈਲ ਤੋਂ ਬਟਨ ਹੈ ਜੀ ਸਰ ਇੱਕ ਮਿਊਟ ਦਾ, ਉਹਨੂੰ ਅਨਮਿਊਟ ਕਰ ਲਓ, ਉਹਨੂੰ ਦੱਬੋ ਜੀ। ਨਹੀਂ ਹੋਇਆ, ਤੁਸੀਂ ਬੱਚੇ ਨੂੰ ਬੁਲਾਓ ਜਿਹੜਾ ਤੁਹਾਡਾ ਐਕਸਪਰਟ ਹੈ। ਅੱਜ ਕੱਲ ਨਵੀਂ ਪੀੜ੍ਹੀ ਸਾਨੂੰ ਪੁਰਾਣੀ ਪੀੜ੍ਹੀ ਵਾਲਿਆਂ ਨੂੰ ਸਿਖਾਉਂਦੀ ਹੈ ਬਹੁਤ ਕੁਛ। ਅਸੀਂ ਇਹਨੇ ਅਗਲੇ ਪੁਆਇੰਟ ਦੇ ਰੂਬਰੂ ਹੁੰਦੇ ਆ। ਫਿਰ ਅਸੀਂ ਇੱਕ ਵਾਰ ਲਹਿੰਦੇ ਪੰਜਾਬ ਦੇ ਸ਼ਾਇਰ ਗੁਲਫਾਮ ਨਜ਼ੀਰ ਚੀਮਾ ਹੋਰਾਂ ਦਾ ਸਵਾਗਤ ਕਰਦੇ ਹਾਂ। ਚੀਮਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸੰਘਰਸ਼ਾਂ ਦੇ ਦੌਰ ਵਿੱਚ ਸ਼ਾਇਰੀ ਦਾ ਕਿਹੜਾ ਰੰਗ ਤੁਸੀਂ ਸਾਡੇ ਨਾਲ ਅੱਜ ਸਾਂਝਾ ਕਰੋਗੇ। ਵੈਲਕਮ ਸਰ, ਤੁਹਾਡਾ ਬਹੁਤ ਬਹੁਤ ਜੀ। ਮੈਂ ਜੀ ਡਾਕਟਰ ਕੁਲਦੀਪ ਸਿੰਘ ਦੇਵ ਜੀ ਦਾ ਬਹੁਤ ਧੰਨਵਾਦੀ ਹਾਂ ਤੇ ਮੈਂ ਵੀ ਅਜਮਲ ਵੀਰੇ ਸਾਹਿਬ ਦਾ ਨਾਮ ਲਾਵਾਂਗਾ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਪੇਸ਼ ਹੋਇਆ। ਮੈਂ ਜੀ ਸਿਆਲਕੋਟ ਜੀ ਲਹਿੰਦੇ ਪੰਜਾਬ ਤੋਂ ਇੱਕ ਵਾਰੀ ਤੁਸੀਂ ਹੁਣ ਇਹਨਾਂ ਤੋਂ ਬਾਅਦ ਤੁਹਾਨੂੰ ਲੈਣੇ ਜੀ ਪਲੀਜ਼ ਜੀ। ਮੈਂ ਜੀ ਲਹਿੰਦੇ ਪੰਜਾਬ ਦੇ ਸ਼ਹਿਰ ਸਿਆਲਕੋਟ ਤੋਂ ਤਲਕ ਰੱਖਣਾ ਤੇ ਪੰਜਾਬੀ ਅਦਬ ਨਾਲ ਜਿਹੜਾ ਥੋੜਾ ਬਹੁਤ ਤਲਕ ਹੈ। ਉਸ ਤੋਂ ਇਲਾਵਾ ਸਾਂਝੀ ਬੈਠਕ ਪੰਜਾਬ ਦੀ ਅਸੀਂ ਸ਼ਾਮ ਨੂੰ ਇੱਕ ਪ੍ਰੋਗਰਾਮ ਕਰਦੇ ਹਾਂ, ਜਿਹਦੇ ਵਿੱਚ ਅਸੀਂ ਜਿਹੜਾ ਨਾ ਦੋਨਾਂ ਪੰਜਾਬਾਂ ਦੇ ਜਿਹੜੇ ਸਾਰੇ ਬੰਦੇ ਅਸੀਂ ਜਿਹੜਾ ਨਾ ਲਾਈਨ ਹੁੰਦਾ
मैं एक छोटी जी कविता तुहाडे नाल सारे नाल सांझी करांगा, उम्मीद है कि तुहानू पसंद आएगी। इरशाद। तू हल जोतनी छड्डी, तू मोंडियों लाई कई। तू हल जोतनी छड्डी, तू मोंडियों लाई कई। तू सचरी छड़ के चलियो, तू आन के खानी बई। क्या बात है, बहुत अच्छे। जी चीमा साहब। हैंग हो गया लगता है। जी 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 मैं दोबारा शुरू करना। तू हल जोतनी छड्डी, तू मोंडियों लाई कई। तू सजरी छड़ के चलियो, तू आन के खानी बई। तू इज्जतां लभन टुरिया, तू अणख भी लई गवा। वाह वाह। तू बहुत अच्छे। इज्जतां लभन टुरिया, तू अणख भी लई गवा। तू गैरां सामने चुकिया, गल पा के टुकदा फा। तू गैरां सामने चुकिया, गल पा के टुकदा फा। तू खेतां दा सी राजा, तू खेतां दा सी राजा, तेरे सिर सजदी दस्तार। तू धरती मां दा लाडला, तेनू जग आखे सरदार। तू धरती मां दा लाडला, तेनू जग आखे सरदार। क्या बात है। उठ वेख जवाना वधिया, अज तेरी पग वल कौन। उठ वेख जवाना वधिया, अज तेरी पग वल कौन। जिउंदी जाने टुरिया, हुण आपे अग वल कौन। कौन टुरेगा सच नाल, ते जुड़िया ठग नाल कौन। अज एक कमीन शूदर ने तेरी अणख दिती ललकार। तू धरती मां दा लाडला, तेनू जग आखे सरदार। क्या बात, बहुत धरती मां दा लाडला, तेनू जग आखे सरदार। क्या बात। पहला गोरा बीसी कढ़िया, बहुत बढ़िया। पहले गोरा बीसी कढ़िया, सब दे के लाग लगान। वाह वाह। पहला गोरा बीसी कढ़िया, सब दे के लाग लगान। अज गोरे दा पिट्ठू आया, बन के फिर प्रधान। तू खीर पकाई संगनी, ते रल आगे कुत्ते खान। अज बह के दिल्ली बार्डर ते लै अगला वेला शिंगार। तू धरती मां दा लाडला, तेनू जग आखे सरदार। तू धरती मां दा लाडला, तेनू जग आखे सरदार। बहुत क्या बात, क्या बात, बहुत अच्छा। जी शुक्रिया जी। बहुत अच्छा, ਤੁਸੀਂ ਬਹੁਤ ਅੱਛੀ ਕਵਿਤਾ ਪੜ੍ਹੀ ਤੇ ਤੁਸੀਂ ਸਾਂਝੀ ਬੈਠਕ ਪੰਜਾਬ ਦੀ ਨੂੰ ਵੀ ਰਿਪਰੈਜ਼ੈਂਟ ਕੀਤਾ ਇੱਥੇ। ਤੁਹਾਡਾ ਇਸ ਲਈ ਵੀ ਧੰਨਵਾਦ ਬਹੁਤ ਬਹੁਤ। ਇਹ ਸਾਂਝ ਬਣੀ ਰਹੇ ਇਸ ਤਰ੍ਹਾਂ। ਤੁਸੀਂ ਬਹੁਤ ਸਾਰੇ ਇੱਧਰਲੇ ਕਵੀਆਂ ਨੂੰ ਉਧਰ ਰੂਬਰੂ ਕਰਦੇ ਹੋ ਤੇ ਬਾਬਾ ਤੇ ਅਜਮਲ ਸਾਹਿਬ ਵੀ ਮੈਨੂੰ ਹੁਣ ਬਹੁਤ ਯਾਦ ਆ ਰਹੇ ਨੇ ਇਸ ਵੇਲੇ। ਬਹੁਤ ਖੂਬਸੂਰਤ ਪ੍ਰੋਗਰਾਮ ਹੁੰਦਾ ਉਹ। ਮੈਂ ਬਾਕੀ ਦੋਸਤਾਂ ਨੂੰ ਵੀ ਬੇਨਤੀ ਕਰੂ ਜਿਹਨਾਂ ਨਹੀਂ ਦੇਖਿਆ ਉਹ ਸਾਂਝੀ ਬੈਠਕ ਪੰਜਾਬ ਦੀ ਜ਼ਰੂਰ ਦੇਖਣ। ਇਸ ਤੋਂ ਬਾਅਦ ਅਸੀਂ ਸ਼ਡਿਊਲ ਦੇ ਮੁਤਾਬਕ ਡਾਕਟਰ ਗੁਰਮੀਤ ਕਲਰ ਮਾਜਰੀ ਹੋਰਾਂ ਨੂੰ ਲੈਣਾ ਸੀ, ਪਰ ਇਹਨਾਂ ਤੋਂ ਪਹਿਲਾਂ ਅਸੀਂ ਡਾਕਟਰ ਵਿਨੀਤ ਤਿਵਾੜੀ ਹੋਰਾਂ ਨੂੰ ਲੈ ਰਹੇ ਹਾਂ। ਡਾਕਟਰ ਵਿਨੀਤ ਤਿਵਾੜੀ ਸਾਹਿਬ ਇੰਦੌਰ ਤੋਂ ਸਾਡੇ ਨਾਲ ਨੇ। ਪ੍ਰਗਤੀਸ਼ੀਲ ਲੇਖ ਸੰਘ ਭਾਰਤ ਦੇ ਜਨਰਲ ਸਕੱਤਰ ਨੇ। ਬਹੁਤ ਅੱਛੇ ਚਿੰਤਕ ਨੇ, ਬਹੁਤ ਸਾਰੇ ਪ੍ਰੋਗਰਾਮ ਕਰਦੇ ਨੇ ਪ੍ਰਗਤੀਸ਼ੀਲ ਦੇ ਫਰੰਟ ਤੋਂ। ਪ੍ਰਗਤੀਸ਼ੀਲ ਲੇਖ ਸੰਘ ਭਾਰਤ ਜਿਹਨੂੰ ਮਾਣ ਹੈ ਮੁਨਸ਼ੀ ਪ੍ਰੇਮਚੰਦ ਹੋਰਾਂ ਦੀ ਅਗਵਾਈ ਦੇ ਵਿੱਚ ਪਹਿਲੀ ਵਾਰ ਬਣਿਆ ਸੀ ਤੇ ਅੱਜ ਉਸ ਨੂੰ ਪੂਰੇ ਭਾਰਤ ਦੇ ਵਿੱਚ ਰਨ ਕਰਨ ਵਾਲੇ, ਪੂਰੇ ਭਾਰਤ ਦੇ ਵਿੱਚ ਚਲਾਉਣ ਵਾਲੇ ਡਾਕਟਰ ਵਿਨੀਤ ਤਿਵਾਰੀ ਜੀ ਨਾਲ ਨੇ। डॉक्टर विनीत तिवारी साहब, आपका बहुत बहुत स्वागत है सर। डॉक्टर विनीत सर। आज नहीं विनीत सर, आपकी आवाज नहीं आ रही सर। एक बार अपनी आवाज चेक करो। हाँ विनीत सर, आपकी आवाज नहीं आ रही। दो पॉइंट असी
ਹਿੰਦੀ ਵਾਲੇ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਦੇ ਵਿੱਚੋਂ ਕੁਮਾਰ ਅੰਬੁਲ ਸਾਹਿਬ, ਉਹਨਾਂ ਨੂੰ ਕੋਈ ਐਮਰਜੈਂਸੀ ਹੋ ਗਈ, ਉਹਨਾਂ ਦੇ ਫਾਦਰ ਸਾਹਿਬ ਬਿਮਾਰ ਹੋ ਗਏ, ਉਹਨਾਂ ਨੂੰ ਜਾਣਾ ਪੈ ਗਿਆ ਹਸਪੀਟਲ ਦੇ ਵਿੱਚ। ਤੇ ਵਿੰਨੀ ਤਿਵਾਰੀ ਹੋਰੀ ਸਾਡੇ ਨਾਲ ਨੇ। ਚਲੋ ਤੁਸੀਂ ਆਵਾਜ਼ ਚੈੱਕ ਕਰੋ ਸਰ ਆਪਣੀ। ਜਦੋਂ ਤੁਹਾਡੀ ਆਵਾਜ਼ ਚੈੱਕ ਆ ਗਈ ਉਦੋਂ ਅਸੀਂ ਤੁਹਾਨੂੰ ਕੰਟੀਨਿਊ ਕਰ ਲਾਂਗੇ। ਗੁਰਮੀਤ ਕਲਰ ਮਾਜਰੀ सर सुन पा रहे हो? आपको आवाज आ रही है मेरी? आ गई जी, आ गई हुण आ गई। ठीक है। मैं दरअसल मैंने 2 जगह से लॉगिन कर लिया है। मैं मोबाइल से आप मेरा ऑडियो सुन पाएंगे और यहाँ पर मैं वीडियो से ज्वाइन किए हुए हूँ। क्या बात है, क्या बात है। ये है तकनीक का कमाल जी। हाँ जी। बहुत शुक्रिया आप सभी का, और मैं माफी चाहता हूँ कि ऐसे इतने कम वक्त में भी 1-2 मिनट का वक्फा ऐसे जाया हो गया मेरी वजह से। कोई बात नहीं सर, कोई बात। मैं दरअसल 2 करेक्शंस कर दूं अपने परिचय में। एक तो ये कि मैं जनरल सेक्रेटरी नहीं हूँ, नेशनल सेक्रेटेरिएट एक वन ऑफ द सेक्रेटरीज हूँ, नेशनल सेक्रेटरी डॉक्टर राइटर्स एसोसिएशन का। और इसके साथ ही मैं पिछले 11 वर्षों से इस आज हम जो बैठे हैं उस संदर्भ में एक परिचय बस जोड़ना चाहता हूँ कि पिछले 11 वर्षों से मैं देश के खेती के संकट पर ही काम कर रहा हूँ, छोटे किसानों, मझोले किसानों और खेत मजदूरों के नजरिए से। जाहिर है कि जब हम बात करते हैं तो केवल एक आपको तस्वीर देना चाहता हूँ कि देश की आधी जमीन जो खेती की है वो कुल जमा 10% से भी कम किसानों के पास है। और बाकी जो देश की आबादी है जो गांव में रहती है, जो 90 से 92% आबादी है, उसके पास बाकी की आधी जमीन है। तो ये गैर बराबरी का बंटवारा जो खेती के भीतर जमीन का बंटवारा रहा है, उससे जो आज संकट पैदा हुआ है वो भी जुड़ता है, और आगे भी इस तरह के संकट पैदा होते रहेंगे जब तक कि हम बराबरी की लड़ाई समाज के भीतर न लड़ लें। तो इस भूमिका के साथ में मैं अपनी एक कविता आपको सुनाता हूँ। थोड़ी सी लंबी है लेकिन मेरे ख्याल से 4 मिनट में खत्म हो जानी चाहिए। कोई बात नहीं सर, वेलकम। इसका उन्वान है, ये 2006 में हंस में छपी थी जी। इसका उन्वान है तिनकों की तरह। तिनकों की तरह। बुआई हम करते थे, निंदाई, गुड़ाई, दवाई, छिड़काव, सभी कुछ। छोटे छोटे पौधे जमीन से बाहर आते, हम उनका आंखें खोलना देखते, उनकी ठंड, गर्मी, छांव, पानी की जरूरतें हम समझते थे। उन खिलने वाले फूलों को हम अपने गोद के बच्चों की नाजुक नाक की तरह छूते, बदले में वे भी बच्चों जैसे ही किलकते। वाह। सरसों में उड़ाते और चने में अलसी, रंगों का मस्त जलवा देखने चांद खेतों पर थोड़ा नीचे उतर आता। क्या बात है, क्या बात है, बहुत खूब जी। रंगों का मस्त जलवा देखने, देखिए रंगों का जलवा ये कि हम सरसों में मटर उड़ाते, चने में तो रंगों का मस्त जलवा देखने चांद खेतों पर थोड़ा नीचे उतर आता। गेहूं पकाकर हमने गेहूं पकाकर हमने सोने की चमक सूरज को दिखाई। क्या वाह वाह, क्या बात, बहुत अच्छे, क्या बात। गेहूं पकाकर हमने सोने की चमक सूरज को दिखाई, हमने खेतों में कपास लगाकर गर्मी में बर्फ बिछाई। वाह वाह, बहुत बहुत खूबसूरत तिवारी जी, बहुत खूबसूरत। कटाई हम करते थे, बिनाई, दाएं, खलिहान, थ्रेसिंग, सभी कुछ। हर दाना हमें ही जानता था, हमारे खुरदुरे और सख्त हाथों में आकर हमारी भीतर धंसी आंखों में देखकर मुस्कुराता था। वाह 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 वाह। तौल पर चढ़ता था, तौल पर वजन चढ़ता था, हम अनाज उठाते थे, बोरे हम सिलते थे, लदाई हम करते थे। फिर कई दिनों तक दानों को गोदामों में भेजने के बाद हम बेवजह औरतों बच्चों पर चिड़चिड़ाते रहते थे। वे भी अनमने से बने रहते थे। क्या बात है। लेकिन
खेतों से गोदामों में पहुंचते ही, खेतों से गोदामों में पहुंचते ही अन्न के दानों की जातियां बन जाती थीं। वाह, दाने, बहुत अच्छे। फिर क्या वे बात। दान माई बापों की गालियों और एहसानों के साथ सहमते सहमते हमारे बच्चों की भूख को कभी कभार आधा अधूरा मिटाते थे। वाह क्या वाह 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 वाह। बहुत अच्छे, बहुत अच्छे। केदारनाथ सिंह की एक कविता है, उसकी पंक्ति से मिलता भी है थोड़ा, एक पंक्ति उनके प्रति मैं समर्पित करना चाहता हूँ। दाने हमारे पास ही रहना चाहते थे, दानों को रहने के लिए खेत चाहिए था और खेत बीज की मांग करते थे। हमारे पास ना खेत थे ना ही बीज, हम फिर नीचे झुक जाते थे और खेत की मिट्टी में आंसू पसीना मिला देते थे। क्या बात। क्या बात है, क्या बहुत बात खूब जी, बहुत बहुत खूब। अच्छे, बहुत बहुत अच्छे। अच्छे, बहुत अच्छे। अब यहाँ से एक ट्रांजिशन है। एक दिन अक्सर की तरह नीचे झुके हुए हमने जमीन पर उड़ती हुई परछाइयां देखी। वो धुआं जो धुंध में दूर किन्हीं चिमनियों से आ रहा था। तब कारखानों को हाथों की जरूरत थी और हम शहरों की ओर दौड़ पड़े। हमारे पसीने और खून से नोटों की फसल उगी। जैसे दानों की फसल में हमारा हिस्सा नहीं था, वैसे ही नोटों की फसल में भी जाहिर है। क्या बात है, क्या बात है, क्या बहुत बात। क्या बहुत बात अच्छे, है, बहुत बहुत अच्छे, बहुत अच्छे। बहुत खूब। बहुत खूबसूरत जी, बहुत मैं- खूबसूरत। शुक्रिया। शहरों में हम खुराक बने कारखानों की, और एक दिन हमने चिमनियों में उसी मकड़े को जाला बुनते देखा जिसने खेतों में भी दहशत फैलाई थी। फिर हमने देखा खुद को नोटिस चस्पा कारखाने के दरवाजे पर बेकार खड़े हुए। वाह वाह। जी शुक्रिया। वाह। हमने फावड़े चलाए, ईंटें जोड़ी, गिट्टी फोड़ी, चूल्हा जलाया, खोमचा लगाया, चाय की टपरी, हम्माली, पुताई, सुतारी, कबाड़ बीनी और भी न जाने कितने अपने बस जितने तमाम काम करते रहे। फिर भी हमें कामचोर ही कहा जाता रहा। वाह क्या वाह, क्या क्या बात। वाह वाह। सच जी सच। हमारी 5 फीट बाई 6 फीट की खोली को 7 बार तोड़ा गया। क्या बात। हमारी 5 फीट बाई 6 फीट की खोली को 7 बार तोड़ा गया, और हम रोए बिना चुपचाप अपने गीत भूलते रहे, अपनी भाषा। हमारा तांबई रंग गांव से शहर आकर स्लेटी हो गया। हम जो खुरदुरे थे और बहुत सख्त, खुद को बहुत मरगिल्ला और पिलपिला होता देखते रहे। चौराहों पर, होटलों पर, दारू के ठेकों के आसपास या फिर यूं ही सड़कों पर तेज रफ्तार गाड़ियों और इसकी उसकी गालियों से सुनते बचते हम शहरों में भीड़ बने। फिर बेकार कचरे के ढेर जो कभी कभार जमीन समतल करने के आए काम, वरना बने रहे सिर्फ हिकारत के हकदार। क्या बात। ये तीसरा हिस्सा है इसका, आखिरी। जी। दोपहर की धूप और कसैले अंधेरों में कई दिनों तक सूखते हुए। वाह वाह, क्या बात। दोपहर की धूप और कसैले अंधेरों में कई दिनों तक सूखते हुए, काम के इंतजार में ऊब से बेहद थके। एक दिन जब हमारे बच्चे कटी पतंग लूटने के लिए भूख भूलकर हमारी याददाश्त से थोड़ी दूर जा चुके थे। वाह। और सारे खूंटे तेज हवा में उखड़े जा रहे थे। हमने कचरे के तिनकों की तरह हल्का पाया खुद को, और हम सब उड़े उड़े हम सब, और अंधेरा फैलाने वाली मकड़े की रोशन आंखों में कांटों की तरह जाकर गच गए। बहुत अच्छे, क्या बात है, बहुत अच्छे, बहुत अच्छे, जबरदस्त, बहुत अच्छे अवनीत जी, बहुत बहुत अच्छे। अच्छे। एक पूरा इतिहास किसानी का आपकी कविता में हमें दिखाई दिया सर। जैसे आपका चिंतन है उसी प्रकार आपकी चिंतनशील कविता है। बहुत बहुत धन्यवाद सर। नाम पेश करता हूँ पाश की जमीन के और भगत सिंह की जमीन के जो साथी यहाँ पर बैठे हुए हैं, उनकी सोहबत में मुझे आज आने का मौका मिला। मेरा आप सबको इंकलाब जिंदाबाद और सलाम। जी सर, जिंदाबाद। तिवारी जी देखो मैं हाथ जोड़ खड़ा जी ਤੁਹਾਡੇ ਅੱਗੇ। क्या बात है, क्या सलाम सलाम जी। जी।
थैंक यू सर। तिवारी साहब आगे भी बने रहिएगा हमारे साथ, आपके बहाने कुछ और पोइट भी हमारे साथ आएंगे अगले प्रोग्रामों में, आपसे ये रिक्वेस्ट है। थैंक यू सर। ਹੁਣ ਅਸੀਂ ਚੱਲਦੇ ਹਾਂ ਡਾਕਟਰ ਗੁਰਮੀਤ ਕਲਰ ਮਾਜਰੀ ਹੋਰਾਂ ਕੋਲੇ, ਜਿਹੜੇ ਸਾਡੇ ਇੰਤਜ਼ਾਰ ਕਰ ਰਹੇ ਨੇ ਮੇਰੇ ਖਿਆਲ ਦੇ ਵਿੱਚ। ਦੁਬਾਰਾ ਫਿਰ ਤੁਹਾਡਾ ਮਾਈਕ ਇੱਕ ਵਾਰੀ ਚੈੱਕ ਕਰ ਲਓ ਸਰ ਫਟਾਫਟ। ਤੁਸੀਂ ਬੱਚੇ ਨੂੰ ਆਪਣੇ ਕੋਲੇ ਬਿਠਾ ਕੇ ਰੱਖੋ, ਤੁਹਾਡਾ ਮਾਈਕ ਅਜੇ ਵੀ ਬੰਦ ਹੈ। ਇਹ ਮਾਈਕ ਨਾ ਬਜ਼ੁਰਗਾਂ ਨਾਲ ਠੇਲੀਆਂ ਕਰਦੇ ਰਹਿੰਦੇ ਨੇ ਜਿਹੜੇ ਆਨਲਾਈਨ ਕੀਤੀਆਂ ਨੇ। ਮੇਰੇ ਖਿਆਲ ਦੇ ਵਿੱਚ ਇੱਕ ਵਾਰੀ ਫੇਰ ਆਪਾਂ ਅੱਗੇ ਨੂੰ ਮੂਵ ਕਰਦੇ ਹਾਂ। ਪਰਮਿੰਦਰ ਸਵੈਚ ਹੋਰੀ ਕੈਨੇਡਾ ਤੋਂ ਸਾਡੇ ਨਾਲ ਨੇ, ਬੈਠੇ ਭਾਵੇਂ ਕੈਨੇਡਾ ਦੇ ਵਿੱਚ ਨੇ ਪਰ ਲਗਾਤਾਰ ਕਿਸਾਨੀ ਦੇ ਨਾਲ ਜੁੜੇ ਹੋਏ ਨੇ। ਸੰਘਰਸ਼ਾਂ ਦੇ ਦੌਰ ਦੇ ਵਿੱਚ ਇਹਨਾਂ ਦੀਆਂ ਕਵਿਤਾਵਾਂ ਵੀ ਸਾਡੇ ਨਾਲ ਚੱਲਦੀਆਂ ਨੇ। ਕਲਰ ਮਾਜਰੀ ਸਾਹਿਬ ਆ ਗਏ, ਦੇਖੋ ਮਾਈਕ ਚਲਾ ਕੇ ਦੇਖੋ ਇੱਕ ਵਾਰੀ ਆਪਣਾ ਜੀ। ਹੈਲੋ, ਹਾਂ ਚਲੋ ਪਹਿਲਾਂ ਹੁਣ ਤੁਹਾਡੇ ਤੋਂ ਸੁਣਦੇ ਆ, ਬਾਅਦ ਪਰਮਿੰਦਰ ਸਵੈਚ ਹੋਰਾਂ ਕੋਲ ਚੱਲਦੇ ਆ ਜੀ। ਡਾਕਟਰ ਸਾਹਿਬ, ਇੱਕ ਤਾਂ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਇਹਨਾਂ ਅਦੀਬਾਂ ਨਾਲ ਸੰਘਰਸ਼ ਦੇ ਸਮੇਂ ਦੀ ਉਹ ਕਵਿਤਾ ਜਿਹਦੇ ਵਿੱਚ ਅਸੀਂ ਸਾਰੇ ਸ਼ਾਮਲ ਹਾਂ। ਮੈਂ ਮਹਿਸੂਸ ਕਰਦਾ ਕਿ ਇਹ ਸੰਘਰਸ਼ਸ਼ੀਲ ਸਮਾਂ ਜਿਹੜਾ ਹੈ ਇੱਕ ਵੱਖਰੇ ਕਲਚਰ 'ਚ ਬਦਲ ਗਿਆ ਹੈ, ਵੱਖਰਾ ਆਲਾ ਦੁਆਲਾ ਹੋ ਗਿਆ ਹੈ, ਅਤੇ ਉਹਦੇ ਨਾਲ ਸੰਬੰਧਿਤ ਹੀ ਮੈਂ ਦੋ ਨਜ਼ਮਾਂ ਤੁਹਾਡੇ ਸਾਹਮਣੇ ਰੱਖ ਰਿਹਾ। ਪਹਿਲੀ ਨਜ਼ਮ ਦਾ ਹੈ ਉਨਵਾਨ ਝੰਡਾ। ਦੋਸਤੋ, ਅੱਜ ਕੱਲ੍ਹ ਝੰਡੇ ਨੇ ਰੋਸ ਵਜੋਂ, ਦੋਸਤੋ ਅੱਜ ਕੱਲ੍ਹ ਝੰਡੇ ਨੇ ਰੋਸ ਵਜੋਂ ਆਖਰ ਆਪਣਾ ਚਿਹਰਾ, ਆਪਣਾ ਰੰਗ ਬਦਲ ਲਿਆ ਹੈ। ਝੰਡੇ ਨੇ ਰੋਸ ਵਜੋਂ ਆਖਰ ਆਪਣਾ ਚਿਹਰਾ, ਆਪਣਾ ਰੰਗ ਬਦਲ ਲਿਆ ਹੈ। ਉਸਦੇ ਹਰੇ ਰੰਗ ਦੀ ਹਰਿਆਲੀ 'ਚ ਉੱਗ ਆਇਆ ਹੈ ਬੰਜਰ, ਉਸਦੇ ਹਰੇ ਰੰਗ ਦੀ ਹਰਿਆਲੀ 'ਚ ਉੱਗ ਆਇਆ ਹੈ ਬੰਜਰ, ਕਿ ਉਸਦੇ ਦੁੱਧ ਚਿੱਟੇ ਸ਼ਾਂਤ ਰੰਗ ਵਿੱਚ, ਕਿ ਉਸਦੇ ਦੁੱਧ ਚਿੱਟੇ ਸ਼ਾਂਤ ਰੰਗ ਵਿੱਚ ਕੰਡਿਆਲੇ ਸਫ਼ਰ ਦਾ ਦਰਦ ਸਮਾਇਆ ਹੈ। ਵਾਹ ਵਾਹ। ਦੋਸਤੋ, ਵਾਹ ਜੀ ਵਾਹ। ਦੋਸਤੋ, ਅੱਜ ਕੱਲ੍ਹ ਝੰਡੇ ਨੇ ਰੋਸ ਵਜੋਂ ਆਖਰ ਆਪਣਾ ਚਿਹਰਾ, ਆਪਣਾ ਰੰਗ ਬਦਲ ਲਿਆ ਹੈ। ਅੱਜ ਕੱਲ੍ਹ ਉਸਦੇ ਚੱਕਰ ਵਿੱਚ ਅਸ਼ੋਕ ਵੀ ਹੈ, ਅੱਜ ਕੱਲ੍ਹ ਉਸਦੇ ਚੱਕਰ ਵਿੱਚ ਅਸ਼ੋਕ ਵੀ ਹੈ, ਨਾਲ ਬਲਦਾਂ ਦੇ ਗਲ ਦੀ ਪੰਜਾਲੀ ਤੇ ਕਣਕ ਦੀ ਬੱਲੀ ਚਮਕਦੀ ਹੈ। ਨਾਲ ਬਲਦਾਂ ਦੇ ਗਲ ਦੀ ਪੰਜਾਲੀ ਤੇ ਕਣਕ ਦੀ ਬੱਲੀ ਚਮਕਦੀ ਹੈ। ਕਿਸੇ ਫਕੀਰ ਦੀ ਦੁਆ 'ਚ ਲਿਪਟੀ ਸ਼ਾਂਤ ਹਵਾ ਉਸਦੇ ਚਾਰੋਂ ਤਰਫ ਵਗਦੀ ਹੈ। ਕਿਸੇ ਫਕੀਰ ਦੀ ਦੁਆ 'ਚ ਲਿਪਟੀ ਸ਼ਾਂਤ ਹਵਾ ਉਸਦੇ ਚਾਰੋਂ ਤਰਫ ਵਗਦੀ ਹੈ, ਤੇ ਕੋਈ ਇਲਾਹੀ ਜੋਤ ਸੂਰਜ ਵਾਂਗ ਉਸਦੇ ਰਾਹਾਂ 'ਚ ਜਗਦੀ ਹੈ। ਕਿ ਕੋਈ ਇਲਾਹੀ ਜੋਤ ਸੂਰਜ ਵਾਂਗ ਉਸਦੇ ਰਾਹਾਂ 'ਚ ਜਗਦੀ ਹੈ। ਦੋਸਤੋ, ਅੱਜ ਕੱਲ੍ਹ ਉਹ ਹਕੂਮਤੀ ਹੱਥਾਂ 'ਚ ਨਹੀਂ, ਦੋਸਤੋ ਅੱਜ ਕੱਲ੍ਹ ਉਹ ਹਕੂਮਤੀ ਹੱਥਾਂ 'ਚ ਨਹੀਂ, ਆਪਣੀ ਮੌਜ 'ਚ ਲਹਿਰਾਉਂਦਾ ਹੈ। ਉਹ ਖੇਤਾਂ ਦੇ ਰੰਗ 'ਚ ਰੰਗਿਆ ਅਨਾਜ ਦੀ ਸਲਾਮਤੀ ਲਈ ਖੇਤਾਂ ਦੇ ਗੀਤ ਗਾਉਂਦਾ ਹੈ। ਵਾਹ 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 ਵਾਹ। ਅੱਜ ਕੱਲ੍ਹ ਉਹ ਮਿਹਰਬਾਨੀ ਸਰ, ਮਿਹਰਬਾਨੀ। ਅੱਜ ਕੱਲ੍ਹ ਉਹ ਹਕੂਮਤੀ ਹੱਥਾਂ 'ਚ ਨਹੀਂ, ਆਪਣੀ ਮੌਜ 'ਚ ਲਹਿਰਾਉਂਦਾ ਹੈ। ਉਹ ਖੇਤਾਂ ਦੇ ਰੰਗ 'ਚ ਰੰਗਿਆ ਅਨਾਜ ਦੀ ਸਲਾਮਤੀ ਲਈ ਖੇਤਾਂ ਦੇ ਗੀਤ ਗਾਉਂਦਾ ਹੈ। ਅੱਜ ਕੱਲ੍ਹ ਉਹ ਹਰ ਹੱਦ ਬੰਨੇ, ਅੱਜ ਕੱਲ੍ਹ ਉਹ ਹਰ ਹੱਦ, ਹਰ ਬੰਨੇ, ਹਰ ਗਲੀ ਮੁਹੱਲੇ, ਹਰ ਘਰ ਦੇ ਬਨੇਰੇ ਤੇ ਝੁਲਦਾ ਹੈ। ਵਾਹ, ਬਹੁਤ ਅੱਛਾ। ਅੱਜ ਕੱਲ੍ਹ ਉਹ ਹਰ ਹੱਦ, ਹਰ ਬੰਨੇ, ਹਰ ਗਲੀ ਮੁਹੱਲੇ, ਹਰ ਘਰ ਦੇ ਬਨੇਰੇ ਤੇ ਝੁਲਦਾ ਹੈ। ਦੋਸਤੋ, ਹਰ ਰੋਜ਼ ਇੱਕ ਨਵਾਂ ਰਾਹ, ਇੱਕ ਨਵਾਂ ਸਵੇਰਾ ਉਹਦੇ ਦਰ ਤੋਂ ਖੁੱਲਦਾ ਹੈ, ਉਹਦੇ ਦਰ ਤੋਂ ਖੁੱਲਦਾ ਹੈ, ਉਹਦੇ ਦਰ ਤੋਂ। ਵਾਹ 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 ਡਾਕਟਰ ਸਾਹਿਬ, ਵਾਹ ਵਾਹ, ਬਹੁਤ ਗ੍ਰੇਟ, ਬਹੁਤ ਖੂਬ ਜੀ। ਮਿਹਰਬਾਨੀ ਸਰ, ਮਿਹਰਬਾਨੀ। ਦੂਸਰੀ ਨਜ਼ਮ ਹੈ ਹਾਕਮਾਂ ਨੂੰ। ਕੁਝ ਟਾਈਟਲ ਵੀ ਉਸ ਕਿਸਮ ਦੇ ਬਣੇ ਜਿਸ ਕਿਸਮ ਦੀ ਕਵਿਤਾ ਹੈ। ਹਾਂ, ਟਿੰਡਾਂ 'ਚੋਂ ਡਿੱਗਦੇ ਚਾਂਦੀ ਰੰਗੇ ਪਾਣੀ ਦੀ ਧਾਰ ਨੂੰ ਮੈਂ ਆਖ ਦਿੱਤਾ ਹੈ, ਮੈਂ ਬੋਲ ਦਿੱਤਾ ਹੈ। ਮੈਂ ਥੋੜਾ ਪੁਰਾਣਾ ਕਲਚਰ
ਲੈ ਕੇ ਆ ਰਿਹਾ ਥੋੜਾ ਜਿਹਾ, ਹਾਲਾਂਕਿ ਅੱਜ ਕੱਲ੍ਹ ਤਾਂ ਉਹਦੀ ਜਗ੍ਹਾ ਤੇ ਟਿੰਡਾਂ 'ਚੋਂ ਡਿੱਗਦੇ ਚਾਂਦੀ ਰੰਗੇ ਪਾਣੀ ਦੀ ਧਾਰ ਨੂੰ ਮੈਂ ਆਖ ਦਿੱਤਾ ਹੈ, ਬੋਲ ਦਿੱਤਾ ਹੈ। ਖਾਲ 'ਚ ਵਗਦੇ ਦਰਿਆ ਨੂੰ ਨਦੀਆਂ ਦੀ ਧਾਰ ਨੂੰ, ਖਾਲ 'ਚ ਵਗਦੇ ਦਰਿਆ ਨੂੰ ਨਦੀਆਂ ਦੀ ਧਾਰ ਨੂੰ, ਸੂਰਜ ਦੀ ਧੁੱਪ ਨਾਲ ਚਮਕਦੀ ਕਹੀ ਨੂੰ ਬਾਹੇ ਸਮੇਤ ਮੈਂ ਦੇ ਦਿੱਤਾ ਹੈ ਸੁਨੇਹਾ। ਵਾਹ ਵਾਹ। ਮੈਂ ਫਿਰ ਦੁਹਰਾਉਣਾ, ਖਾਲ 'ਚ ਵਗਦੇ ਦਰਿਆ ਨੂੰ ਨਦੀਆਂ ਦੀ ਧਾਰ ਨੂੰ, ਸੂਰਜ ਦੀ ਧੁੱਪ ਨਾਲ ਚਮਕਦੀ ਕਹੀ ਨੂੰ ਬਾਹੇ ਸਮੇਤ ਦੇ ਦਿੱਤਾ ਹੈ ਸੁਨੇਹਾ। ਕੰਨੀ ਦੇ ਕਿਆਰੇ ਦਾ ਨੱਕਾ ਮੋੜਦਿਆਂ ਆਖ ਦਿੱਤਾ ਹੈ ਖਾਲ ਦੀ ਮਿੱਟੀ ਨੂੰ। ਕੀ ਬਾਤ ਹੈ। ਕੰਨੀ ਦੇ ਕਿਆਰੇ ਦਾ ਨੱਕਾ ਮੋੜਦਿਆਂ ਆਖ ਦਿੱਤਾ ਹੈ ਖਾਲ ਦੀ ਮਿੱਟੀ ਨੂੰ। ਖੇਤਾਂ 'ਚ ਖੜੇ ਰੁੱਖ ਦੇ ਪੱਤਿਆਂ ਨੂੰ, ਟਾਹਣੀਆਂ ਤੇ ਬੈਠੇ ਪੰਛੀਆਂ ਨੂੰ ਬੋਲ ਦਿੱਤਾ ਹੈ। ਖੇਤ 'ਚ ਖੜੇ ਰੁੱਖ ਦੇ ਪੱਤਿਆਂ ਨੂੰ, ਟਾਹਣੀ ਤੇ ਬੈਠੇ ਪੰਛੀਆਂ ਨੂੰ ਆਖ ਦਿੱਤਾ ਹੈ ਕਿ ਚਲੋ ਪੂਰਬ ਦਿਸ਼ਾ ਵੱਲ, ਕਿ ਚਲੋ ਪੂਰਬ ਦਿਸ਼ਾ ਵੱਲ। ਅੱਜ ਸਦੀਆਂ ਤੋਂ ਪੈਰਾਂ 'ਚ ਹੋਏ ਅਟਣਾ ਤੇ ਛਾਲਿਆਂ ਦਾ ਹਿਸਾਬ ਲੈਣਾ ਹੈ। ਵਾਹ ਵਾਹ ਵਾਹ। ਚਲੋ ਮਿਹਰਬਾਨੀ ਸਰ, ਕਿ ਚਲੋ ਵੱਡੀ ਗੱਲ, ਕਿ ਚਲੋ ਪੂਰਬ ਦਿਸ਼ਾ ਵੱਲ। ਅੱਜ ਸਦੀਆਂ ਤੋਂ ਪੈਰਾਂ 'ਚ ਹੋਏ ਅਟਣਾ ਤੇ ਛਾਲਿਆਂ ਦਾ ਹਿਸਾਬ ਲੈਣਾ ਹੈ। ਸਿਰ ਉੱਪਰ ਸਜਾ ਕੇ ਦੁੱਧ ਦਹੀਂ ਦੇ ਮਟਕੇ, ਸਿਰ ਉੱਪਰ ਸਜਾ ਕੇ ਦੁੱਧ ਦਹੀਂ ਦੇ ਮਟਕੇ, ਅਨਾਜ ਦੀ ਮਹਿਕ ਸਮੇਤ ਇਹਨਾਂ ਨੇ ਵੀ ਸਾਡੇ ਨਾਲ ਬਹਿਣਾ ਹੈ, ਸਾਡੇ ਨਾਲ ਰਹਿਣਾ ਹੈ। ਆਖਰ ਇਹਨਾਂ ਨੇ ਵੀ ਦਿੱਲੀ ਦੇ ਹਾਕਮਾਂ ਨੂੰ ਕੁਝ ਨਾ ਕੁਝ ਕਹਿਣਾ ਹੈ। ਦਿੱਲੀ ਦੇ ਹਾਕਮਾਂ ਨੂੰ ਹਾਏ ਹਾਏ ਹਾਏ, ਬਹੁਤ ਅੱਛੇ ਜੀ, ਬਹੁਤ ਅੱਛੇ, ਬਹੁਤ ਅੱਛੇ। ਬਹੁਤ ਵਧੀਆ ਜੀ, ਬਹੁਤ ਵਧੀਆ। ਮਿਹਰਬਾਨੀ ਸਰ, ਮੈਂ ਇੱਕ ਛੋਟੀ ਜਿਹੀ ਨਜ਼ਮ ਹੋਰ ਸੁਣਾ ਕੇ, ਨਜ਼ਮ ਦਾ ਨਾਂ ਹੈ ਜੰਗ, ਯੁੱਧ ਕਹਿ ਲਓ ਅਸੀਂ ਉਸਨੂੰ। ਹਾਂ। ਪੌ ਫੁੱਟਦਿਆਂ ਹਲ ਦਾ ਮੁੰਨਾ ਪਕੜ, ਪੌ ਫੁੱਟਦਿਆਂ ਹਲ ਦਾ ਮੁੰਨਾ ਪਕੜ, ਸਿਆੜਾਂ 'ਚ ਦਾਣੇ ਬੀਜਦਿਆਂ ਭਰਮੀ ਫਸਲ ਦੇ ਸੁਪਨੇ ਲੈਂਦਿਆਂ, ਬੱਦਲਾਂ 'ਚ ਛੁਪੀਆਂ ਕਣੀਆਂ ਲਈ ਅਰਦਾਸ ਕਰਦਿਆਂ, ਅੰਬਰ ਵੱਲ ਤੱਕਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਪੈਰ ਕਾਫਲਾ ਬਣ ਗਏ। ਵਾਹ 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 ਵਾਹ। ਪੌ ਫੁੱਟਦਿਆਂ ਹਲ ਦਾ ਮੁੰਨਾ ਪਕੜ, ਸਿਆੜਾਂ 'ਚ ਦਾਣੇ ਬੀਜਦਿਆਂ ਭਰਮੀ ਫਸਲ ਦੇ ਸੁਪਨੇ ਲੈਂਦਿਆਂ, ਬੱਦਲਾਂ 'ਚ ਛੁਪੀਆਂ ਕਣੀਆਂ ਲਈ ਅਰਦਾਸ ਕਰਦਿਆਂ, ਅੰਬਰ ਵੱਲ ਤੱਕਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਪੈਰ ਕਾਫਲਾ ਬਣ ਗਏ। ਰਾਤਾਂ ਦੀ ਨੀਂਦ 'ਚ ਸੁਪਨੇ ਸੰਭਾਲਦਿਆਂ, ਰਾਤਾਂ ਦੀ ਨੀਂਦ 'ਚ ਸੁਪਨੇ ਸੰਭਾਲਦਿਆਂ, ਮਿੱਸੀ ਰੋਟੀ ਦੀ ਮਹਿਕ 'ਚ ਢਲਦਿਆਂ, ਸਰਦੀ ਦੀ ਰੁੱਤੇ ਦੂਰ ਦੂਰ ਤੱਕ ਫੈਲੀ ਕੋਸੀ ਜਿਹੀ ਧੁੱਪ ਦੇ ਟੋਟੇ ਨੂੰ ਮਾਣਦਿਆਂ, ਸਰਦੀ ਦੀ ਰੁੱਤੇ ਦੂਰ ਦੂਰ ਤੱਕ ਫੈਲੀ ਕੋਸੀ ਜਿਹੀ ਧੁੱਪ ਦੇ ਟੋਟੇ ਨੂੰ ਮਾਣਦਿਆਂ, ਕਦੋਂ ਹਲ ਦੇ ਮੁੰਨੇ ਦੀ ਥਾਂ ਲੋਹੇ ਵਰਗੇ ਇਹਨਾਂ ਬੁਲੰਦ ਹੱਥਾਂ ਨੇ ਪਕੜ ਲਿਆ ਰੁੱਖਾਂ ਦੇ ਰੰਗ 'ਚ ਰੰਗਿਆ ਇਹ ਝੰਡਾ, ਲੜਨ ਲਈ ਪੂਰਬ ਦੀ ਜੰਗ, ਲੜਨ ਲਈ ਦਿੱਲੀ ਦੀ ਜੰਗ, ਲੜਨ ਲਈ ਪੂਰਬ ਦੀ ਜੰਗ, ਲੜਨ ਲਈ ਦਿੱਲੀ ਦੀ ਜੰਗ। क्या बात है, क्या बात। बहुत खूब जी, बहुत अच्छे, बहुत अच्छे जी, बहुत अच्छे। ਮਿਹਰਬਾਨੀ ਸਰ, ਸ਼ੁਕਰੀਆ, ਬਹੁਤ ਮਿਹਰਬਾਨੀ। ਹੁਣ ਆਪਾਂ ਕੈਨੇਡਾ ਵਿੱਚ ਵਸਦੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਮੈਡਮ ਪ੍ਰਵਿੰਦਰ ਸਵੈਚ ਹੋਰਾਂ ਨੂੰ ਬੇਨਤੀ ਕਰਾਂਗੇ ਕਿ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਦਾ ਕੋਈ ਰੰਗ ਸਾਡੇ ਸਾਹਮਣੇ ਪੇਸ਼ ਕਰਨਗੇ। ਮੈਡਮ ਪ੍ਰਵਿੰਦਰ ਸਵੈਚ। ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ। ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੇ ਆਪਣੇ ਕੁਵਿੰਦਰ ਚਾਂਦ ਉਹਨਾਂ ਦਾ ਵੀ, ਜਿਨ੍ਹਾਂ ਨੇ ਮੈਨੂੰ ਇਸ ਮੰਚ ਤੇ ਲੈ ਕੇ ਆਂਦਾ ਜੀ। ਧੰਨਵਾਦ ਜੀ। ਮੈਂ ਆਪਣੇ ਬਾਰੇ ਗੱਲ ਕਰਾਂ, ਮੈਂ ਤਾਂ ਵੈਸੇ ਇੱਥੇ ਕਮਿਊਨਿਟੀ ਵਰਕਰ ਦੇ ਤੌਰ ਤੇ ਕੰਮ ਕੀਤਾ ਜ਼ਿਆਦਾ, ਤੇ ਉਹਦੇ ਲੋੜ ਚੋਂ ਹੀ, ਚਾਹੇ ਨਾਟਕ ਦੀ ਗੱਲ ਹੈ, ਨਾਟਕ ਉਹਦੀ ਲੋੜ ਦੇ ਵਿੱਚੋਂ ਹੀ ਨਾਟਕ ਲਿਖੇ ਹੈ ਤੇ ਖੇਡੇ, ਡਾਇਰੈਕਟ ਵੀ ਕੀਤੇ, ਤੇ ਕਵਿਤਾ ਵੀ ਲਿਖਦੀ ਹਾਂ ਮੈਂ। ਜੇ ਕੋਈ ਇੱਥੇ ਆਪਣੇ ਕੋਈ ਵੀ ਅਸਲ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਚਾਹੇ ਲੇਖ ਦੇ ਵਿੱਚ ਕਰਨੀ ਆ, ਚਾਹੇ ਕਵਿਤਾ ਦੇ ਵਿੱਚ ਕਰਨੀ ਹੈ, ਜਾਂ ਨਾਟਕ ਦੇ ਵਿੱਚ ਕਰਨੀ ਆ, ਮੇਰਾ ਕੰਮ ਇਹੀ ਆ। ਤੇ ਹੋਰ ਮੈਂ ਬਹੁਤਾ ਕੁਛ ਨਹੀਂ ਕਹਿੰਦੀ ਆਪਣੇ ਬਾਰੇ ਵਿੱਚ। ਤੇ ਮੈਂ ਜਦੋਂ ਦਾ ਇਹ ਸੰਘਰਸ਼ ਚੱਲਿਆ, ਉਹਦੇ ਨਾਲ ਬਹੁਤ ਕੁਛ ਲਿਖਣ ਦੀ ਕੋਸ਼ਿਸ਼ ਕੀਤੀ ਆ। ਸੋ ਮੈਂ ਦੋ ਸ਼ੇਰਾਂ ਦੇ ਨਾਲ ਆਪਣੀ ਕਵਿਤਾ ਸ਼ੁਰੂ ਕਰੂੰਗੀ। ਇੱਕ ਦਿਨ ਤਾਂ ਪੌ ਫੁੱਟਣੀ ਹੀ ਹੈ ਸੁਰਖ ਸਵੇਰੇ ਦੀ। ਅਸੀਂ ਬਹੁਤ ਹਾਂਜੀ। ਇੱਕ ਦਿਨ ਤਾਂ ਪੌ ਫੁੱਟਣੀ ਹੀ ਹੈ ਸੁਰਖ ਸਵੇਰੇ ਦੀ,
ਤੱਤੀਆਂ ਵਾਵਾਂ ਦੇ ਰਹੀਆਂ ਨੇ ਭਿਣਕ ਅਗੇਰੇ ਦੀ। ਕੋਠੇ ਚੜ ਕੇ ਦੇਖੋ ਨੀ ਕੁੜੀਓ, ਕੋਠੇ ਚੜ ਕੇ ਦੇਖੋ ਨੀ ਕੁੜੀਓ, ਚੰਨ ਕਿਵੇਂ ਦਾ ਚੜਿਆ, ਸੂਹੇ ਰੰਗ ਚ ਰੰਗਿਆ ਇਹ ਤਾਂ ਦੱਸੇ ਲਿਸ਼ਕ ਬਨੇਰੇ ਦੀ। बहुत अच्छे। क्या बात है, क्या बात है जी, बहुत खूबसूरत। ਮੇਰੀ ਕਵਿਤਾ ਦਾ ਨਾਂ ਹੈ ਸ਼ਾਂਤੀ ਦਾ ਯੁੱਧ। ਕੌਣ ਕਹਿੰਦਾ ਹੈ, ਕੌਣ ਕਹਿੰਦਾ ਹੈ ਕਿ ਅਸੀਂ ਯੁੱਧ ਲੜ ਰਹੇ ਹਾਂ ਪਹਿਲੀ ਵਾਰੀ? ਜਦੋਂ ਦੇ ਜੰਮੇ ਹਾਂ ਅਸੀਂ ਲੜ ਹੀ ਤਾਂ ਰਹੇ ਹਾਂ। ਜਦੋਂ ਦੇ ਜੰਮੇ ਹਾਂ ਅਸੀਂ ਲੜ ਹੀ ਤਾਂ ਰਹੇ ਸੀ। ਕਦੇ ਖੇਤਾਂ ਵਿੱਚ ਅੰਨ ਉਗਾਉਣ ਲਈ, ਕਦੇ ਝਖੜਾਂ ਵਿੱਚ ਬੰਨਿਆਂ ਤੇ ਬਹਿ ਕੇ ਉੱਜੜ ਰਹੀਆਂ ਸੱਧਰਾਂ ਦਾ ਪ੍ਰਕੋਪ ਦੇਖਣ ਲਈ, ਕਦੇ ਢਹਿੰਦੇ ਘਰਾਂ ਦੀਆਂ ਖੂੜਾਂ ਭਰਨ ਲਈ, ਕਦੇ ਮੰਡੀਆਂ ਵਿੱਚ ਅੱਧੋ ਡੂਢ ਹੋਣ ਲਈ, ਕਦੇ ਹਰੀ ਕ੍ਰਾਂਤੀ ਦੀ ਅਥਰੀ ਦੌੜ ਲਈ ਲੜ ਹੀ ਤਾਂ ਰਹੇ ਸੀ। ਲੜ ਹੀ ਤਾਂ ਰਹੇ ਸੀ ਘਰ ਦੀਆਂ ਸਾਂਝੀਆਂ ਕੰਧਾਂ ਤੇ ਸਾਂਝੇ ਖੇਤਾਂ ਦੀਆਂ ਵੱਟਾਂ ਲਈ, ਧੀਆਂ ਭੈਣਾਂ ਦੀਆਂ ਇੱਜ਼ਤਾਂ ਅਣਖਾਂ ਲਈ, ਕਦੇ ਫੀਸਾਂ ਲਈ ਭਵਿੱਖ ਦੀਆਂ ਗੂੰਦਾਂ ਦਾ ਯੁੱਧ, ਕਦੇ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਰੁੜਦੀ ਜਵਾਨੀ ਲਈ ਹਸਪਤਾਲਾਂ ਵਿੱਚ ਮੌਤ ਦਾ ਯੁੱਧ ਲੜ ਹੀ ਤਾਂ ਰਹੇ ਸੀ। ਅਸੀਂ ਲੜ ਹੀ ਤਾਂ ਰਹੇ ਸੀ। ਥੈਂਕ ਯੂ ਜੀ। ਅਸੀਂ ਲੜ ਹੀ ਤਾਂ ਰਹੇ ਸੀ ਕਦੇ ਕਚਹਿਰੀਆਂ ਵਿੱਚ ਦੋ ਸਿਆੜਾਂ ਲਈ, ਕਦੇ ਭ੍ਰਿਸ਼ਟਾਚਾਰੀ ਕਲਰਕਾਂ ਦੀ ਭੇਂਟ ਲਈ, ਕਦੇ ਮੁਖੌਟਾਧਾਰੀ ਲੀਡਰਾਂ ਦੀ ਚਾਪਲੂਸੀ ਲਈ, ਕਦੇ ਗੂੰਗੇ ਬਹਿਰੇ ਵੋਟਰ ਬਣਨ ਲਈ ਲੜ ਹੀ ਤਾਂ ਰਹੇ ਸੀ। ਲੜ ਹੀ ਤਾਂ ਰਹੇ ਸੀ ਕਦੇ ਜਾਤਾਂ ਪਾਤਾਂ ਵਿੱਚ ਦੂਜਿਆਂ ਨੂੰ ਨੀਵਾਂ ਦਿਖਾਉਣ ਲਈ, ਆਪਣੇ ਆਪਣੇ ਧਰਮਾਂ ਦੀ ਉੱਚਤਾ ਦਰਸਾਉਣ ਲਈ, ਕਦੇ ਪਾਣੀਆਂ ਲਈ, ਇਲਾਕਿਆਂ ਲਈ, ਹੱਦਾਂ ਸਰਹੱਦਾਂ ਦੇਸ਼ਾਂ ਲਈ ਲੜ ਹੀ ਤਾਂ ਰਹੇ ਸੀ। ਲੜ ਹੀ ਤਾਂ ਰਹੇ ਸੀ ਕਦੇ ਦਿਨ ਤੇ ਰਾਤ ਦਾ ਯੁੱਧ, ਕਦੇ ਸੁਪਨਿਆਂ ਤੇ ਜਾਗਦੀਆਂ ਅੱਖਾਂ ਦਾ ਯੁੱਧ, ਨਕਾਰਾ ਹੋ ਗਈਆਂ ਸੋਚਾਂ ਖਿਆਲਾਂ ਦਾ ਯੁੱਧ, ਜ਼ਿੰਦਗੀ ਦੀਆਂ ਤਲਖੀਆਂ ਦਾ ਯੁੱਧ। ਵਾਹ 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 ਵਾਹ। ਹਾਂ, क्या बात ਫਰਕ ਹੈ ਪਹਿਲੀ ਵਾਰੀ। ਹਾਂ, ਫਰਕ ਹੈ ਪਹਿਲੀ ਵਾਰੀ ਲੜ ਰਹੇ ਹਾਂ ਅਸੀਂ ਘੁਰਨਿਆਂ ਦਾ ਯੁੱਧ ਛੱਡ ਕੇ, ਵਿਸ਼ਾਲ ਚਰਾਂਦਾਂ ਵਿੱਚ ਟੱਕਰੇ ਹਾਂ ਪਰਬਤ ਨਾਲ। बहुत अच्छे, बहुत अच्छे। क्या बात है, क्या बात है। ਹਾਂ, ਫਰਕ ਹੈ ਪਹਿਲੀ ਵਾਰੀ ਲੜ ਰਹੇ ਹਾਂ ਅਸੀਂ ਘੁਰਨਿਆਂ ਦਾ ਯੁੱਧ ਛੱਡ ਕੇ, ਵਿਸ਼ਾਲ ਚਰਾਂਦਾਂ ਵਿੱਚ ਟੱਕਰੇ ਹਾਂ ਪਰਬਤ ਨਾਲ, ਮੈਨੂੰ ਛੱਡ ਕੇ ਅਸੀਂ ਦਾ ਯੁੱਧ। ਏਕੇ ਤੇ ਹੱਕਾਂ ਦਾ ਯੁੱਧ, ਸੰਗਰਾਮੀ ਸੋਚਾਂ ਦਾ ਯੁੱਧ ਲੜ ਰਹੇ ਹਾਂ ਅਸੀਂ, ਵਿਚਾਰਾਂ ਦੇ ਸਿਖਰ ਦਾ ਯੁੱਧ। बहुत अच्छे, ਲੜ बहुत ਰਹੇ ਹਾਂ अच्छे। ਅਸੀਂ ਵਿਚਾਰਾਂ ਦੇ ਸਿਖਰ ਦਾ ਯੁੱਧ, ਜੀਣ ਦੇ ਨਿੱਘ ਦਾ ਯੁੱਧ, ਕੁੱਲੀਆਂ ਵਿਹੜਿਆਂ ਦਾ ਯੁੱਧ। ਅਸੀਂ ਠਾਣ ਲਿਆ ਹੈ ਵੱਡਾ ਮਘੋਰਾ ਕਰਨ ਲਈ ਸਮੇਂ ਦੇ ਪੱਥਰ ਵਿੱਚ। ਹਾਂ, ਅਸੀਂ ਲੜ ਰਹੇ ਹਾਂ ਪਹਿਲੀ ਵਾਰੀ ਸ਼ਾਬਦਿਕ ਯੁੱਧ, ਸ਼ਾਂਤੀ ਦਾ ਯੁੱਧ, ਸ਼ਾਂਤੀ ਦਾ ਯੁੱਧ। बहुत अच्छे, बहुत अच्छे, बहुत खूबसूरत, बहुत अच्छा। क्या बात है जी, क्या बात है। ਸ਼ਬਦ ਦਾ ਯੁੱਧ, ਬਹੁਤ ਵਧੀਆ। ਦਲੀਲ ਦਾ ਯੁੱਧ, ਸ਼ਾਂਤੀ ਦਾ ਯੁੱਧ, ਬਹੁਤ ਕੁਝ ਲੜਿਆ ਜਾ ਰਿਹਾ ਹੈ ਇਸ ਵੇਲੇ, ਤੇ ਉਹ ਸਾਰੀਆਂ ਝਲਕਾਂ ਇਹਨਾਂ ਦੀ ਕਵਿਤਾ ਦੇ ਵਿੱਚ ਸਾਨੂੰ ਦਿਖਾਈ ਦਿੱਤੀਆਂ। ਬਹੁਤ ਖੂਬਸੂਰਤ ਮੈਡਮ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਮੇਰੀ ਦੂਜੀ ਰਚਨਾ ਹੈਗੀ ਆ ਜਿਹੜਾ ਆਪਣੇ ਉੱਥੇ ਸੰਘਰਸ਼ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ। ਮੈਂ ਉਹਨਾਂ ਵੱਲੋਂ ਸੰਗਰਾਮੀ ਯੋਧਿਆਂ ਦੇ ਨਾਂ ਇੱਕ ਕਵਿਤਾ ਲਿਖੀ ਆ, ਉਹ ਸੁਣੋ। ਮੇਰੇ ਬੱਚਿਓ ਵਤਨ ਦੇ ਆਸ਼ਕੋ, ਮੇਰੇ ਬੱਚਿਓ ਵਤਨ ਦੇ ਆਸ਼ਕੋ, ਤੁਸੀਂ ਮੈਨੂੰ ਕੀਤਾ ਹੈ ਯਾਦ, ਪੜ੍ਹ ਲਿਆ ਹੈ ਪਾਠ ਸੰਘਰਸ਼ਾਂ ਦਾ। ਹੱਕਾਂ ਦੀ ਖਾਤਰ, ਫਰਜ਼ਾਂ ਦੀ ਖਾਤਰ ਕੀਤਾ ਹੈ ਤਹਈਆ ਮਜ਼ਲੂਮਾਂ ਲਈ। ਜ਼ੁਲਮਾਂ ਦੀ ਭੱਠੀ ਵਿੱਚ ਤਪ ਕੇ ਨਿਰੀ ਅੱਗ ਨਹੀਂ ਸੇਕੀ ਤੁਸੀਂ। ਵੱਡੀਆਂ ਹਨ ਖੁਦਕਸ਼ੀਆਂ ਦੀਆਂ ਅਗੇਤੀਆਂ ਫਸਲਾਂ, ਢਾਲਿਆ ਹੈ ਆਪਣੇ ਆਪ ਨੂੰ ਮਜ਼ਬੂਤੀ ਸੰਦਾਂ ਵਿੱਚ ਜੋ ਮਨੁੱਖਤਾ ਦਾ ਕਰਜ਼ ਉਤਾਰਨ। ਮੇਰੇ ਬੱਚਿਓ, ਮਾਨਵਤਾ ਦੇ ਹਾਮੀਓ, ਮੇਰੇ ਰਾਹਾਂ ਤੇ ਚੱਲ ਕੇ ਲਿਆਂਦਾ ਹੈ ਚੰਡੀ ਦੀਆਂ ਬਾਰਾਂ ਦਾ ਹੜ, ਜਿਸ ਨੇ ਭਰਿਆ ਹੈ ਲੋਹੜੇ ਦਾ ਜੋਸ਼, ਵੰਡਣ ਲਈ ਸਵੇਰ ਮਾਨਵਤਾ ਨੂੰ। ਥੈਂਕ ਯੂ। ਜਾਗੀਆਂ ਨੇ ਸਿੱਟੀਆਂ ਕਦਰਾਂ ਕੀਮਤਾਂ, ਦੇਣ ਲਈ ਪਾਣ ਕੁਰਬਾਨੀਆਂ ਨੂੰ। ਬਾਹਰ ਰਹੇ ਹੋ ਆਪਾ ਤੁਸੀਂ, ਬਾਹਰ ਰਹੇ ਹੋ ਆਪਾ ਤੁਸੀਂ, ਦੇ ਰਹੇ ਹੋ ਚਾਨਣ ਦੇ ਛਿੱਟੇ, ਜਿਨ੍ਹਾਂ ਉਗਣਾ ਹੈ ਜਵਾਨੀਆਂ ਦੇ ਦਿਲਾਂ ਵਿੱਚ।
ਤੁਸੀਂ ਖਾਧੀ ਹੈ ਕਸਮ, ਤੁਸੀਂ ਖਾਧੀ ਹੈ ਕਸਮ ਮੱਸਿਆ ਨੂੰ ਮੇਟਣ ਦੀ, ਨਿਆਂ ਦੀ ਜੋਤ ਜਗਾਉਣ ਲਈ। ਮੇਰੇ ਬੱਚਿਓ ਸੱਚੇ ਸੁੱਚੇ ਹੀਰਿਓ, ਤੁਸੀਂ ਚਮਕੋਗੇ ਜੱਗ ਤੇ, ਕੂੜ ਹਨੇਰੇ ਵਿੱਚੋਂ ਬਲਦੀਆਂ ਮਿਸਾਲਾਂ ਦੇ ਦੀਪ ਲੈ ਕੇ, ਜਾਬਰਾਂ ਦੀ ਹੋਣੀ ਲਈ ਸ਼ਾਂਤੀ ਦਾ ਖੌਫ ਦੇ ਕੇ, ਤੁਸੀਂ ਠਾਰਦੇ ਰਹੇ ਜਿਵੇਂ ਕਿਵੇਂ, ਤੁਸੀਂ ਠਾਰਦੇ ਰਹੇ ਜਿਵੇਂ ਕਿਵੇਂ, ਢਿੱਡਾਂ ਵਿੱਚ ਮੱਚਦੀ ਅੱਗ ਜਰਵਾਣੇ ਦਿਖਾਉਂਦੇ ਰਹੇ, ਕਠਪੁਤਲੀਆਂ ਦਾ ਨਾਚ ਹੱਸ ਹੱਸ ਕੇ, ਉਹਨਾਂ ਦੇ ਹਾਸਿਆਂ ਨੇ ਪੈਰੀਂ ਛਾਲੇ ਤੇ ਹੱਥੀ ਅਟਣਾ ਦਾ ਕਰਵਾ ਦਿੱਤਾ ਹੈ ਅਹਿਸਾਸ ਤੇ ਚਮਕਣ ਦਾ ਜਾਗ। ਮੇਰੇ ਬੱਚਿਓ, ਮੇਰੇ ਬੱਚਿਓ ਸੂਰਵੀਰ ਯੋਧਿਓ, ਸਮੇਂ ਨੇ ਤੁਹਾਡੇ ਹੱਥ ਫੜਾਈ ਹੈ ਬਾਗ, ਝੁਕਣਾ ਲਿਫਣਾ ਹੋਵੇਗੀ ਤੋਹੀਨ ਹੱਕਾਂ ਦੀ ਜ਼ਮੀਰ ਲਈ, ਜ਼ਿੰਦਗੀ ਦੇ ਬਾਗ ਵਿੱਚ ਫੁੱਲ ਖੜਾਵਣ ਵਾਲਿਓ, ਜ਼ਿੰਦਗੀ ਦੇ ਬਾਗ ਵਿੱਚ ਫੁੱਲ ਖੜਾਵਣ ਵਾਲਿਓ, ਸੱਚ ਦੇ ਰਾਹੀਓ, ਜ਼ੁਲਮਾਂ ਦੀ ਕਾਂਗ ਨੂੰ ਪਾਉਣ ਲਈ ਠੱਲਾ ਬਦਲ ਦਿੱਤਾ ਹੈ ਤੁਸੀਂ ਸੋਚਾਂ ਨੂੰ ਬਗਾਵਤਾਂ ਵਿੱਚ। ਮੇਰੇ ਬੱਚਿਓ ਸਮਿਆਂ ਦੇ ਸਾਥੀਓ, ਤੁਸੀਂ ਮੇਰੇ ਏਕੇ ਦੇ ਅੰਮ੍ਰਿਤ ਦਾ ਮੁੱਲ ਪਾਇਆ ਹੈ, ਜਾਤਾਂ ਪਾਤਾਂ ਦੇ ਬਖੇੜੇ ਤੋਂ ਨਿਜਾਤ ਪਾਇਆ ਹੈ, ਭਾਈ ਕਨ੍ਹਈਏ ਦੇ ਪਾਣੀ ਪਿਲਾਉਣ ਦਾ ਫਰਜ਼ ਨਿਭਾਇਆ ਹੈ, ਦੀਨ ਤੇ ਫਿਰਕਾ ਪ੍ਰਸਤੀ ਨੂੰ ਖੋਰਾ ਲਾਇਆ ਹੈ, ਸਿਦਕ ਸਿਰੜ ਦਾ ਬੇਗਲ ਘਰ ਘਰ ਪਹੁੰਚਾਇਆ ਹੈ, ਮੇਰੇ ਖੂਨੀ ਇਤਿਹਾਸ ਦਾ ਪੰਨਾ ਫਿਰ ਤੋਂ ਪਲਟਾਇਆ ਹੈ, ਮੇਰੇ ਬਰਾਬਰਤਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਰਾਹ ਰਚਨਾਇਆ ਹੈ, ਜਿੱਤ ਦਾ ਝੰਡਾ ਚਲਾਉਣ ਲਈ ਮੇਰੇ ਬੱਚਿਓ ਤੁਸੀਂ, ਜਿੱਤ ਦਾ ਝੰਡਾ ਚਲਾਉਣ ਲਈ ਮੇਰੇ ਬੱਚਿਓ ਤੁਸੀਂ, ਹਰ ਦੁੱਖ ਪਿੰਡੇ ਤੇ ਹੰਢਾਇਆ ਹੈ, ਸ਼ਾਬਾਸ਼ ਏ ਤੁਸੀਂ ਸੱਚ ਦਾ ਰਾਹ ਅਪਣਾਇਆ ਹੈ, ਤੇ ਹਰ ਦੁੱਖ ਪਿੰਡੇ ਤੇ ਹੰਢਾਇਆ ਹੈ, ਹਰ ਦੁੱਖ ਪਿੰਡੇ ਤੇ ਹੰਢਾਇਆ। ਬਹੁਤ ਵਧੀਆ ਜੀ, ਕੀ ਬਾਤ ਹੈ ਜੀ, ਬਹੁਤ ਖੂਬਸੂਰਤ, ਬਹੁਤ ਉਮਦਾ ਕੀਤਾ ਹੈ। ਤੁਹਾਨੂੰ ਤੁਸੀਂ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਮੈਡਮ ਨਵਜੀਤ ਹੋਰਾਂ ਕੋਲੇ। ਮੈਡਮ ਨਵਜੀਤ, ਤੁਹਾਡਾ ਸਵਾਗਤ ਹੈ ਜੀ, ਤੇ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਦਾ ਕੋਈ ਰੰਗ ਸਾਡੇ ਨਾਲ ਸਾਂਝਾ ਕਰੋ ਜੀ। ਮੈਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਆਪ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਆਪ ਜੀ ਨੇ ਮੈਨੂੰ ਬਹੁਤ ਹੀ ਅਜ਼ੀਮ ਸ਼ਖਸੀਅਤਾਂ ਨਾਲ ਮਿਲਾਇਆ ਤੇ ਉਹਨਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਣੀ ਰਚਨਾ ਦੁਆਰਾ ਆਪਣੀ ਹਾਜ਼ਰੀ ਲਗਾਵਾਂਗੀ। ਮੇਰੀ ਰਚਨਾ ਹੈ ਪ੍ਰਵੇਸ਼ ਦੁਆਰ। ਪ੍ਰਵੇਸ਼ ਦੁਆਰ। ਝੰਡਾ, ਝੰਡਾ ਸਿਰਫ 2 ਮੀਟਰ ਦਾ ਟੋਟਾ ਨਹੀਂ ਹੁੰਦਾ। ਝੰਡਾ ਸਿਰਫ 2 ਮੀਟਰ ਦਾ ਟੋਟਾ ਨਹੀਂ ਹੁੰਦਾ, ਨਿਰੰਤਰ ਤੁਰਦੇ ਇਤਿਹਾਸ ਦੀ ਕਲਗੀ ਹੁੰਦਾ ਹੈ। ਉਹਦੇ ਜਾਗਦੇ ਹੋਣ ਦਾ ਪ੍ਰਮਾਣ, ਸੂਰਜੀ ਆਬਾ ਦਾ ਪ੍ਰਕਾਸ਼ ਮੰਡਲ, ਕੌਮ ਦੀ ਰੀੜ ਦੀ ਹੱਡੀ ਹੁੰਦਾ ਏ। ਝੰਡਾ ਸਿਰਫ 2 ਮੀਟਰ ਕੱਪੜੇ ਦਾ ਟੋਟਾ ਨਹੀਂ ਹੁੰਦਾ, ਨਿਰੰਤਰ ਤੁਰਦੇ ਇਤਿਹਾਸ ਦੀ ਕਲਗੀ ਹੁੰਦਾ ਏ। ਜਿਉਂਦੇ ਜਾਗਦੇ ਹੋਣ ਦਾ ਪ੍ਰਮਾਣ, ਸੂਰਜੀ ਆਬਾ ਦਾ ਪ੍ਰਕਾਸ਼ ਮੰਡਲ, ਕੌਮ ਦੀ ਰੀੜ ਦੀ ਹੱਡੀ ਹੁੰਦਾ ਹੈ। ਡੰਡੇ ਤੇ ਟੰਗਿਆ ਹਰ ਕੱਪੜਾ ਨਿਸ਼ਾਨ ਸਾਹਿਬ ਨਹੀਂ ਹੁੰਦਾ। ਡੰਡੇ ਤੇ ਟੰਗਿਆ ਹਰ ਕੱਪੜਾ ਨਿਸ਼ਾਨ ਸਾਹਿਬ ਨਹੀਂ ਹੁੰਦਾ, ਤੇ ਨਾ ਹੀ ਕੌਮੀ ਝੰਡਾ ਬਣਦਾ। ਡੰਡੇ ਤੇ ਟੰਗਿਆ ਹਰ ਕੱਪੜਾ ਨਿਸ਼ਾਨ ਸਾਹਿਬ ਨਹੀਂ ਹੁੰਦਾ, ਤੇ ਨਾ ਹੀ ਕੌਮੀ ਝੰਡਾ ਬਣਦਾ। ਇਹ ਝੰਡਾ ਗੱਡਣ ਲਈ ਸਿਰ ਬੀਜਣੇ ਪੈਂਦੇ ਨੇ ਆਲੇ ਦੁਆਲੇ। ਬਹੁਤ ਖੂਬ ਜੀ। ਇਸ ਦੀਆਂ ਤੰਦਾਂ ਵਿੱਚ ਉਦਮੀ ਲੋਕਾਂ ਦੀ ਮਿਹਨਤ ਪੈਂਦੀ ਹੈ। ਇਸ ਦੀਆਂ ਤੰਦਾਂ ਵਿੱਚ ਉਦਮੀ ਲੋਕਾਂ ਦੀ ਮਿਹਨਤ ਪੈਂਦੀ ਹੈ। ਸੂਰਬੀਰਤਾ ਅੱਠੀਂ ਪੈਰੀਂ ਪੈਰੇ ਤੇ ਰੱਖਣੀ ਪੈਂਦੀ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ, ਦਿਲਦਾਰ ਜਰਨੈਲਾਂ ਦੀ ਦਲੇਰੀ ਸਿੰਜਦੀ ਹੈ ਹਿੰਮਤ ਦੇ ਖੇਤ। ਸ਼ਹੀਦਾਂ ਦੀਆਂ ਕੁਰਬਾਨੀਆਂ, ਦਿਲਦਾਰ ਜਰਨੈਲਾਂ ਦੀ ਦਲੇਰੀ ਸਿੰਜਦੀ ਹੈ ਹਿੰਮਤ ਦੇ ਖੇਤ, ਤੇ ਮਾਵਾਂ ਦੀ ਅਰਦਾਸ ਲਗਾਤਾਰ ਨਾਲ ਨਾਲ ਚੱਲਦੀ ਹੈ। ਕੌਮ ਦਾ ਸਵੈਮਾਣ ਮੌਲਦਾ ਰਾਤ ਦਿਨ, ਕੌਮ ਦਾ ਸਵੈਮਾਣ ਮੌਲਦਾ ਰਾਤ ਦਿਨ, ਇਸ ਤੋਂ ਬਾਅਦ ਹੀ ਯਾਰੜੇ ਦਾ ਸੱਥਰ, ਲੇਫ ਤਲਾਈਆਂ ਤੋਂ ਕਿਤੇ ਵੱਧ ਨਰਮ ਜਾਪਦਾ। ਸਾਹਾਂ ਦੀ ਮਾਲਾ ਵਿੱਚ, ਸਾਹਾਂ ਦੀ ਮਾਲਾ ਵਿੱਚ ਦੇਸ਼ ਦਾ ਇਤਿਹਾਸ ਪਰੋਇਆ ਹੁੰਦਾ ਹੈ। ਕੌਮ ਦਾ ਸਵੈਮਾਣ ਮੌਲਦਾ ਰਾਤ ਦਿਨ, ਇਸ ਤੋਂ ਬਾਅਦ ਹੀ ਯਾਰੜੇ ਦਾ ਸੱਥਰ, ਲੇਫ ਤਲਾਈਆਂ ਤੋਂ ਕਿਤੇ ਨਰਮ ਜਾਪਦਾ। ਸਾਹਾਂ ਦੀ ਮਾਲਾ ਵਿੱਚ ਦੇਸ਼ ਦਾ ਇਤਿਹਾਸ ਪਰੋਇਆ ਹੁੰਦਾ। ਵਰਕਾ ਵਰਕਾ ਲਿਖੋ, ਮਨ ਦੇ ਚਾਨਣੇ ਵਿੱਚ ਪੜੋ। ਵਰਕਾ ਵਰਕਾ ਲਿਖੋ, ਮਨ ਦੇ ਚਾਨਣੇ ਵਿੱਚ ਪੜੋ। ਨਿਰਭਉ ਨਿਰਵੈਰ ਦਾ ਇਹ ਪ੍ਰਵੇਸ਼ ਦੁਆਰ ਇੱਥੋਂ ਹੀ ਸ਼ੁਰੂ ਹੁੰਦਾ।
ਨਿਰਭਉ ਨਿਰਵੈਰ ਦਾ ਇਹ ਪ੍ਰਵੇਸ਼ ਦਵਾਰ ਇੱਥੋਂ ਹੀ ਸ਼ੁਰੂ ਹੁੰਦਾ ਹੈ। ਲੰਘ ਆਓ ਦੋਸਤੋ, ਲੰਘ ਆਓ। ਵਾਹ, ਬਹੁਤ ਬਹੁਤ ਅੱਛੇ, ਬਹੁਤ ਅੱਛੇ, ਬਹੁਤ ਬਹੁਤ ਜ਼ਬਰਦਸਤ। ਅੱਛੇ। ਸ਼ੁਕਰੀਆ ਜੀ। ਮੇਰੀ ਅਗਲੀ ਨਜ਼ਮ ਹੈ ਉਡੀਕ। ਕਦੋਂ ਤੱਕ ਹੋਵੇਗਾ ਦਾਨਵਤਾ ਦਾ ਨਾਸ਼, ਕਦੋਂ ਤੱਕ ਹੋਵੇਗਾ ਦਾਨਵਤਾ ਦਾ ਨਾਸ਼, ਕਦੋਂ ਤੱਕ ਚੁੱਕੀ ਰੱਖੋਗੇ ਫੋਕੀ ਹਉਮੈ ਦੀ ਲਾਸ਼, ਕਦੋਂ ਤੱਕ ਹੋਵੇਗਾ ਦਾਨਵਤਾ ਦਾ ਨਾਸ਼, ਕਦੋਂ ਤੱਕ ਚੁੱਕੀ ਰੱਖੋਗੇ ਫੋਕੀ ਹਉਮੈ ਦੀ ਲਾਸ਼, ਕਦੋਂ ਤੱਕ ਰਹੂਗੀ ਜ਼ਿੰਦਗੀ ਨੂੰ ਅਮਨ ਦੀ ਤਲਾਸ਼, ਕਦੋਂ ਤੱਕ ਰਹੂਗੀ ਜ਼ਿੰਦਗੀ ਨੂੰ ਅਮਨ ਦੀ ਤਲਾਸ਼, ਇਸ ਹਨੇਰੇ ਪਿੱਛੋਂ ਹੀ ਤਾਂ ਹੋਵੇਗਾ ਕਦੇ ਗਿਆਨ ਪ੍ਰਕਾਸ਼, ਕਦੋਂ ਤੱਕ ਹੋਵੇਗਾ ਦਾਨਵਤਾ ਦਾ ਨਾਸ਼, ਕਦੋਂ ਤੱਕ ਚੁੱਕੀ ਰੱਖੋਗੇ ਫੋਕੀ ਹਉਮੈ ਦੀ ਲਾਸ਼, ਕਦੋਂ ਤੱਕ ਰਹੂਗੀ ਜ਼ਿੰਦਗੀ ਨੂੰ ਅਮਨ ਦੀ ਤਲਾਸ਼, ਇਸ ਹਨੇਰੇ ਪਿੱਛੋਂ ਹੀ ਤਾਂ ਹੋਵੇਗਾ ਕਦੇ ਗਿਆਨ ਪ੍ਰਕਾਸ਼। ਸੁਣਿਆ ਸੀ ਚਾਨਣ ਕਦੇ ਹਰਿਆ ਨਹੀਂ, ਸੂਰਜ ਕਦੇ ਠਰਿਆ ਨਹੀਂ, ਸੁਣਿਆ ਸੀ ਚਾਨਣ ਕਦੇ ਹਰਿਆ ਨਹੀਂ, ਸੂਰਜ ਕਦੇ ਠਰਿਆ ਨਹੀਂ, ਕਿਰਨਾਂ ਨੂੰ ਬੱਦਲ ਲੁਕਾਉਣਗੇ ਭਲਾ ਕਿੰਨਾ ਕੁ ਚਿਰ, ਕਿਰਨਾਂ ਨੂੰ ਬੱਦਲ ਲੁਕਾਉਣਗੇ ਭਲਾ ਕਿੰਨਾ ਕੁ ਚਿਰ, ਭੁਚਾਲ ਧਰਤ ਹਿਲਾਉਣਗੇ ਭਲਾ ਕਿੰਨਾ ਕੁ ਚਿਰ। ਜਾਣ ਲਵੋ ਪਿਆਰਿਓ ਹਿਮਾਲਿਆ ਕਦੇ ਝੁਕਿਆ ਨਹੀਂ, ਜਾਣ ਲਵੋ ਪਿਆਰਿਓ ਹਿਮਾਲਿਆ ਕਦੇ ਝੁਕਿਆ ਨਹੀਂ, ਸਾਗਰ ਕਦੇ ਸੁੱਕਿਆ ਨਹੀਂ, ਕਾਫਲਾ ਚੱਲਦਾ ਰਹੇਗਾ ਦੀਵਾ ਸਦਾ ਬਲਦਾ ਰਹੇਗਾ, ਕਾਫਲਾ ਚੱਲਦਾ ਰਹੇਗਾ ਦੀਵਾ ਸਦਾ ਬਲਦਾ ਰਹੇਗਾ, ਸੱਚ ਕਦੇ ਡਰਿਆ ਨਹੀਂ ਵਿਸ਼ਵਾਸ ਕਦੇ ਹਰਿਆ ਨਹੀਂ, ਸੱਚ ਕਦੇ ਡਰਿਆ ਨਹੀਂ ਵਿਸ਼ਵਾਸ ਕਦੇ ਹਰਿਆ ਨਹੀਂ, ਤੁਰਦੇ ਪੈਰਾਂ ਲਈ ਸਫ਼ਰ ਕਦੇ ਮਰਿਆ ਨਹੀਂ, ਲੋਕਤੰਤਰ ਦੇ ਕਾਤਲੋ ਬੇਰਹਿਮ ਸ਼ਹਿਨਸ਼ਾਹੋ, ਨਿਰਦੋਸ਼ਾਂ ਦੀ ਰਾਖ ਨਾਲ ਮਾਨ ਸਰੋਵਰ ਨਾ ਭਰੋ, ਲੋਕਤੰਤਰ ਦੇ ਕਾਤਲੋ ਬੇਰਹਿਮ ਸ਼ਹਿਨਸ਼ਾਹੋ, ਨਿਰਦੋਸ਼ਾਂ ਦੀ ਰਾਖ ਨਾਲ ਮਾਨ ਸਰੋਵਰ ਨਾ ਭਰੋ, ਤੁਹਾਨੂੰ ਮੋਹਰੇ ਬਣਾ ਕੇ ਵਰਤ ਰਹੀ ਹੈ ਕੁਟਿਲ ਨੀਤੀ, ਤੁਹਾਨੂੰ ਮੋਹਰੇ ਬਣਾ ਕੇ ਵਰਤ ਰਹੀ ਹੈ ਕੁਟਿਲ ਨੀਤੀ, ਚਾਲ ਕੁਚਾਲ ਸੋਨੇ ਦੇ ਅੱਖਰੀਂ ਲਿਖਿਆ ਇਤਿਹਾਸ ਕਲੰਕਿਤ ਨਾ ਕਰੋ, ਸੋਨੇ ਦੇ ਅੱਖਰੀਂ ਲਿਖਿਆ ਇਤਿਹਾਸ ਕਲੰਕਿਤ ਨਾ ਕਰੋ, ਕਿਉਂਕਿ ਆਵਾਜ਼ ਘੁੱਟ ਸਕਦੀ ਨਹੀਂ ਸੱਚ ਦੀ ਇਹ ਮਜ਼ਬੂਤ ਕਲਮ ਟੁੱਟ ਕਦੇ ਸਕਦੀ ਨਹੀਂ, ਆਵਾਜ਼ ਘੁੱਟ ਸਕਦੀ ਨਹੀਂ ਸੱਚ ਦੀ ਇਹ ਮਜ਼ਬੂਤ ਕਲਮ ਟੁੱਟ ਕਦੇ ਸਕਦੀ ਨਹੀਂ। ਬਹੁਤ ਖੂਬ ਜੀ, ਬਹੁਤ ਧੰਨਵਾਦ। ਸੱਚ ਦੀ ਕਲਮ ਕਦੀ ਨਹੀਂ ਟੁੱਟ ਸਕਦੀ ਜੀ, ਸੱਚ ਦੀ ਕਲਮ ਕਦੀ ਨਹੀਂ ਟੁੱਟ ਸਕਦੀ। ਬਹੁਤ ਧੰਨਵਾਦ ਤੁਹਾਡਾ ਜੀ। ਤੇ ਹੁਣ ਆਪਾਂ ਚੱਲਦੇ ਹਾਂ ਮੈਡਮ ਸਫੀਆ ਹਯਾਤ ਕੋਲ। ਇਹਨਾਂ ਦੀਆਂ ਬਹੁਤ ਖੂਬਸੂਰਤ ਕਵਿਤਾਵਾਂ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀ ਪੜ੍ਹਦੇ ਰਹੇ ਹੋ, ਤੇ ਅੱਜ ਆਪਾਂ ਸੁਣਦੇ ਹਾਂ ਇਹਨਾਂ ਤੋਂ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਦਾ ਕੋਈ ਹੋਰ ਨਵਾਂ ਰੰਗ। ਮੈਡਮ ਸਵਾਗਤ ਹੈ ਤੁਹਾਡਾ ਜੀ, ਬਹੁਤ ਬਹੁਤ। ਡਾਕਟਰ ਕੁਲਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਅਜਮਲ ਹੋਣਾ ਦਾ ਵੀ ਤੇ ਹਰਵਿੰਦਰ ਸਿੰਘ ਹੋਣਾ ਦਾ ਵੀ ਕਿ ਉਹਨਾਂ ਨੇ ਸਪੈਸ਼ਲ ਸਾਡੇ ਪ੍ਰੋਗਰਾਮ ਵਾਸਤੇ ਮੈਨੂੰ ਤਿਆਰ ਕੀਤਾ ਜੀ ਜੀ, ਤੇ ਤੁਹਾਡਾ ਧੰਨਵਾਦ। ਔਰ ਬਾਕੀ ਸਾਰਿਆਂ ਨਾਲ ਮਿਲਵਾਣੇ ਦੀ ਬਹੁਤ ਮੈਂ ਸ਼ੁਕਰੀਆ ਅਦਾ ਕਰੂੰਗੀ ਕਿ ਬਹੁਤ ਸਾਰੇ ਚਿਹਰੇ ਐਸੇ ਜਿਨ੍ਹਾਂ ਨੂੰ ਨਹੀਂ ਜਾਣਦੀ ਸੀ, ਨਾਮ ਤੋਂ ਪਤਾ ਸੀਗਾ ਲੇਕਿਨ ਕਦੀ ਇਸ ਤਰ੍ਹਾਂ ਅਸ਼ਨਾਈ ਨਹੀਂ ਹੋਈ ਸੀਗੀ ਜੀ। ਤੇ ਬਹੁਤ ਸ਼ੁਕਰੀਆ। ਤੇ ਆਪਣੇ ਮੇਰੇ ਕਿਸਾਨ ਵੀਰਾਂ ਵਾਸਤੇ ਇੱਕ ਛੋਟੀ ਜਿਹੀ ਕਵਿਤਾ ਕੋਸ਼ਿਸ਼ ਕੀਤੀ ਆ, ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਏਗੀ। ਜੀ ਜੀ ਇਰਸ਼ਾਦ। ਖੇਤ ਮੇਰੇ ਬਾਬਲ ਦਾ ਸ਼ਮਲਾ, ਖੇਤ ਮੇਰੇ ਬਾਬਲ ਦਾ ਸ਼ਮਲਾ, ਨਾਮ ਹੈ ਸਰਨਾਮਾ ਇਹਦਾ ਪਹਿਲੀਆਂ ਸਾਡੀਆਂ ਮਾਵਾਂ ਵਰਗੀਆਂ, ਪਹਿਲੀਆਂ ਸਾਡੀਆਂ ਮਾਵਾਂ ਵਰਗੀਆਂ ਫਸਲਾਂ ਧੀਆਂ ਭੈਣਾਂ, ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ, ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ, ਮਾਵਾਂ ਧੀਆਂ ਭੈਣਾਂ ਦੇ ਬਿਨ ਘਰ ਕਾਹਦਾ ਘਰ ਏ, ਪੈਲੀਆਂ ਦੇ ਵਿੱਚ ਬੀਜ ਬੀਜਦੇ ਰਲ ਮਿਲ ਬਾਬਲ ਵੀਰੇ, ਪੈਲੀਆਂ ਦੇ ਵਿੱਚ ਬੀਜ ਬੀਜਦੇ ਰਲ ਮਿਲ ਬਾਬਲ ਵੀਰੇ, ਕੁੱਲ ਜਹਾਨ ਨੂੰ ਰਿਜ਼ਕ ਵੰਡਦੇ ਪਰਨ ਤਮਾਮ ਜ਼ਖੀਰੇ, ਪੈਲੀਆਂ ਦੇ ਵਿੱਚ ਬੀਜ ਬੀਜਦੇ ਰਲ ਮਿਲ ਬਾਬਲ ਵੀਰੇ, ਕੁੱਲ ਜਹਾਨ ਨੂੰ ਰਿਜ਼ਕ ਵੰਡਦੇ ਪਰਨ ਤਮਾਮ ਜ਼ਖੀਰੇ, ਖੇਤਾਂ ਦੇ ਸਿਰ ਉੱਤੇ ਬਾਬਲ ਮੇਰੇ ਦਾ ਘਰ ਵਸਦਾ, ਖੇਤਾਂ ਦੇ ਸਿਰ ਉੱਤੇ ਬਾਬਲ ਮੇਰੇ ਦਾ ਘਰ ਵਸਦਾ, ਖਿੜਨ ਕਪਾਹਾਂ ਖੇਤਾਂ ਵਿੱਚ ਜਦ ਸਾਰਾ ਪਿੰਡੇ ਹੱਸਦਾ, ਖਿੜਨ ਕਪਾਹਾਂ ਖੇਤਾਂ ਵਿੱਚ ਜਦ
ਸਾਰਾ ਪਿੰਡੇ ਹੱਸਦਾ। ਖੇਤ ਮੇਰੇ ਬਾਬਲ ਦਾ ਸ਼ਮਲਾ, ਖੇਤ ਮੇਰੇ ਬਾਬਲ ਦਾ ਸ਼ਮਲਾ, ਖੇਤ ਵੀਰੇ ਦੇ ਚੀਰੇ। ਖੇਤਾਂ ਦੇ ਵਿੱਚ ਉਗਣ ਧੀਆਂ ਦੀਏ ਵਰੀਆਂ ਦਾਜ ਕਲੀਰੇ। ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਸ਼ੁਕਰੀਆ ਜੀ। ਖੇਤ ਮੇਰੇ ਬਾਬਲ ਦਾ ਸ਼ਮਲਾ, ਖੇਤ ਵੀਰੇ ਦੇ ਚੀਰੇ। ਖੇਤਾਂ ਦੇ ਵਿੱਚ ਉਗਣ ਧੀਆਂ ਦੇ ਵਰੀਆਂ ਦਾਜ ਕਲੀਰੇ। ਹਾਕਮ ਦਾ ਖੁਦਗਰਜ਼ ਹੈ ਕਾਇਦਾ ਤੇ ਬਦਕਾਰ ਕਾਨੂੰਨ। ਹਾਕਮ ਦਾ ਖੁਦਗਰਜ਼ ਹੈ ਕਾਇਦਾ ਤੇ ਬਦਕਾਰ ਕਾਨੂੰਨ। ਪਰਚਮ ਹੈ ਕਿਰਦਾਰ ਸਾਡਾ ਤੇ ਖੁਦਦਾਰ ਜਨੂਨ। ਕਿਆ ਬਾਤ, ਬਹੁਤ ਵਧੀਆ, ਬਹੁਤ ਖੂਬ। ਖੇਤਾਂ ਤੇ ਡਾਕਾ ਏ ਸਾਡੀ ਪੱਤ ਤੇ ਪੱਗ ਤੇ ਡਾਕਾ। ਖੇਤਾਂ ਤੇ ਡਾਕਾ, ਖੇਤਾਂ ਤੇ ਡਾਕਾ ਏ ਸਾਡੀ ਪੱਤ ਤੇ ਪੱਗ ਤੇ ਡਾਕਾ। ਪੈਣ ਨਹੀਂ ਦੇਣਾ ਡਾਕਾ ਅਸਾਂ, ਇਹ ਪੈਣ ਨਹੀਂ ਦੇਣਾ ਡਾਕਾ। ਧੀਆਂ ਦੀ ਰਾਖੀ ਨੇ ਕਰਦੇ, ਧੀਆਂ ਦੀ ਰਾਖੀ ਨੇ ਕਰਦੇ ਸਦਾ ਪੰਜਾਬ ਦੇ ਜਾਏ। ਧੀਆਂ ਦੀ ਰਾਖੀ ਨੇ ਕਰਦੇ ਸਦਾ ਪੰਜਾਬ ਦੇ ਜਾਏ। ਪੈਲੀਆਂ ਦੀ ਵੀ ਕਰਨਗੇ ਸ਼ਾਲਾ ਦੁੱਲੇ ਦੇ ਹਮਸਾਏ। ਕਿਆ ਬਾਤ ਹੈ, ਕਿਆ ਬਾਤ, ਬਹੁਤ ਅੱਛੀ, ਬਹੁਤ ਸ਼ੁਕਰੀਆ, ਬਹੁਤ ਸੋਹਣਾ। ਧੀਆਂ ਦੀ ਰਾਖੀ ਨੇ ਕਰਦੇ ਸਦਾ ਪੰਜਾਬ ਦੇ ਜਾਏ। ਪੈਲੀਆਂ ਦੀ ਵੀ ਕਰਨਗੇ ਸ਼ਾਲਾ ਦੁੱਲੇ ਦੇ ਹਮਸਾਏ। ਬਹੁਤ ਸ਼ੁਕਰੀਆ। ਔਰ ਮੈਂ ਇਸ ਤੋਂ ਇਲਾਵਾ ਨਹੀਂ ਕੋਈ ਹੋਰ ਨਜ਼ਮ ਪੇਸ਼ ਕਰੂੰਗੀ, ਕਿਉਂਕਿ ਮੇਰਾ ਖਿਆਲ ਹੈ ਕਿ ਜੋ ਸਾਡਾ ਅੱਜ ਕੱਲ੍ਹ ਚੱਲ ਰਿਹਾ ਉਸ ਹਿਸਾਬ ਦੇ ਨਾਲ ਹੀ ਸਾਨੂੰ ਆਪਣਾ ਕਲਾਮ ਵੀ ਪੇਸ਼ ਕਰਨਾ ਚਾਹੀਦਾ। ਜੀ ਬਹੁਤ ਸ਼ੁਕਰੀਆ ਕੁਲਦੀਪ ਸਾਹਿਬ। ਬਹੁਤ ਧੰਨਵਾਦ ਮੈਮ। ਤੁਸੀਂ ਲਗਾਤਾਰ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ। ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਹੀ ਜੁੜਦੇ ਰਹੀਏ ਆਪਾਂ। ਬਹੁਤ ਖੂਬਸੂਰਤ ਸਾਡੇ ਨਾਲ ਪੇਸ਼ ਕੀਤੀ ਹੈ। ਤੇ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਦੇ ਸਿਖਰ ਤੇ ਡਾਕਟਰ ਲਖਵਿੰਦਰ ਜੌਹਲ ਹੋਰਾਂ ਨੂੰ ਸੁਣੀਏ, ਮੈਂ ਆਪਣੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ। ਜੀ ਜ਼ਰੂਰ ਜੀ, ਇਰਸ਼ਾਦ। ਮੇਰੀ ਕਵਿਤਾ ਹੈ ਦਿੱਲੀ ਦੇ ਦੁੱਲਿਆਂ ਦੇ ਨਾਮ। ਜੀ। ਵਾਹ 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 ਵਾਹ। ਕਵਿਤਾ ਦਾ ਸਿਰਲੇਖ ਹੈ ਦੁੱਲਿਆ ਕੌਣ ਕਹਿੰਦਾ ਤੂੰ ਲੜਨਾ। ਦੁੱਲਿਆ ਕੌਣ ਕਹਿੰਦਾ ਤੂੰ ਲੜਨਾ ਭੁੱਲਿਆ। ਵਾਹ ਵਾਹ। ਦਿੱਲੀ ਦੇ ਵਿੱਚ ਅਕਬਰ ਜੰਮੇ ਆ ਪਾਇਆ ਪਿੰਡੀ ਨੂੰ ਘੇਰਾ। ਦਿੱਲੀ ਦੇ ਵਿੱਚ ਅਕਬਰ ਜੰਮੇ ਆ ਪਾਇਆ ਪਿੰਡੀ ਨੂੰ ਘੇਰਾ। ਮੁੜ ਦੁੱਲਿਆ ਤੇਰੀ ਅਣਖ ਵੰਗਾਰਨ, ਮੁੜ ਦੁੱਲਿਆ ਤੇਰਾ ਪਰਖਣ ਘੇਰਾ। ਵਾਹ ਵਾਹ ਵਾਹ, ਬਹੁਤ ਖੂਬ ਜੀ, ਬਹੁਤ ਖੂਬ। ਚੁੱਕ ਲੈ ਤੀਰ ਤੇ ਚੁੱਕ ਲੈ ਪੱਥਾ, ਚੱਲ ਉੱਠ ਲਾਂਗੜ ਕਸ ਲੈ ਸ਼ੇਰਾ। ਤੂੰ ਦੁੱਲਿਆ ਉਸ ਧਰਤ ਦਾ ਵਾਰਸ, ਜਿਸ ਧਰਤੀ ਚੋਂ ਉੱਗ ਪੈਂਦਾ ਹਰ ਦਾਣਾ ਡੁੱਲਿਆ। ਦੁੱਲਿਆ ਕੌਣ ਕਹਿੰਦਾ। ਵਾਹ 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 ਵਾਹ, ਬਹੁਤ ਕੀ ਬਾਤ ਹੈ ਜੀ, ਕੀ ਬਾਤ ਹੈ। ਹੁਣ ਵੀ ਹਾਕਮ ਆਏ ਚੜ ਕੇ, ਹੱਥ 'ਚ ਕਾਲੇ ਕਾਗਜ਼ ਫੜ ਕੇ। ਤੇਰੇ ਦੇ ਬੰਨਿਆਂ ਉੱਤੇ ਆ ਪਹੁੰਚੇ ਨੇ ਹੰਨਿਆਂ ਉੱਤੇ। ਤੇਰੇ ਸਿਰ ਦੇ ਉੱਤੇ ਕੜਕੇ ਅੰਦਰ ਵੜ ਜਾ ਕਹਿੰਦੇ ਡਰ ਕੇ। ਖੱਲ ਤੇਰੀ ਵਿੱਚ ਤੂੜੀ ਭਰ ਕੇ ਤਖਤਾਂ ਦੇ ਬੂਹਿਆਂ ਦੇ ਉੱਤੇ ਮੁੜ ਕਹਿੰਦੇ ਲਟਕਾ ਦੇਣੀ ਹੈ, ਮੁੜ ਤੇਰੀ ਪੱਗ ਦੇਣੀ। ਵਾਹ ਵਾਹ, ਬਹੁਤ ਖੂਬ, ਬਹੁਤ ਅੱਛਾ, ਬਹੁਤ ਅੱਛਾ। ਖੱਲ ਤੇਰੀ ਵਿੱਚ ਤੂੜੀ ਭਰ ਕੇ ਤਖਤਾਂ ਦੇ ਬੂਹਿਆਂ ਦੇ ਉੱਤੇ ਮੁੜ ਕਹਿੰਦੇ ਲਟਕਾ ਦੇਣੀ ਹੈ, ਮੁੜ ਤੇਰੀ ਪੱਗ ਲਾ ਦੇਣੀ ਹੈ। ਮੱਚਦੀ ਅੱਗ ਬੁਝਾ ਦੇਣੀ ਹੈ, ਅੰਬੜ ਨਾ ਬਣ ਠੰਡਾ ਹੋ ਜਾ। ਦਗਦਗ ਕਰਕੇ ਮੱਚਦੇ ਚੁੱਲਿਆ। ਦੁੱਲਿਆ ਕੌਣ ਕਹਿੰਦਾ ਤੂੰ ਲੜਨਾ। ਕੌਣ ਕਹਿੰਦਾ ਤੂੰ ਲੜਨਾ। ਬਹੁਤ ਅੱਛਾ ਜੀ, ਬਹੁਤ ਅੱਛੇ ਡਾਕਟਰ ਸਾਹਿਬ। ਹੁਣ ਤਾਂ ਸੁੰਦਰੀ ਮੁੰਦਰੀ ਦੋਵੇਂ ਤੇਰੀਆਂ ਖੱਬੀਆਂ ਸੱਜੀਆਂ ਬਾਹਾਂ। ਵਾਹ ਵਾਹ, ਕੀ ਬਾਤ ਹੈ। ਹੁਣ ਤਾਂ ਸੁੰਦਰੀ ਮੁੰਦਰੀ ਦੋਵੇਂ ਤੇਰੀਆਂ ਖੱਬੀਆਂ ਸੱਜੀਆਂ ਬਾਹਾਂ। ਹਾਕਮ ਨੂੰ ਲਲਕਾਰ ਕਹਿੰਦੀਆਂ ਅੱਖ ਚੁੱਕ ਕੇ ਤੂੰ ਦੇਖ ਉਤਾਹਾਂ। ਜਿਸ ਪਾਟੇ ਸਾਲੂ ਵਿੱਚ ਦੁੱਲਿਆ ਕਦੇ ਤੂੰ ਸੇਰ ਕੁ ਸ਼ੱਕਰ ਪਾਈ। ਉਹ ਸਾਲੂ ਹੁਣ ਬਣ ਗਿਆ ਪਰਚਮ ਖੇਤਾਂ ਦੀ ਉਤਪਾਦ ਬਚਾਈ। ਬਹੁਤ ਅੱਛੇ, ਬਹੁਤ ਬਹੁਤ ਅੱਛੇ, ਕੀ ਬਾਤ ਹੈ, ਬਹੁਤ ਅੱਛੇ, ਬਹੁਤ ਆਲਾ, ਬਹੁਤ ਆਲਾ। ਪਾਟੇ ਸਾਲੂ ਵਿੱਚ ਦੁੱਲਿਆ ਕਦੇ ਤੂੰ ਸੇਰ ਕੁ ਸ਼ੱਕਰ ਪਾਈ। ਉਹ ਸਾਲੂ ਹੁਣ ਬਣ ਗਿਆ ਪਰਚਮ ਖੇਤਾਂ ਦੀ ਉਸ ਪੱਤ ਬਚਾਈ। ਮੁੜ ਹਾਕਮ ਦੇ ਜ਼ਬਰ ਜ਼ੁਲਮ ਦਾ ਭੋਰਾ ਭੋਰਾ ਡੱਕਾ ਡੱਕਾ ਸਾਰਾ ਹੀ ਵਿਆਜ ਹੈ ਦੁੱਲਿਆ। ਦੁੱਲਿਆ ਕੌਣ ਕਹਿੰਦਾ ਤੂੰ ਲੜਨਾ ਭੁੱਲਿਆ। ਵਾਹ ਵਾਹ, ਕੀ ਬਾਤ ਹੈ ਡਾਕਟਰ ਸਾਹਿਬ। ਬਦਲ ਗਿਆ ਸਮਿਆਂ ਦਾ ਦੌਰ, ਬਦਲ ਗਿਆ ਸਮਿਆਂ ਦਾ ਦੌਰ। ਪਹਿਲਾਂ ਤਖਤ ਸੀ ਵਿੱਚ ਲਾਹੌਰ, ਹੁਣ ਪੈੜਾਂ ਦਿੱਲੀ ਵੱਲ ਮੁੜੀਆਂ। ਇੱਕ ਨਹੀਂ ਇਹ ਲੱਖਾਂ ਜੁੜੀਆਂ। ਹੁਣ ਪੈੜਾਂ ਦਿੱਲੀ ਵੱਲ ਮੁੜੀਆਂ, ਇੱਕ ਨਹੀਂ ਇਹ ਲੱਖਾਂ ਜੁੜੀਆਂ। ਮੁੜ ਉੱਠੇ ਪਿੰਡੀ ਦੇ ਵਾਰਸ, ਕੁੱਲ ਦੁਨੀਆ ਵਿੱਚ ਗੱਲਾਂ ਤੁਰੀਆਂ।
ਹੁਣ ਲੱਦੀ ਦਾ ਪੁੱਤ ਪੋਸਤੀ, ਜਿਸ ਦੀ ਨਸ਼ਿਆਂ ਨਾਲ ਦੋਸਤੀ, ਉੱਠਿਆ ਫੇਰ ਦੁਬਾਰਾ ਦੁੱਲਿਆ, ਸੁਣ ਉਸਦਾ ਲਲਕਾਰਾ ਦੁੱਲਿਆ। ਵਾਹ 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 ਹੁਣ ਲੱਦੀ ਦਾ ਪੁੱਤ ਪੋਸਤੀ, ਜਿਸ ਦੀ ਨਸ਼ਿਆਂ ਨਾਲ ਦੋਸਤੀ, ਉੱਠਿਆ ਫੇਰ ਦੁਬਾਰਾ ਦੁੱਲਿਆ, ਸੁਣ ਉਸਦਾ ਲਲਕਾਰਾ ਦੁੱਲਿਆ। ਸੁੰਦਰੀ ਤੇ ਮੁੰਦਰੀ ਤੇ ਮਾਮੇ, ਦੁੱਲਿਆ ਦੇਖ ਜਰਾ ਨਾ ਡੋਲੇ, ਹੱਥਾਂ ਵਿੱਚ ਫੜ ਛਿੱਤਰ ਪੋਲੇ, ਹਾਕਮ ਦੀ ਟਿੰਡ ਉੱਤੇ ਵਰਦੇ, ਦਿੱਲੀ ਬਹੁਤ ਦੇ ਅੱਛੇ। ਨਾਲ ਲੜਦੇ। ਵਾਹ ਵਾਹ क्या बात है, क्या बात है जी। ਵਾਹ ਵਾਹ ਕੀ ਬਾਤ ਹੱਥਾਂ ਵਿੱਚ ਫੜ ਛਿੱਤਰ ਪੋਲੇ, ਹਾਕਮ ਦੀ ਟਿੰਡ ਉੱਤੇ ਵਰਦੇ, ਦਿੱਲੀ ਦੇ ਤਖਤਾਂ ਨਾਲ ਲੜਦੇ, ਘੋੜੇ ਬਣੇ ਟਰੈਕਟਰ ਸਾਡੇ, ਦੇਖ ਦਿੱਲੀ ਦੀ ਹਿੱਕ ਤੇ ਚੜਦੇ, ਰਾਹ ਦੇ ਰੋੜੇ ਸਾਰੇ ਤੋੜੇ, ਦੇਖ ਦਿੱਲੀ ਦੇ ਨੱਕ ਨੇ ਮੋੜੇ, ਟਿਕੜੀ ਸਿੰਘੂ ਧੁੰਮਾਂ ਪਈਆਂ, ਮਾਂ ਲੱਦੀ ਦਾ ਸੀਨਾ ਫੁੱਲਿਆ, ਦੁੱਲਿਆ ਕੌਣ ਕਹਿੰਦਾ ਬਹੁਤ ਤੂੰ ਅੱਛੇ, ਬੋਲਿਆ। ਬਹੁਤ क्या बात है, बहुत बहुत अच्छा, बहुत आला, वाह, वाह, वाह। ਧੰਨਵਾਦ ਜੀ। कमाल है, बहुत ਜੀ। आला। ਦਿੱਲੀ ਦੇ ਵਿਗਿਆਨ ਭਵਨ ਵਿੱਚ ਦੇਖ ਅਕਬਰ ਦੇ ਚੇਲੇ ਚਪਟੇ, ਦੁੱਲਿਆਂ ਦੀਆਂ ਦਲੀਲਾਂ ਮੂਹਰੇ ਪਹਿਲੇ ਹੱਲੇ ਗਏ ਨੇ ਝਟਕੇ। ਹਾਂ ਵਾਹ ਜੀ ਵਾਹ, ਜੀ ਬਹੁਤ ਅੱਛਾ। ਦਿੱਲੀ ਦੇ ਵਿਗਿਆਨ ਭਵਨ ਵਿੱਚ ਦੇਖ ਅਕਬਰ ਦੇ ਚੇਲੇ ਚਪਟੇ, ਦੁੱਲਿਆਂ ਦੀਆਂ ਦਲੀਲਾਂ ਮੂਹਰੇ ਪਹਿਲੇ ਹੱਲੇ ਗਏ ਨੇ ਝਟਕੇ। ਅਕਬਰ ਮਨ ਦੀ ਬਾਤ ਸੁਣਾਵੇ, ਦੁੱਲਾ ਉਹਦੀ ਔਕਾਤ ਸੁਣਾਵੇ। ਵਾਹ 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 ਵਾਹ, ਬਹੁਤ ਅੱਛੇ, ਬਹੁਤ ਅੱਛੇ। क्या बहुत कहने अच्छे। Thank you. क्या बात है। ਅਕਬਰ ਮਨ ਦੀ ਬਾਤ ਸੁਣਾਵੇ, ਦੁੱਲਾ ਉਹਦੀ ਔਕਾਤ ਸੁਣਾਵੇ। ਮਾਂ ਲੱਦੀ ਹੁਣ ਰੂਪ ਬਦਲ ਕੇ, ਦੇਖ ਮਹਿੰਦਰ ਕੌਰ ਹੈ ਬਣ ਗਈ, ਚੁੱਪ ਕਿਆ ਬਾਤ ਹੋਊਗੀ ਦਿੱਲੀ ਨੂੰ ਵਾਹ ਵਾਹ। ਟੁੱਟੀ, ਦੇਖ ਹਾਕਮ ਦੇ ਮੂਹਰੇ ਤਣਗੀ, ਦੇਖੇਗਾ ਹੁਣ ਆਪਣੇ ਪੈਰੀ, ਛੇਤੀ ਤਾਸ ਦਿੱਲੀ ਦਾ ਰੁਲਿਆ, ਦੁੱਲਿਆ ਕੌਣ ਕਹਿੰਦਾ ਤੂੰ ਲੜਨਾ ਦੁੱਲਿਆ। ਬਹੁਤ ਅੱਛੇ। क्या बात बंदा है, जी। क्या बात है। ਆਖਰੀ ਬੰਦੇ ਦਾ ਕੈਦੋਂ ਲੰਗਿਆਂ ਦੀ ਸਹਿ ਉੱਤੇ, ਮੁੜ ਸੈਦਾ ਆ ਹੀਰ ਉਡਾਏ। ਕੈਦੋਂ ਲੰਗਿਆਂ ਦੀ ਸਹਿ ਉੱਤੇ, ਮੁੜ ਸੈਦਾ ਆ ਹੀਰ ਉਡਾਲੇ, ਜਦ ਤੱਕ ਸਾਡੀ ਹੀਰ ਨਹੀਂ ਮਿਲਦੀ, ਅਸਾਂ ਨਾ ਮੁੜਨਾ ਤਖਤ ਹਜ਼ਾਰੇ। ਨਾਲ ਖੜੇ ਨੇ ਦੇਖ ਉਸਦੇ, ਸੱਤਾ ਦੀ ਤੌੜੀ ਚੋਂ ਗਿੱਜੇ, ਦੁੱਧ ਪੀਣੇ ਚੋਂ ਬਾਗੜ ਬਿੱਲੇ, ਕੁੱਟ ਕੁੱਟ ਕੇ ਕਰ ਦੇਣੇ ਢਿੱਲੇ, ਬਾਰਡਰ ਨੇ ਹੁਣ ਸਾਡੇ ਢਿੱਲੇ। वाह वाह ਬਾਰਡਰ ਨੇ ਹੁਣ ਸਾਡੇ ਢਿੱਲੇ, ਮਨ ਮਸਤਕ ਦੇ ਗੋਰਖ ਕੋਲੋਂ, ਜੋਗ ਧਾਰ ਕੇ ਬੈਠੇ ਭੁੰਜੇ, ਇਹ ਜੋਗੀ ਹੁਣ ਰਤਾ ਨਾ ਹਿੱਲੇ। ਆਪਣੀ ਹੀਰ ਪਛਾਣੀ ਇਹਨਾਂ, ਖੋ ਕੇ ਨਾਲ ਲਿਜਾਣੀ ਇਹਨਾਂ, ਨਵਾਂ ਕਿੱਸਾ ਤੂੰ ਲਿਖਦੇ ਬੁੱਲਿਆ, ਦੁੱਲਿਆ ਕੌਣ ਕਹਿੰਦਾ ਤੂੰ ਕੌਣ ਲੜਨਾ। ਕਹੇ ਤੂੰ। क्या बात बहुत क्या अच्छे, क्या क्या बात बात है जी, क्या बात है, बहुत अच्छे, बहुत बहुत ਵਧੀਆ ਜੀ बहुत खूब, ਬਹੁਤ ਉਮਦਾ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਹੁਣ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਸਿਖਰ ਤੇ ਸੁਣਦੇ ਆ ਡਾਕਟਰ ਲਖਵਿੰਦਰ ਸਿੰਘ ਜੌਹਲ ਹੋਰਾਂ ਨੂੰ, ਜੋ ਸਾਡੇ ਇਧਰਲੇ ਪੰਜਾਬ ਦੀ ਕਵਿਤਾ ਦੇ ਬਹੁਤ ਵੱਡੇ ਸ਼ਾਇਰ ਨੇ। ਜੌਹਲ ਸਾਹਿਬ ਤੁਹਾਡਾ ਸਵਾਗਤ ਹੈ। ਸੰਘਰਸ਼ਾਂ ਦੀ ਦੌਰ ਦੀ ਸ਼ਾਇਰੀ ਦਾ ਕੋਈ ਨਵਾਂ ਰੰਗ ਤੁਸੀਂ ਸਾਡੇ ਦੋਸਤਾਂ ਨਾਲ ਸਾਂਝਾ ਕਰੋ। ਇਹਨੂੰ ਮਾਈਕ ਖੋਲ ਲਓ ਸਰ, ਮਾਈਕ ਤੁਹਾਡਾ ਬੰਦ ਹੈ ਜੀ। ਤੁਹਾਡੇ ਵੱਲੋਂ ਬੰਦ ਆ ਰਿਹਾ ਸਰ, ਜੀ, ਆ ਗਏ, ਹਾਂਜੀ ਆ ਗਈ ਆਵਾਜ਼। ਬਹੁਤ ਬਹੁਤ ਮਿਹਰਬਾਨੀ ਕੁਲਦੀਪ ਸਿੰਘ ਦੀਪ ਜੀ ਕਿ ਤੁਸੀਂ ਇੰਨੇ ਵੱਡੇ ਸ਼ਾਇਰਾਂ ਨਾਲ, ਇਧਰਲੇ ਪੰਜਾਬ ਦੇ ਵੀ, ਉਧਰਲੇ ਪੰਜਾਬ ਦੇ ਵੀ, ਔਰ ਨਾਲ ਹੀ ਦੇਸ਼ ਭਰ ਦੇ ਵਿੱਚੋਂ ਤਿਵਾੜੀ ਜੀ, ਔਰ ਬਹੁਤ ਸਾਰੀਆਂ ਵਧੀਆ ਵਧੀਆ ਕਵਿਤਾਵਾਂ, ਔਰ ਅੱਜ ਦਾ ਸਮੇਂ ਦਾ ਰੰਗ ਜਿਹੜਾ ਉਹ ਦੇਖਣ ਨੂੰ ਮਿਲਿਆ। ਮੈਂ ਆਪਣੀ ਇੰਟਰੋਡਕਸ਼ਨ 'ਚ ਤੁਸੀਂ ਬਹੁਤ ਕੁਝ ਕਹਿ ਦਿੱਤਾ ਸੀ, ਮੈਂ ਸਿਰਫ ਆਪਣੀਆਂ ਕਵਿਤਾਵਾਂ ਹੀ ਸ਼ੁਰੂ ਕਰੂੰਗਾ। ਮੈਂ 2 ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ, ਤੇ ਦੋਨੋਂ ਛੋਟੀਆਂ ਕਵਿਤਾਵਾਂ ਨੇ, ਬਹੁਤ ਲੰਬੀਆਂ ਨਹੀਂ ਹੈਗੀਆਂ। ਮੇਰਾ ਖਿਆਲ ਹੈ ਕਿ 3 ਮਿੰਟ ਵਿੱਚ ਦੋਨੋਂ ਹੋ ਜਾਣਗੀਆਂ। ਤੇ ਮੇਰੀ ਪਹਿਲੀ ਕਵਿਤਾ ਹੈ ਟੀਸ। ਟੀਸ ਕਹਿੰਦੇ ਆ ਬਹੁਤ ਗਹਿਰੀ ਅਚਾਨਕ ਉੱਠੀ ਪੀੜ ਨੂੰ, ਸ਼ੂਟਿੰਗ ਪੇਨ, ਸਦੀਆਂ ਤੋਂ ਸੁੱਤੀ ਇੱਕ ਟੀਸ ਮਨਾਂ ਚੋਂ ਫੇਰ ਉੱਠੀ ਹੈ। वाह 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 ਸਦੀਆਂ ਤੋਂ ਸੁੱਤੀ ਇੱਕ ਟੀਸ ਮਨਾਂ ਚੋਂ ਫੇਰ ਉੱਠੀ ਹੈ, ਸਿੰਘੂ ਦੇ ਖੰਡਰ ਵਿੱਚ ਸੁੱਤੀ ਸਿਸਕੀ ਜਾਗੀ। ਵਾਹ ਵਾਹ। ਕਿਆ ਬਾਤ ਹੈ, ਕਿਆ ਬਾਤ ਹੈ। आहा, ਸਿੰਘੂ ਦੇ वाह वाह ਖੰਡਰ ਵਿੱਚ ਸੁੱਤੀ ਸਿਸਕੀ ਜਾਗੀ, ਹਿਰਖਾਂ ਹਿਰਸਾਂ ਹਿੰਮਤਾਂ ਡੇਰਾ ਆਣ ਜਮਾਇਆ, ਦਿੱਲੀ ਦੇ ਦਰਵਾਜ਼ੇ ਉੱਤੇ ਚੌਤਰਫੀ ਸੈਲਾਬ ਸਿਰਾਂ ਦਾ। ਕਿਆ ਬਾਤ वाह ਹੈ। वाह वाह, ਹਿਰਖਾਂ ਹਿਰਸਾਂ ਹਿੰਮਤਾਂ ਡੇਰਾ ਆਣ ਜਮਾਇਆ, ਦਿੱਲੀ ਦੇ ਦਰਵਾਜ਼ੇ ਉੱਤੇ ਚੌਤਰਫੀ ਸੈਲਾਬ ਸਿਰਾਂ ਦਾ, ਪਾਣੀਪਤ ਦਾ ਪਾਣੀ ਪੀ ਕੇ ਜੀਵਤ ਹੋ ਗਈ ਗੌਰਵ ਗਾਥਾ। ਵਾਹ 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 ਪਾਣੀਪਤ ਦਾ ਇਤਿਹਾਸ ਆਪਾਂ ਸਾਰੇ ਜਾਣਦੇ ਹਾਂ, ਵਾਹ ਔਰ वाह ਆਪਣੀ वाह ਗੁਲਾਮੀ ਆਜ਼ਾਦੀ ਦੀਆਂ ਲੜਾਈਆਂ ਉੱਤੇ ਜੀ। ਲੜੀਆਂ ਗਈਆਂ। ਪਾਣੀਪਤ ਦਾ ਪਾਣੀ ਪੀ ਕੇ ਜੀਵਤ ਹੋ ਗਈ ਗੌਰਵ ਗਾਥਾ, ਆਤਮ ਵਿਸ਼ਵਾਸ ਦੀ ਆਂਦਰ ਨੇ ਅੱਖ ਪੁੱਟੀ,
ਅਜ਼ਮਤ ਢਾਲ ਬਣਾ ਕੇ ਤਣਿਆ ਪੁੱਤ ਖੇਤਾਂ ਦਾ। ਵਾਹ ਵਾਹ ਅੱਖਾਂ ਨੂੰ ਅਬਦਾਲੀ ਦਿਸਦਾ, ਅੱਖਾਂ ਨੂੰ ਅਬਦਾਲੀ ਦਿਸਦਾ, ਆਇਆ ਲੁੱਟਣ ਮਾਲ ਸਵਾਬ ਫਿਰ ਇੱਕ ਵਾਰੀ। ਅੱਖਾਂ ਨੂੰ ਅਬਦਾਲੀ ਦਿਸਦਾ, ਆਇਆ ਲੁੱਟਣ ਮਾਲ ਸਵਾਬ ਫਿਰ ਇੱਕ ਵਾਰੀ। ਘੋੜੇ ਹਾਥੀ ਗੱਡੇ ਗੱਡੀਆਂ ਰੱਥ ਰਥਵਾਨ ਆਪੇ ਬਣ ਗਏ ਧਰਤੀ ਪੁੱਤਰ। ਬਹੁਤ ਅੱਛੇ, ਬਹੁਤ ਅੱਛੇ। ਘੋੜੇ ਹਾਥੀ ਗੱਡੇ ਗੱਡੀਆਂ ਰੱਥ ਰਥਵਾਨ ਆਪੇ ਬਣ ਗਏ ਧਰਤੀ ਪੁੱਤਰ। ਤਰਕ ਸ਼ਬਦ ਦੇ ਗੋਲੇ ਦਾਗਣ ਸੱਤਾ ਧਾਰੀ ਫਰਮਾਨਾਂ ਤੇ। ਤਰਕ ਸ਼ਬਦ ਦੇ ਗੋਲੇ ਦਾਗਣ ਸੱਤਾ ਧਾਰੀ ਫਰਮਾਨਾਂ ਤੇ। ਇੱਕ ਇੱਕ ਕਰਕੇ ਕਰਦੇ ਭਸਮ ਦਲੀਲਾਂ, ਇੱਕ ਇੱਕ ਕਰਕੇ ਕਰਦੇ ਭਸਮ ਦਲੀਲਾਂ। ਖੌਫ ਖੁਦਕਸ਼ੀ ਖਤਰੇ ਮੁੜ ਮੁੜ ਖੇਤਾਂ ਅੰਦਰ ਖਿੜਦੇ ਦਿਸਦੇ। ਖੌਫ ਖੁਦਕਸ਼ੀ ਖਤਰੇ ਮੁੜ ਮੁੜ ਖੇਤਾਂ ਅੰਦਰ ਖਿੜਦੇ ਦਿਸਦੇ। ਹੱਠ ਹੰਕਾਰ ਬੰਗਾਰ ਸ਼ੂਕ ਦੇ ਚਾਰ ਚਫੇਰੇ। ਹੱਠ ਹੰਕਾਰ ਬੰਗਾਰ ਸ਼ੂਕ ਦੇ ਚਾਰ ਚਫੇਰੇ। ਗੌਰਵ ਭਰੀਆਂ ਹਿੱਕਾਂ ਤਣੀਆਂ, ਗੌਰਵ ਭਰੀਆਂ ਹਿੱਕਾਂ ਤਣੀਆਂ। ਤਣ ਗਏ ਮੁੱਕੇ ਵਿਸ਼ਵਾਸਾਂ ਦੇ ਹਰ ਮੈਦਾਨ ਫਤਿਹ ਦੀ ਗੁੜਤੀ। ਜਿੱਤਾਂ ਵਾਲੇ ਸ਼ਮਲੇ ਦੀ ਚਾਹਤ ਲਟ ਲਟ ਵਰਦੀ। ਪਗੜੀ ਨੂੰ ਸੰਭਾਲੋ ਜੱਟਾ ਬੋਲੇ ਗੂੰਜਣ। ਗੌਰਵ ਭਰੀਆਂ ਹਿੱਕਾਂ ਤਣੀਆਂ। ਤਣ ਗਏ ਮੁੱਕੇ ਵਿਸ਼ਵਾਸਾਂ ਦੇ ਹਰ ਮੈਦਾਨ ਫਤਿਹ ਦੀ ਗੁੜਤੀ। ਜਿੱਤਾਂ ਦੇ ਸ਼ਮਲੇ ਦੀ ਚਾਹਤ ਲਟ ਲਟ ਵਰਦੀ। ਪਗੜੀ ਨੂੰ ਸੰਭਾਲੋ ਜੱਟਾ ਬੋਲੇ ਗੂੰਜਣ। ਤੜਕਣ ਲੱਗੇ ਭਰਮ ਭੁਕਾਨੇ, ਤੜਕਣ ਲੱਗੇ ਭਰਮ ਭੁਕਾਨੇ। ਸੱਤਾ ਵਾਲੇ ਇੱਕ ਇੱਕ ਕਰਕੇ ਛੜਯੰਤਰ ਦਾ ਯੰਤਰ ਲੈ ਕੇ ਸੱਤਾ ਘੁੰਮਦੀ। ਇੱਕ ਇੱਕ ਕਰਕੇ ਛੜਯੰਤਰ ਦਾ ਯੰਤਰ ਲੈ ਕੇ ਸੱਤਾ ਘੁੰਮਦੀ। ਆਲ ਦੁਆਲੇ ਛੜਯੰਤਰ ਦਾ ਯੰਤਰ ਕਿੱਦਾਂ ਫਟੇ ਭੁਕਾਨੇ ਸੀਨ ਸਕਦਾ ਹੈ। क्या बात है, क्या बात है, बहुत अच्छे। ਛੜਯੰਤਰ ਦਾ ਯੰਤਰ ਕਿੱਦਾਂ ਫਟੇ ਭੁਕਾਨੇ ਸੀ ਸਕਦਾ ਹੈ। ਤਵਾਰੀਖ ਨੇ ਅਜੀਬੀ ਅੱਖ ਪੁੱਟੀ ਹੈ। ਸਦੀਆਂ ਤੋਂ ਸੁੱਤੀ ਇੱਕ ਟੀਸ ਮਨਾਂ ਚੋਂ ਫੇਰ ਉੱਠੀ ਹੈ। ਸਿੰਘੂ ਦੇ ਖੰਡਰ ਵਿੱਚ ਸੁੱਤੀ ਸਿਸਕੀ ਜਾਗੀ, ਸਿੰਘੂ ਦੇ ਖੰਡਰ ਵਿੱਚ ਸੁੱਤੀ ਸਿਸਕੀ ਜਾਗੀ। बहुत खूब, बहुत अच्छे, बहुत अच्छे, बहुत अच्छे। मेरी दूसरी नज़म है जी सिद्धी गल। ਸਿੱਧੀ ਗੱਲ, ਗੱਲ ਤਾਂ ਸਿੱਧੀ ਜਹੀ ਹੈ, ਰੋਟੀ ਦਾ ਮਸਲਾ ਹੈ ਬਸ। ਵਾਹ ਵਾਹ। ਗੱਲ ਤਾਂ ਸਿੱਧੀ ਜਹੀ ਹੈ, ਰੋਟੀ ਦਾ ਮਸਲਾ ਹੈ ਬਸ। ਰੋਟੀ ਖੇਤਾਂ ਦੀ ਜਾਈ ਹੈ, ਕਿਧਰੋਂ ਵੀ ਆਵੇ ਉਜਰਤ। ਪੇਟ ਦੀ ਅੱਗ ਬੁਝਾਉਂਦੀ ਹੈ ਸਿਰਫ ਰੋਟੀ। ਕਿਧਰੋਂ ਵੀ ਆਵੇ ਉਜਰਤ, ਪੇਟ ਦੀ ਅੱਗ ਬੁਝਾਉਂਦੀ ਹੈ ਸਿਰਫ ਰੋਟੀ। ਰੋਟੀ ਹੱਥਾਂ 'ਚ ਦੇਣ ਜਾਂ ਰੋਟੀ ਹੱਥਾਂ 'ਚੋਂ ਖੋਣ ਉੱਤੇ ਟਿਕੀ ਹੋਈ ਹੈ ਸਾਰੀ ਸਿਆਸਤ। ਵਾਹ ਵਾਹ, ਕੀ ਬਾਤ, ਕੀ ਬਾਤ। ਰੋਟੀ ਹੱਥਾਂ 'ਚ ਦੇਣ ਜਾਂ ਰੋਟੀ ਹੱਥਾਂ 'ਚੋਂ ਖੋਣ ਉੱਤੇ ਟਿਕੀ ਹੋਈ ਹੈ ਸਾਰੀ ਸਿਆਸਤ। ਸਿਸਟਮ ਸਾਰੇ ਵਜੂਦ। ਗੱਲ ਤਾਂ ਸਿੱਧੀ ਜਹੀ ਹੈ। ਸਿੱਧੀ ਗੱਲ ਨੂੰ ਟੇਢੀ ਕਰਦੇ ਤਾਜੋ ਤਖਤ ਅਡੰਬਰ। ਸਿੱਧੀ ਗੱਲ ਨੂੰ ਟੇਢੀ ਕਰਦੇ ਤਾਜੋ ਤਖਤ ਅਡੰਬਰ। ਉਲਝ ਗਏ ਸਭ ਅਰਥਚਾਰੇ ਉਹਨਾਂ ਦੇ ਪਿੰਨੇ ਤਰ੍ਹਾਂ। ਰੋਟੀ ਦੇ ਪੰਧ ਸਾਰੇ। ਗੱਲ ਤਾਂ ਸਿੱਧੀ ਜਹੀ ਹੈ। ਗੱਲ ਤਾਂ ਸਿੱਧੀ ਜਹੀ ਹੈ ਕਿ ਖੇਤ ਹਨ, ਫਸਲਾਂ ਹਨ, ਮਾਂ ਹੈ, ਮਿੱਟੀ ਹੈ, ਮਿਹਨਤ ਹੈ, ਮੁੜਕਾ ਹੈ, ਮਾਲਕੀ ਹੈ, ਮਰਜ਼ਾਦਾ ਹੈ, ਫਰਜ਼ ਹਨ, ਅਧਿਕਾਰ ਹਨ, ਜਜ਼ਬਾ ਹੈ, ਜਨੂਨ ਹੈ, ਰਗਾਂ 'ਚ ਖੌਲਦਾ ਖੂਨ ਹੈ। ਰੋਟੀ ਲਈ ਅੱਡੇ ਹੋਏ ਹੱਥ ਹਨ। ਗੱਲ ਤਾਂ ਸਿੱਧੀ ਜਹੀ ਹੈ। ਰਗਾਂ 'ਚ ਖੌਲਦਾ ਖੂਨ ਹੈ, ਰੋਟੀ ਲਈ ਅੱਡੇ ਹੋਏ ਹੱਥ ਹਨ। ਗੱਲ ਤਾਂ ਸਿੱਧੀ ਜਹੀ ਹੈ। ਰੋਟੀ ਨੇ ਹੱਥਾਂ ਵੱਲ ਆਉਣਾ ਹੈ, ਹੱਥਾਂ ਨੇ ਮੂੰਹ ਵੱਲ ਜਾਣਾ ਹੈ। ਰੋਟੀ ਨੇ ਪੇਟ ਤੱਕ ਪਹੁੰਚਣਾ ਹੈ। ਸਿੱਧੀ ਜਿਹੀ ਗੱਲ ਬਹੁਤ ਗੁੰਝਲਦਾਰ ਹੈ ਉਹਨਾਂ ਦੇ ਪਿੰਨੇ ਤਰ੍ਹਾਂ। ਸਿੱਧੀ ਜਿਹੀ ਗੱਲ ਬਹੁਤ ਗੁੰਝਲਦਾਰ ਹੈ ਉਹਨਾਂ ਦੇ ਪਿੰਨੇ ਤਰ੍ਹਾਂ ਉਲਝੀ ਹੋਈ। ਉਹਨਾਂ ਦਾ ਇੱਕ ਸਿਰਾ ਧਰਤ ਹੈ, ਦੂਸਰਾ ਅਸਮਾਨ ਹੈ। ਉਹਨਾਂ ਦਾ ਇੱਕ ਸਿਰਾ ਧਰਤ ਹੈ, ਦੂਸਰਾ ਅਸਮਾਨ ਹੈ। ਬਸ ਇਹੀ ਕਮਸਾਨ ਹੈ।
ਵਾਹ ਉਹਨਾਂ ਦਾ ਇੱਕ ਸਿਰਾ ਧਰਤ ਹੈ, ਦੂਸਰਾ ਅਸਮਾਨ ਹੈ, ਬਸ ਇਹੀ ਕਮਸਾਨ ਹੈ। ਉਹਨਾਂ ਦਾ ਇੱਕ ਸਿਰਾ ਰੋਟੀ ਹੈ, ਦੂਸਰਾ ਹੱਥ ਹੈ। ਰੋਟੀ ਤੋਂ ਹੱਥ ਤੱਕ ਦਾ ਸਫ਼ਰ ਉਲਝੇ ਹੋਏ ਪਿੰਨੇ ਦਾ ਸਫ਼ਰ ਹੈ। ਮੁਸ਼ਕਲਾਂ ਭਰਿਆ ਬਹੁਤ ਟੇਢੀ ਹੈ ਇਸ ਸਫ਼ਰ ਦੀ ਸਿਆਸਤ। ਬਹੁਤ ਟੇਢੀ ਹੈ ਇਸ ਸਮੇਂ ਇਸ ਸਫ਼ਰ ਦੀ ਸਿਆਸਤ। ਹਾਲਾਂਕਿ ਗੱਲ ਤਾਂ ਸਿੱਧੀ ਜਿਹੀ ਹੈ, ਖੇਤ ਹਨ, ਫਸਲਾਂ ਹਨ, ਰੋਟੀ ਹੈ, ਹੱਥ ਹੈ, ਪੇਟ ਹੈ। ਗੱਲ ਤਾਂ ਸਿੱਧੀ ਜਿਹੀ ਹੈ। ਬਹੁਤ ਬਹੁਤ ਧੰਨਵਾਦ ਜੌਲ ਸਰ, ਤੁਸੀਂ ਬਹੁਤ ਖੂਬਸੂਰਤ ਕਵਿਤਾਵਾਂ ਸੁਣਾਈਆਂ ਇਸ ਪ੍ਰੋਗਰਾਮ ਦੇ ਸਿਖਰ ਤੇ। ਜੌਲ ਸਾਹਿਬ ਕਾਵਲੋਕ ਮੈਗਜ਼ੀਨ ਕੱਢਦੇ ਨੇ ਬਹੁਤ ਖੂਬਸੂਰਤ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਕਿਸੇ ਅੰਕ ਦੇ ਵਿੱਚ ਇਹਦੇ ਵਿੱਚੋਂ ਕੋਈ ਸਿਲੈਕਟਡ ਕਵਿਤਾਵਾਂ ਅਸੀਂ ਉਹਦੇ ਵਿੱਚ ਵੀ ਪੇਸ਼ ਕਰੀਏ। ਇਹਨਾਂ ਨੂੰ ਬੇਨਤੀ ਵੀ ਅਸੀਂ ਇਸ ਗੱਲ ਦੀ ਕਰਾਂਗੇ ਇਹ ਰੰਗ ਵੀ ਉਹਦੇ ਵਿੱਚ ਆ ਸਕੇ। ਤੇ ਅਖੀਰ ਤੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਖੂਬਸੂਰਤ ਰੰਗ ਭਰੇ ਨੇ। ਭਾਵੇਂ ਅੱਜ ਕੁਝ ਆਪਾਂ 10 ਮਿੰਟ ਸਮਾਂ ਵੱਧ ਲੈ ਲਿਆ, ਪਰ ਫਿਰ ਵੀ ਬਹੁਤ ਮਾਣ ਹੈ ਤੁਹਾਡੇ ਸਾਰਿਆਂ ਤੇ ਆਪਾਂ ਇਸੇ ਤਰ੍ਹਾਂ ਜੁੜਦੇ ਰਹਾਂਗੇ। ਅਗਲੇ ਐਤਵਾਰ ਫਿਰ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਦਾ ਕੋਈ ਹੋਰ ਨਵਾਂ ਰੰਗ ਲੈ ਕੇ। ਤੇ ਇਸ ਪ੍ਰੋਗਰਾਮ ਦਾ ਲਿੰਕ ਵੀ ਤੁਹਾਨੂੰ WhatsApp ਰਾਹੀਂ ਭੇਜ ਦਿੱਤਾ ਜਾਊਗਾ, ਲਿੰਕ ਜਨਰੇਟ ਕਰਕੇ। ਤੇ Facebook ਤੇ ਪ੍ਰੋਗਰਾਮ ਲਾਈਵ ਹੋਇਆ, ਤੁਸੀਂ ਉੱਥੇ ਵੀ ਜਾ ਕੇ ਸੁਣ ਸਕਦੇ ਹੋ, ਆਪਣੀ ਗੱਲ ਤੇ ਸ਼ੇਅਰ ਕਰ ਸਕਦੇ ਹੋ। ਮੀਡੀਆ ਪ੍ਰਵਾਸ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਦੋਸਤੋ। ਸਾਰੇ ਸ਼ਾਇਰਾਂ ਦਾ ਇੱਕ ਵਾਰੀ ਫੇਰ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ।